ਜਿਨ੍ਹਾਂ ਦੇ ਉੱਤੋਂ ਲਾਜਵਾਬ ਹੋਏ ਪਏ ਨੇ। ਚੱਲਦਾ ਪਿਆ ਉਸ ਬਰਾੜ ਦੀ ਜਿਹੜੀ ਵਹਾਨ ਲੱਗ तो कोई होया कोई मसला? अबू बकर भाई मैं जुम्मा पढ़ के आती हूँ। अच्छा उन्होंने तो आवाज ही चेंज हो गई। तो इधर भी कोई नमाज का वक्त हो नहीं रहा कि मैं भी बोलूं कि नमाज पढ़ तुसां ते भर सड़िया ਉਹ ਜਿਹੜਾ ਟੈਲੀਗ੍ਰਾਮ ਭਰ ਸੜਿਆ ਵਾਲਿਆਂ ਨਾਲ। ਮੇਰੀ ਨਜ਼ਰ 'ਚ ਮੌਲਵੀ ਨਈਮ ਤੋਂ ਬਾਅਦ ਤੁਹਾਡੇ ਕੋਲ ਸਭ ਤੋਂ ਜ਼ਿਆਦਾ ਡਾਟਾ ਹੈ। ਤੁਹਾਡੇ ਕੋਲ ਬੰਦਾ ਕਿਸ ਤਰ੍ਹਾਂ ਨਿਕਲ ਗਿਆ? ਐਨੇ ਵਾਲੇ ਨੇ ਮੇਰੇ ਕੋਲ ਟਾਈਮ ਨਹੀਂ ਪਿਆ ਲੱਗਦਾ ਉਹ ਵੇਖਣ ਦਾ। ਉਹ ਜਿਹੜੇ ਸਕੈਨ ਤੁਸੀਂ ਉੱਤੇ ਸੁੱਟਣ ਲੱਗੇ ਹੋ ਪਤਾ ਜੇ ਦੋ ਤਿੰਨ ਵਾਰੀ ਤੁਸੀਂ ਉਹਨਾਂ ਵਾਲਿਆਂ ਵਿੱਚੋਂ ਹੀ ਬੜਾ ਅੱਛਾ ਸਵਾਲ ਕੀਤਾ ਤੇ ਮੈਨੂੰ ਤੁਹਾਡੇ ਤੇ ਬੜਾ ਕੌਨਫੀਡੈਂਸ ਹੈ ਕਿ ਭਈ ਤੁਸੀਂ ਹਮਾ ਵਕਤ ਕੋਈ ਨਾ ਕੋਈ ਤੁਹਾਡੇ ਹੱਥ 'ਚ ਨਵੀਂ ਹੁੰਦੀ ਹੈ। ਬਲਕਿ ਉਹ ਦੀਗਰ ਬਹੁਤ ਸਾਰੇ ਸਾਥੀਆਂ ਨੂੰ ਇਹ ਤਵੱਕੋ ਨਹੀਂ ਕੀਤੀ ਜਾ ਸਕਦੀ ਕੋਈ ਨਵੀਂ ਗੱਲ ਕਰ ਲੈਂਦੇ। ਚਲੋ ਪੁਰਾਣੀ ਕਰ ਲੈਣ। ਗੱਲਾਂ ਤੇ ਐਸੀਆਂ ਪੁਰਾਣੀਆਂ ਪਈਆਂ ਨੇ ਨਾ ਜਿਨ੍ਹਾਂ ਦਾ ਇਹਨਾਂ ਨੂੰ ਜਵਾਬ ਹੀ ਨਹੀਂ ਅੱਜ ਤੱਕ ਆਇਆ। ਅੱਜ ਬਹਰਹਾਲ ਮਾਯੂਸ ਕੀਤਾ ਤੁਸੀਂ ਸਾਰਿਆਂ ਨੇ। बाबर भाई सुनाओ कोई अपडेट? मुर्तजावान भाई भी आए ना। अस्सलाम वालेकुम रहमतुल्लाह वबरकातुहू। वालेकुम जी। अस्सलाम वालेकुम अस्सलाम। अमर भाई ਅੱਜ ਬੜੀ ਖੁਸ਼ੀ ਹੋਈ ਇੱਕ ਗੱਲ ਦੀ ਕਿ ਤੁਹਾਡੀਆਂ ਮਿਹਨਤਾਂ ਜਿਹੜੀਆਂ ਨੇ ਨਾ ਰੰਗ ਲਿਆ ਰਹੀਆਂ ਨੇ। सुबह एक भाई आए सन ਜਿਹੜੇ कह रहे सन कि आमिर भाई आपने मुझे किस काम के पीछे लगा दिया, अब मैं एक हवाला देता हूँ, मुझे नीचे उतार देते हैं। ਉਹ ਬੰਦੇ ਨੂੰ ਮੈਂ ਘੰਟਾ ਡਿਬੇਟ ਕਰਦੇ ਦੇਖਿਆ। ਹੁਣ ਮਾਸ਼ਾਅੱਲਾ ਆ ਗਿਆ ਸਿੱਧੀ ਲਾਈਨ ਤੇ। अल्हम्दुलिल्लाह अल्हम्दुलिल्लाह। ਮੈਨੂੰ ਬੜੀ ਖੁਸ਼ੀ ਹੋਈ ਸੁਬਾਹ ਸੁਣ ਕੇ ਨਾ। ਉਹ ਸਭ ਨੂੰ ਸਾਰਿਆਂ ਭਰਾਵਾਂ ਨੂੰ ਉਹਦੇ ਤੇ ਵਰਕ ਸਾਰਿਆਂ ਭਰਾਵਾਂ ਨੂੰ ਇਹਨਾਂ ਦੀਆਂ ਕਿਤਾਬਾਂ ਦੇ ਉੱਤੇ ਮੁਜਾਹਿਦ ਖਤਮੇ ਨਬੂਵਤ ਹੈ ਜਿਹੜਾ ਜਿਹਦਾ ਖਤਮੇ ਨਬੂਵਤ ਦਾ ਕੰਮ ਕੀਤਾ। ਮੈਂ ਤੇ ਦਾਅਵਾ ਹੀ ਇਹ ਕਰਨਾ ਵਾ ਕਿ ਅਸੀਂ 26 ਬੰਦੇ ਆ ਜਿਹੜੇ ਖਤਮੇ ਨਬੂਵਤ ਦਾ ਕੰਮ ਤੇ ਕਰਨੇ ਆ। ਬਾਕੀ 25,99,99,974 ਬੰਦੇ ਜਿਹੜੇ ਨੇ ਉਹ ਖਤਮੇ ਨਬੂਵਤ ਦਾ ਕੰਮ ਨਹੀਂ ਕਰ ਰਹੇ। ਪਾਕਿਸਤਾਨ ਸਿਰਫ 26 ਬੰਦੇ ਕਰ ਰਹੇ ਨੇ ਤੇ ਉਹ ਜਿਹੜੇ 25,99,99,000 ਨੇ ਨਾ ਉਹ ਵੈਸੇ ਹੀ ਨੱਕ ਤੇ ਰੁਮਾਲ ਰੱਖ ਲੈਂਦੇ ਨੇ ਮਰਜ਼ਈਆਂ ਦਾ ਨਾਂ ਸੁਣ ਕੇ। ਅਸੀਂ ਉਹਨਾਂ ਤੇ ਵੀ ਖੁਸ਼ ਹਾਂ। ਖਤਰਾ ਸਿਰਫ ਹੈ 974 ਲੋਕਾਂ ਦਾ ਜਿਨ੍ਹਾਂ ਨੇ ਨਾ ਖਤਮੇ ਨਬੂਵਤ ਦੇ ਨਾਂ ਦੇ ਉੱਤੇ ਪਰੇਸ਼ਾਨੀ ਪੈਦਾ ਕੀਤੀ ਹੈ। ਉਹ 974 ਬੰਦੇ ਜਿਹੜੇ ਨੇ ਨਾ ਅਗਰ ਉਹ ਵੀ ਦੂਜੇ 25,99,00,000 ਲੋਕਾਂ 99,000 ਲੋਕਾਂ ਨੱਕ ਤੇ ਰੁਮਾਲ ਰੱਖ ਲੈਣ ਤੇ ਮੈਂ ਉਹਨਾਂ ਤੋਂ ਵੀ ਖੁਸ਼ ਹਾਂ। ਉਹ ਸਗੋਂ ਸਾਡੀਆਂ ਲੱਤਾਂ ਖਿੱਚਦੇ ਨੇ ਸਾਰਾ ਦਿਨ। ਉਹਨਾਂ ਦੇ ਕੋਲ ਕੱਖ ਨਹੀਂ ਨਾ। ਉਹਨਾਂ ਅੱਜ ਵੀ ਮੈਂ ਇੱਕ ਬਰਾੜ ਦੇਖੀ ਉਹ ਮੈਨੂੰ ਵੀ ਗਾਲਾਂ ਕੱਢਣ ਲੱਗੇ, ਉਹਨੂੰ ਮੈਂ ਆਂਟੀ ਨੂੰ ਵੀ ਗਾਲਾਂ ਕੱਢਣ ਲੱਗੇ। ਲਾ ਉਹ ਤੇ ਖੋਤਾ ਜਿਹਾ ਲਾਇਆ ਤੇ ਉੱਤੇ ਫੋਟੋਆਂ ਲਾਈਆਂ ਸਾਡੀਆਂ। ਉਹ ਆਪਣੇ ਦਿਲੋਂ ਉਹ ਵੀ ਖਤਮੇ ਨਬੂਵਤ ਦੇ ਮੁਜਾਹਿਦ ਹੀ ਨੇ ਨਾ। ਉਹਨਾਂ ਦੀ ਨਿਸਬਤ ਉਹ ਬਿਹਤਰ ਨੇ 25,99,00,000 ਮੁਸਲਮਾਨ ਜਿਹੜੇ ਮਰਜ਼ਾਈ ਦਾ ਨਾਂ ਲੈ ਕੇ ਸੁਣ ਕੇ ਤੇ ਨੱਕ ਤੇ ਰੁਮਾਲ ਰੱਖ ਲੈਂਦੇ। ਤੁਸੀਂ 26 ਬੰਦੇ ਮੇਰੀ ਨਜ਼ਰ ਦੇ ਵਿੱਚ ਮਾਸ਼ਾਅੱਲਾ ਖਤਮੇ ਨਬੂਵਤ ਦੇ ਮੁਜਾਹਿਦ। ਖਤਮੇ ਨਬੂਵਤ ਦਾ ਮੁਜਾਹਿਦ ਹੋਏ ਉਹਦੀ ਬੁਨਿਆਦੀ ਸਿਫਤ ਹੈ ਵੇ ਕਿ ਉਹਨੂੰ ਮਿਰਜ਼ਾ ਕਾਦੀਆਨੀ ਦੇ ਲਿਟਰੇਚਰ ਦੇ ਬਾਰੇ ਅਗਰ ਸਾਰਾ ਨੌਲੇਜ ਨਹੀਂ ਹੈ ਇੰਨਾ ਨੌਲੇਜ ਜ਼ਰੂਰ ਹੋਣਾ ਚਾਹੀਦਾ ਕਿ ਮਿਰਜ਼ਾਈ ਜਿਉਂ ਹੀ ਕਿਰੇ ਲੱਭੇ ਠੱਕ ਉਹਦੇ ਮੂੰਹ ਦੇ ਅੱਗੇ ਸ਼ਾਇਦ ਧਰੀ ਜਾਵੇ ਵੀ ਇਹ ਕੀ ਲਿਖਿਆ, ਇਹ ਕੀ ਆਖਿਆ, ਇਹ ਕੀ ਬੋਲਿਆ, ਇਹ ਕੀ ਝੂਠ ਮਾਰੇ ਨੇ ਸਾਰੀਆਂ ਕਿਤਾਬਾਂ 'ਚ ਜਲੇਬੀਆਂ ਬਣਾਈਆਂ ਨੇ। ਮੈਂ ਤੁਹਾਨੂੰ ਇੱਕ ਮੋਟੀਆਂ ਗੱਲਾਂ ਦੋ ਦੱਸੀਆਂ ਨੇ ਕਿ ਮੂੰਹ ਮੰਗਿਆ ਇਨਾਮ ਉਸ ਮਿਰਜ਼ਾਈ ਨੂੰ ਦਿੱਤਾ ਜਾਏਗਾ ਜਿਹੜਾ ਹਕੀਕਤੁਲ ਵਹੀ ਦਾ ਸਵਾਲ ਨੰਬਰ 6 ਆਪਣੇ ਲਫ਼ਜ਼ਾਂ 'ਚ ਪੜ੍ਹ ਕੇ ਕਿਤਾਬ ਠੱਪ ਕੇ ਅੱਖਾਂ ਬੰਦ ਕਰਕੇ ਸਵਾਲ ਤੇ ਜਵਾਬ ਦੱਸ ਰਹੇ ਵੀ ਸਵਾਲ ਕੀ ਹੈ ਤੇ ਜਵਾਬ ਕੀ ਹੈ। ਉਸ ਮਿਰਜ਼ਾਈ ਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਏਗਾ। ਕਦੇ ਸੁਣਿਆ ਜੇ ਕਿ ਕਿਸੇ ਕਿਤਾਬ 'ਚ ਪੜ੍ਹਿਆ ਜਾਏ ਤੇ ਖਤਮੇ ਨਬੂਵਤ ਦੀ ਕਿਸੇ ਕਿਤਾਬ 'ਚ? ਕਿੰਨਵਾਂ ਸਵਾਲ ਹੈ ਅਬੂ ਬਕਰ ਭਾਈ? 6ਵਾਂ ਹੀ? ਮੈਂ ਗਲਤ ਨਹੀਂ ਆਖ ਸੜਿਆ? 6 ਨੰਬਰ ਸਵਾਲ ਹਕੀਕਤੁਲ ਵਹੀ ਹੈ ਤੇ ਮੈਂ ਸਫਾ 165 ਹੈ। ਇਸ ਤਰ੍ਹਾਂ ਦਾ ਕੋਈ ਸਫਾ ਹੈ? ਹਾਂ ਸਵਾਲ ਨੰਬਰ 6 ਵੇ ਉਹਦੇ 'ਚ ਇੱਕ ਬੰਦੇ ਨੇ ਉਹ ਡਾਕਟਰ ਅਬਦੁਲ ਹਕੀਮ ਪਟਿਆਲਵੀ ਦੇ ਹਵਾਲੇ ਨਾਲ ਸਵਾਲ ਲਿਖਿਆ ਹੈ। ਯਾਨੀ ਉਹ ਮਿਰਜ਼ਾ ਕਾਦੀਆਨੀ ਨੇ ਆਪ ਹੀ ਉਹਦਾ ਸਾਇਲ ਦੀ ਤਰਫੋਂ ਸਵਾਲ ਲਿਖ ਕੇ ਅੱਗੇ ਜਵਾਬ ਲਿਖਿਆ। ਉਸ ਸਵਾਲ ਨੂੰ ਪੜ੍ਹੋ, ਉਸ ਜਵਾਬ ਨੂੰ ਪੜ੍ਹੋ। ਜਲੇਬੀ ਬਣਾਈ ਪਈ ਹੈ। ਇਹ ਹੁਣ ਕੋਈ ਇੰਨੀ ਗੱਲ ਯਾਦ ਕਰਨੀ ਕੋਈ ਮੁਸ਼ਕਿਲ ਹੈ? ਕੋਈ ਮਿਰਜ਼ਾਈ ਆਉਂਦਾ ਉਹਨੂੰ ਆਖੋ ਵੀ ਯਾਰ ਤੈਨੂੰ ਮੂੰਹ ਮੰਗਿਆ ਇਨਾਮ ਲੈ ਕੇ ਦੇਵਾਂਗੇ ਅਮਰ ਨਜ਼ੀਰ ਕੋਲੋਂ,
ਇਹ ਸਵਾਲ ਨੰਬਰ 6 ਨੂੰ ਨਾ ਆਪਣੇ ਲਫ਼ਜ਼ਾਂ 'ਚ ਪੜ੍ਹ ਕੇ ਉੱਤੋਂ ਨਹੀਂ ਪੜ੍ਹ ਕੇ ਸੁਣਾਉਣਾ, ਉੱਤੋਂ ਨਹੀਂ ਪੜ੍ਹ ਕੇ ਸੁਣਾਉਣਾ, ਜ਼ਬਾਨੀ ਆਪਣੇ ਲਫ਼ਜ਼ਾਂ 'ਚ ਸੁਣਾਉਣਾ। ਸਵਾਲ ਕੀ ਹੈ ਤੇ ਜਵਾਬ ਕੀ ਹੈ, ਉਹ ਹੀ ਰਿਕਾਰਡ ਕਰ ਦਿਓ ਕਿਸੇ ਕੋਲ ਲੈ ਕੇ। ਇੱਕ ਗਲਤੀ ਦਾ ਜ਼ਾਲਾ ਜਿਹੜਾ ਸਫਾ ਖੋਲਿਆ ਸੀ, ਇਹ 12 ਸਫੇ ਦਾ ਰਸਾਲਾ ਹੈ। ਇਹਦੇ 'ਚ ਮਿਰਜ਼ਾ ਕਾਦਿਆਨੀ ਨੇ ਜੋ ਕਿਹਾ ਹੈ ਉਹਦਾ ਖੁਲਾਸਾ ਕੀ ਹੈ। 12 ਸਫੇ ਦੇ ਰਸਾਲੇ ਦਾ ਖੁਲਾਸਾ ਕਰਨਾ ਕੋਈ ਔਖਾ ਹੁੰਦਾ ਹੈ? ਉਹਨਾਂ ਆਖੋ ਇਹ ਖੁਲਾਸਾ ਬਿਆਨ ਕਰ ਦਿਓ, ਅਸੀਂ ਰਿਕਾਰਡ ਕਰ ਲੈਣ, ਕਿ ਕੰਮ ਆ ਜਾਏਗਾ ਯਾਰ। ਦੇ ਹੀ ਨਹੀਂ ਸਕਦੇ ਜਵਾਬ ਇਹਨਾਂ ਗੱਲਾਂ ਦਾ। ਉਹ ਜਲੇਬੀਆਂ ਬਣਾਈਆਂ ਨੇ, ਝੂਠ ਬੋਲੇ ਨੇ ਕਿਤਾਬਾਂ ਦੇ ਵਿੱਚ, ਸਾਰੀਆਂ ਦੇ ਵਿੱਚ। 41 ਨੰਬਰ ਨਿਸ਼ਾਨ ਹੈ, ਉੱਥੇ ਝੂਠ ਬੋਲਿਆ। 42 ਨੰਬਰ ਨਿਸ਼ਾਨ ਹੈ ਕਿ ਕਤਲ ਵਿੱਚ, ਉੱਥੇ ਨਿਸ਼ਾਨ ਝੂਠ ਬੋਲਿਆ। 229 ਸਫਾ ਉੱਥੇ। 43 ਨੰਬਰ ਨਿਸ਼ਾਨ ਹੈ ਉਹ ਮਲਕਵਾਲ ਬੰਦੇ ਮਰ ਗਏ, ਉੱਥੇ ਝੂਠ ਬੋਲਿਆ। ਮੇਰੀ ਕਿਤਾਬ ਕਸ਼ਤੀ ਨੂਜ ਮੈਂ ਲਿਖਿਆ ਬੰਦੇ ਮਰ ਜਾਣ, ਕਿੱਥੇ ਲਿਖਿਆ ਕਸ਼ਤੀ ਨੂਜ? ਕੋਈ ਵੀ ਨਹੀਂ ਲਿਖਿਆ। 41 ਨੰਬਰ ਨਿਸ਼ਾਨ ਹੈ ਉਹ ਕਹਿੰਦਾ ਮੇਰੇ ਉਹ 4 ਮੁੰਡਿਆਂ ਦੇ ਬਾਰੇ ਇਸ਼ਤਿਹਾਰ ਛਾਪਿਆ ਸੀ, ਕਿੱਥੇ ਇਸ਼ਤਿਹਾਰ ਛਾਪਿਆ? ਕੋਈ ਵੀ ਨਹੀਂ ਹੈ। ਉਹ ਤਫਸੀਰਾਂ ਵਾਲਾ ਤੁਹਾਨੂੰ ਦੱਸਿਆ 21 ਨੰਬਰ ਜਿਲਦ ਹੈ, ਉਹਦਾ 249 ਨੰਬਰ ਸਫਾ ਹੈ। ਜਾ ਕੇ ਪੁੱਛੋ ਕਿਹੜੀਆਂ ਮੋਤਬਰ ਤਫਸੀਰਾਂ 'ਚ ਲਿਖਿਆ ਹੈ, ਕਿਹੜੇ ਮੁਫੱਸਰ ਨੇ ਗੱਲ ਲਿਖੀ ਕਿ ਨਬੀ ਪਾਕ ਨੇ ਫਰਮਾਇਆ ਜਦੋਂ ਸੂਰਾ ਕਮਰ ਦੀਆਂ ਆਇਤਾਂ ਨਾਜ਼ਲ ਹੋਈਆਂ, ਸਯੁਹਜ਼ਮੁਲ ਜਮੁ व युवल्लून दुबुर, ਤੇ ਨਬੀ ਪਾਕ ਨੇ ਫਰਮਾਇਆ ਮੈਨੂੰ ਤਾਂ ਨਹੀਂ ਪਤਾ ਇਹ ਪੇਸ਼ਗੋਈ ਕਿਹੜੇ ਮੌਕੇ ਬਾਤ। ਲਿਆਓ ਕਿਹੜੀ ਤਫਸੀਰ 'ਚ ਗੱਲ ਲਿਖੀ। ਯਾਰ ਇਹੋ ਜਿਹੇ ਸਵਾਲ, ਇਹ ਮੈਂ ਹੁਣ ਕਿੰਨੇ ਸਵਾਲ ਬਿਆਨ ਕੀਤੇ ਨੇ, ਇਹ ਤੁਹਾਡੇ ਇਨ ਹੈਂਡ ਹੋਣੇ ਚਾਹੀਦੇ ਨੇ। ਕਿੱਥੇ ਮਰਜ਼ਾਈ ਮਿਲਦਾ, ਠੱਕ ਉਹਦੇ ਮੂੰਹ ਦੇ ਕੇ ਮਾਰੋ ਸਵਾਲ। ਆਇੰਦਾ ਇਹੋ ਜਿਹੀ ਗਲਤੀ ਨਾ ਹੋਵੇ। ਇਹ ਜੇ ਸਵਾਲ ਨੰਬਰ 6 ਇਹਨੂੰ ਆਖੋ 167 ਸਫਾ। ਕਿਸੇ ਮਰਜ਼ਈ ਨੂੰ ਆਖੋ ਵੀ ਇਹ ਸਵਾਲ ਨੂੰ ਪੜ੍ਹ ਕੇ ਨਾ ਆਪਣੇ ਲਫ਼ਜ਼ਾਂ 'ਚ ਸਵਾਲ ਵੀ ਬਿਆਨ ਕਰ ਦੇ, ਇਹਦਾ ਜਵਾਬ ਹੁਸੈਨੀ ਸਾਹਿਬ ਆਂਦੇ ਨੇ ਤੂੰ ਐਸਾ ਸਵਾਲ ਕੀਤਾ ਹੈ ਇਹ ਤੇਰੇ ਬਾਅਦ ਵੀ ਤਬਿੰਦਾ ਰਹੇਗਾ, ਇਹ ਤਬਿੰਦਾ ਰਹੇਗਾ, ਕੋਈ ਬੰਦਾ ਇਹਦਾ ਜਵਾਬ ਨਹੀਂ ਦੇ ਸਕਦਾ। ਇਹਨੂੰ ਪੜ੍ਹ ਕੇ ਇਹਦਾ ਜਿਹੜਾ ਬੰਦਾ ਜਵਾਬ ਦੇ ਦੇਵੇ ਆਪਣੇ ਲਫ਼ਜ਼ਾਂ 'ਚ, ਉਹਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਏਗਾ। ਕੋਈ ਮਰਜ਼ਾਈ ਹੈ? ਹੁਣ ਇਹ ਕਹਿਣਾ ਔਖਾ, ਕੋਈ ਇੰਨਾ ਕਹਿਣਾ ਔਖਾ ਜਿਹੜੀ मैं गल की रहील भाई, इतनी बात करना कोई मुश्किल है कि भाई यार सवाल नंबर 6 का अपने लफ्जों में आप सवाल भी और जवाब भी बयान कर दो तो हम आपको मुंह मंगा नाम देंगे। वहां जवाब है ही नहीं, सवाल कुछ और है, जवाब कुछ और है, जलेबी बनाई हुई है। हाँ देखें कितने कितने बनाए हुए हैं PDF माशाल्लाह। तो ऐसे ये हाथ में होना चाहिए भाईजान, हर वक्त हाथ में होना चाहिए ना, ऐसे तो नहीं होना चाहिए। वो मुझे इसलिए गुस्सा है कि माशाल्लाह इतने सीनियर बंदे बैठे हुए हैं और उसके साथ वैसे ही मौसम का हाल पूछा जा रहा है, भाई बर्फ पई है कि नहीं, धुप चढ़ी है कि नहीं। करो गल जिन्हें करनी है। अस्सलाम वालेकुम अबू बकर भाई, ये हवाला मनु भी सेंड करियो, आ PDF फाइल। सवाल नंबर 6 वाला, हाँ जी, ये तो की कतल भाई है ना 167 सफा 22वीं जिल्द तक खोल लो तो पे है सवाल। आमिर ਉਹਨੇ नज़ीर सेंड ये कर ਜਿਹੜੇ ਦਿੰਦੇ ਨਾ ਸਾਹਿਬ ਤੇ ਉਹ ਸੇਵ ਹੋ ਜਾਂਦਾ ਹੈ ਫਾਈਲ ਵਿੱਚ। ठीक जी मुफ्ता भाई, ਇਹ ਜਿਹੜੇ ਸਾਹਿਬ ਆਏ ਸਨ ਦੱਸ ਰਹੇ ਸਨ ਭਾਈ ਜੀ ਪਹਿਲੇ ਚਰਚ ਸੀ, ਇਹ ਕਿਹੜੀ ਜਗ੍ਹਾ ਦੇ ਸਨ, ਕਿੱਥੇ ਕਿਹੜੇ ਜਗ੍ਹਾ ਦਾ ਸਰ? ਉੱਥੇ ਇਹ ਇਸ ਵੇਲੇ ਜੁਮਾ ਕਿੱਥੇ ਪਿਆ ਹੁੰਦਾ ਹੈ? ਅਮਰੀਕਾ ਵਿੱਚ। ਅੱਛਾ ਅਮਰੀਕਾ ਦੱਸ ਰਹੇ ਸਨ, ਠੀਕ ਹੈ ਠੀਕ ਠੀਕ। ਅਮਰੀਕਾ ਜਾਂ ਉਹ- ਕੈਨੇਡਾ ਹੀ ਹੋਏਗਾ ਨਾ ਇਸ ਵੇਲੇ ਜੁਮਾ ਅਸਾਂ- ਦੇ ਟਾਈਮ ਤੇ। ਅੱਛਾ ਅੱਛਾ, ਨਹੀਂ ਮੈਂ ਉਹ ਗੱਲ ਸੁਣੀ ਨਹੀਂ, ਮੈਂ ਉਸੇ ਲਈ ਆਇਆ ਤਾਂ ਬਸ ਉਹ ਦੇਖਿਆ ਹੀ ਹੈ ਭਾਈ, ਗੱਲ ਇਤਨੀ ਹੈ ਕਿ ਸੁਣੀ ਹੈ। ਇੱਥੇ ਕਈ ਚਰਚ ਨੇ ਲੈ ਕੇ ਮਸਜਿਦਾਂ ਬਣਾਏ ਨੇ, ਬਲਕਿ ਪਬ ਨੇ ਐਸੇ ਨਾਰਮਲ ਜਿਹੜੇ ਅਬੈਂਡਨਟ ਹੋ ਗਏ ਨੇ। ਹਾਂਜੀ ਜੀ ਹਾਂ, ਇਹ ਆਮ ਇੱਕ ਚੀਜ਼ ਹੈ, ਕਈ ਜਗ੍ਹਾ ਨਮਾਜ਼ ਪੜ੍ਹੀ ਹੈ ਪਹਿਲੇ ਉਹ ਚਰਚ ਇਹਨਾਂ ਸੀ। ਨੂੰ ਇਹਨਾਂ ਉਹਦੇ ਅੱਗੇ ਕੋਈ ਚੀਜ਼ ਰੱਖੀ ਹੁੰਦੀ ਉਹਨੂੰ ਇਹ ਭੁੱਲ ਜਾਣਾ, ਚਰਚ ਉੱਤੇ ਨਹੀਂ ਯਾਦ ਹੋਣਾ ਆ ਇਹ ਚਰਚ ਤਾਂ ਹੀ ਕਿਉਂਕਿ ਇਹਨਾਂ ਉਹਨੂੰ ਰਿਲੈਕਸੇਸ਼ਨ ਦਿੱਤੀ ਸੀ ਨਾ, ਰਿਲੈਕਸੇਸ਼ਨ ਦਿੱਤੀ ਸੀ, ਉਹ ਆਪਣੇ ਆਰਾਮ ਨਾਲ ਚਰਚ ਬਹਾਨ ਲੱਗਿਆ, ਚਰਚ ਅਸਾਂ ਲੈ ਕੇ ਇਬਾਦਤ ਕਰ ਜੇ ਚਰਚ ਇਹਦੇ ਨਾਲੋਂ ਬਿਹਤਰ ਸੀ। ਉੱਥੇ ਵੀ ਖੁਦਾ ਦੇ ਬੇਟੇ ਪੂਜਾ ਹੁੰਦੀ ਸੀ ਨਾ, ਤੇ ਤੁਹਾਡੇ ਵੀ ਅੰਤ ਮਿੰਨੀ ਬੇਮੰਜ਼ਲਾ ਤੇ ਵਲਦ ਇਲਾਮ ਹੋਏ ਨੇ ਵੇ ਫਰਕ ਕੀ ਉਹ ਬਲਕਿ ਆਸਾਨ ਚਰਚ ਦੀ ਜਿਹੜੀ ਹੈ ਨਾ ਪਰਮਿਸ਼ਨ ਆਸਾਨ ਹੁੰਦੀ ਹੈ। ਵਾਲੇਕੁਮ ਸਲਾਮ ਰਹਿਮਤੁल्लाह। ਆਮਰ ਭਾਈ ਪੋਰ ਕੋ कहने ਦੀ ਇਹਨਾਂ ਨੂੰ ਬੜੀ ਸਮਝ ਆਈ ਹੈ, ਪੁੱਛਦੇ ਨੇ ਇਹ ਕੀ ਹੁੰਦਾ ਹੈ, ਉਹਦੀ ਬੜੀ ਸਮਝ ਆਈ। ਅਬਦੁੱਲਾ ਸਵਾਲ ਹਰ ਵਕਤ ਹੱਥ 'ਚ ਹੋਣਾ ਚਾਹੀਦਾ। ਦੱਸ ਅਬਦੁੱਲਾ ਤੈਨੂੰ ਇੱਥੇ ਮਰਜ਼ਾਈ ਮਿਲ ਜੇ ਕਿਹੜਾ ਸਵਾਲ ਕਰੇਗਾ? ਅਚਾਨਕ ਆ ਗਿਆ ਮਰਜ਼ਾਈ ਇੱਥੇ ਬਰਾੜ ਤੇ, ਤੈਨੂੰ ਮੌਕਾ ਦੇਤਾ, ਮਾਈਕ ਤੇਰੇ ਹੱਥ 'ਚ, ਕੀ ਕਰੇਗਾ ਸਵਾਲ ਪਹਿਲਾਂ? ਸਿਗਨਲ ਦਾ ਮਸਲਾ ਅਬਦੁੱਲਾ ਦਾ। ਮੈਨੂੰ ਤਾਂ ਜਿੱਥੇ ਵੀ ਪੁੱਛਦੇ ਆ ਭਾਈ ਕਿਉਂ ਛੱਡੀ ਆ, ਮੈਂ ਨਾ ਮਿਰਜ਼ਾ ਝੂਠਾ ਸੱਚਾ ਸਾਬਤ ਕਰ ਦਿਓ, ਇੱਧਰ ਲਿਆਓ ਮੇਰੇ ਸਾਹਮਣੇ। ਤੁਸਾਂ ਦੇ ਤਲਤ ਦੀ ਜੰਜ ਚਾੜ ਸੜੀ ਉਸ ਦੇੜੇ।
ਪਰਤ ਕੇ ਨੇੜੇ ਵੀ ਤੇ ਨਹੀਂ ਨਾ ਆਇਆ ਤੁਹਾਡੇ। ਨਾ ਨਾ ਉਹ ਨਹੀਂ ਆਇਆ ਨੇੜੇ ਪਰਤ ਕੇ। ਉਹੀ ਗੱਲਾਂ ਕਾਫੀ ਨੇ ਬਈ, ਇਹਨਾਂ ਚ ਕੋਈ ਗੱਲ ਵੀ ਦੱਸ ਛੜੋ ਸੱਚੀ, ਸਾਰੇ ਝੂਠ ਮਾਰੇ ਨੇ, ਸਭ ਝੂਠ ਹੈ। ਉਹ ਪੂਰੀ ਬਰਾੜ ਹਾਂ ਸੁਣੀ ਸੀ ਤਾਂ ਜਿਹੜੀ ਸਾਕੀ ਬਾਈ ਦੀ ਹੋਈ ਸੀ ਤਾਂ। ਅਸਲਾਮ ਵਾਲੇਕਮ ਸਭ ਦੋਸਤਾਂ ਨੂੰ। ਉਹ ਬੜਾ ਮਜ਼ਾ ਆਇਆ ਸੀ ਤਲਤ ਮਲਕ ਦੇ ਨਾਲ ਉਹ ਗਾਲਾਂ ਤੇ ਆ ਗਏ ਸਨ ਮਲਕ ਸਾਹਿਬ ਆਖਰ ਤੇ। ਉਹ ਹੁਣ ਵੀ ਮੈਨੂੰ ਗਾਲਾਂ ਹੀ ਕੱਢਦਾ ਜਿੱਥੇ ਵੇਖ ਲੈ। ਅੱਛਾ ਕੱਲ ਅਮਰ ਬਾਈ ਮੈਂ ਪਹਿਲੀ ਦਫਾ ਨਾ ਓਪਨ ਆਈ ਦੀ ਮਰਤਈਆਂ ਦੀ ਬਰਾੜ ਕਿਸੇ ਦੇ ਉੱਤੇ ਚੜਿਆ ਤੇ ਉੱਥੇ ਗੁਫ਼ਤਗੂ ਪਹਿਲੇ ਹੋ ਰਹੀ ਸੀ ਕੁਰਾਨ ਦੀ ਇੱਕ ਆਇਤ ਜਿਹਦਾ ਹੈ ਕਿ ਅਗਰ ਤੁਮੇ ਨਬੀ ਆਵੇਂ, ਇਹ ਲਈ ਆਇਤ ਬਾਰ ਬਾਰ ਬਿਆਨ ਕਰਦੇ ਨੇ। ਤੇ ਉਹ ਮੈਂ ਜਦੋਂ ਚੜਿਆ ਤੇ ਤਰਜਮਾ ਉਹਨੇ ਮੇਰੇ ਅੱਗੇ ਕੀਤਾ, ਜਬ ਤੁਮ ਮੈਂ ਨਬੀ ਆਵੇਂ। ਮੈਂ ਕਿਹਾ ਇਹ ਤੁਸੀਂ ਕੀ ਕਰ ਰਹੇ ਹੋ ਤਰਜਮਾ? ਤਰਜਮਾ ਇਹ ਤੇ ਹੈ ਹੀ ਨਹੀਂ, ਇਹ ਤੇ ਅਗਰ ਹੈ। ਅਗਰ ਇਹ ਤੇ ਜਬ 'ਚ ਫਰਕ ਨਹੀਂ ਹੈ। ਜਬ ਤੇ ਹੁੰਦਾ ਕਨਫਰਮ, ਕਨਫਰਮ ਗੱਲ ਹੋਵੇ ਤੇ ਫਿਰ ਜਬ ਹੁੰਦਾ, ਤੇ ਜੇ ਅਗਰ ਹੋਵੇ ਤੇ ਉਹ ਤੇ ਇੱਕ ਸਵਾਲੀਆ ਨਿਸ਼ਾਨ ਹੈ, ਹੋ ਵੀ ਸਕਦਾ ਨਹੀਂ ਵੀ ਹੋ ਸਕਦਾ। ਤੁਸੀਂ ਇੱਥੇ ਕਾਤੋਂ ਉਹ ਫਿਰ ਜੇ ਅਗਰ ਠੀਕ ਹੈ ਜੀ ਠੀਕ ਹੈ। ਅੱਛਾ ਬਹਿਸ ਹੁੰਦੀ ਰਹੀ ਤੇ ਮੈਂ ਕਿਹਾ ਇਹਦਾ ਮਤਲਬ ਤੁਸੀਂ ਫਿਰ ਮਿਰਜ਼ਾ ਸਾਹਿਬ ਨੂੰ ਨਬੀ ਲੈਂਦੇ ਹੋ? ਇਹ ਜੀ ਬਿਲਕੁਲ। ਮੈਂ ਕਿਹਾ ਉਸ ਤੋਂ ਬਾਅਦ ਵੀ ਨਬੀ ਆਉਣਗੇ? ਇਹ ਜੀ ਬਿਲਕੁਲ ਆਉਣਗੇ। ਮੈਂ ਕਿਹਾ ਤੁਹਾਡੇ ਮਿਰਜ਼ਾ ਤਾਹਿਰ ਸਾਹਿਬ ਜਿਹੜੇ ਮੌਜੂਦਾ ਖਲੀਫਾ ਨੇ ਉਹਨਾਂ ਨੇ ਕਿਹਾ ਨਬੀ ਆ ਹੀ ਨਹੀਂ ਸਕਦਾ। ਜਦੋਂ ਮੈਂ ਗੱਲ ਕੀਤੀ ਰਹੀ ਜਿਵੇਂ ਰੋਸ਼ਨੀ ਨਹੀਂ ਮੁੱਕ ਜਾਂਦੇ ਚਿਰਾਗਾਂ ਦੇ ਵਿੱਚ, ਇੰਝ ਹੋ ਗਿਆ ਉਹਨਾਂ ਦਾ। ਮੇਰੇ ਕੋਲ ਵੀ ਟਾਈਮ ਥੋੜਾ ਸੀ, ਮੈਂ ਪਹਿਲੇ ਹੀ ਉਹਨਾਂ ਨੂੰ ਕਿਹਾ ਸੀ ਮੈਂ ਜ਼ਿਆਦਾ ਟਾਈਮ ਨਹੀਂ ਲਾਂਗਾ, ਮੈਂ ਜਾਣਾ ਸਿਰਫ ਤੁਹਾਡੇ ਨਾਲ ਗੱਲ ਕਰਨੀ ਹੈ। ਤੇ ਇਹਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਹੈਗਾ। ਬਿਹਤਰੀਨ, ਇਹ ਵੀ ਠੀਕ ਹੈ। ਲੇਕਿਨ ਇਹਦੇ ਨਾਲੋਂ ਵੀ ਵੱਡਾ ਜਵਾਬ ਇੱਕ ਹੈ, ਇਹ ਵੀ ਬਹੁਤ ਬਿਹਤਰੀਨ, ਇਹਦੇ ਚ ਕੋਈ ਗੁੰਜਾਇਸ਼ ਨਹੀਂ ਹੈ। ਯਾਨੀ ਇਹਦੇ ਮੈਂ ਖੁਦ ਸੁਣੀ ਹੈ ਨਾ ਵੀਡੀਓ ਜਿਹਦੇ ਵਿੱਚ ਮਿਰਜ਼ਾ ਤਾਹਿਰ ਨੂੰ ਬੱਚੇ ਪੁੱਛਦੇ ਨੇ ਕਿ ਨਬੀ, तो ਉਹਨੇ ਕਿਹਾ ਕਹਾਂ ਲਿਖਾ ਹੈ, ਕਹਾਂ ਲਿਖਾ ਨਬੀ ਆਏਗਾ? ਕੋਈ ਨਹੀਂ, ਮਿਰਜ਼ਾ ਸਾਹਿਬ ਆਖਰੀ ਨਬੀ ਨੇ। ਇੱਕ ਹੋਰ ਵੀ ਜਵਾਬ ਇਹਦਾ ਹੈ। ਅਬੂ ਬਕਰ ਭਾਈ ਕੀ ਜਵਾਬ ਇਹਦਾ? ਮੈਂ ਦੂਜਾ ਜਵਾਬ ਮੈਂ ਦੇਣ ਲੱਗਾ ਹਾਂ, ਪੁੱਛਣ ਲੱਗਾ ਮੈਂ ਜਿਹੜਾ ਹੋਰ ਨਬੂਵਤ ਦੇ ਦਾਅਵੇ ਕੀਤੇ ਨੇ ਉਹ ਜ਼ਾਹਿਦ ਦੇ ਜਾਂ ਹੋਰ ਇਸ ਤਰ੍ਹਾਂ ਦੇ, ਉਹਨਾਂ ਦੇ ਬਾਰੇ ਤੁਹਾਡੀ ਕੀ ਰਾਏ ਹੈ? अस्सलाम वालेकुम। ਵਾਲੇਕੁਮ ਸਲਾਮ। ਬਲਾਲ ਭਾਈ ਇਹਦਾ ਕੀ ਜਵਾਬ ਹੈ? ਸੂਰਾ ਰਾਫ 35 ਨੰਬਰ ਦਾ ਕੀ ਜਵਾਬ ਹੈ? ਇਹਦਾ ਜਵਾਬ ਮੇਰੇ ਵੱਲੋਂ ਤੇ ਇਹੀ ਆ ਕਿ ਇਹਦਾ ਜਿਹੜਾ ਫਹਿਮ ਇਹਦਾ ਮਿਰਜ਼ਾ ਕੌਣ ਮਿਊਟ ਕਰਨ ਲੱਗੇ ਬਲਾਲ? ਯਾਰ ਮੈਨੂੰ ਸੌਰੀ ਮੈਨੂੰ ਕੋਈ ਨਹੀਂ ਨਹੀਂ ਮਿਊਟ ਕੋਈ ਨਹੀਂ ਕਰ ਰਿਹਾ, ਮੈਨੂੰ ਕਾਲ ਅਸਲ ਚ ਆ ਰਹੀ। ਮੈਂ ਇੱਥੇ ਆਇਆ ਸੀਗਾ ਆਪਣਾ ਦੂਜੇ ਸ਼ਹਿਰ ਦੇ ਵਿੱਚ ਤੇ। ਅੱਛਾ ਇਹਦੀ ਜਿਹੜੀ ਤਫਸੀਰ ਮਿਰਜ਼ਾ ਕਾਦੀਆਨੀ ਨੇ ਬਿਆਨ ਕੀਤੀ ਹੈ ਨਾ ਰਾਜਾ ਸਾਹਿਬ, ਬਸ ਜੀ ਜੀ ਉਹ ਮੈਨੂੰ ਕਬੂਲ ਹੈ। ਉਹ ਕੱਢੋ, ਉਹ ਕੱਢੋ ਉੱਥੇ ਜੇ ਤੇ ਲਿਖਿਆ ਹੈ ਨਬੀ ਆਵੇਂਗੇ ਤੇ ਫਿਰ ਮੰਨ ਲੈਣੇ ਆ। ਅਮਰ ਭਾਈ ਜੇ ਆਪਣੇ ਭਰਾ ਤੇ ਕਿਸੇ ਨੂੰ ਗੁੱਸਾ ਹੋਵੇ ਤੇ ਕੱਢ ਲੈਣਾ ਚਾਹੀਦਾ। ਮੈਨੂੰ ਬੜਾ ਗੁੱਸਾ ਜੇ ਇਹਦੇ ਤੇ। WhatsApp ਤੇ ਜਾ ਕੇ ਕੱਢਣਾ ਚਾਹੀਦਾ। ਮੈਨੂੰ ਵੀ ਚੜਿਆ ਸੀ ਸਵੇਰੇ, WhatsApp ਤੇ ਕੱਢੋ। ਨਹੀਂ ਉਹ ਦੂਜੇ ਤੇ ਮੈਂ ਕੱਢ ਲਿਆ ਸੀ ਰਾਤੀ। ਚਲੋ ਕੋਈ ਨਹੀਂ, ਗੱਲ ਜਿਹਦੇ ਤੇ ਫਰਾਡ ਸੀ ਨਾ, WhatsApp ਤੇ ਕੱਢੋ, ਸਾਰਿਆਂ ਤੇ ਗੁੱਸੇ ਕੱਢੋ, ਲੇਕਿਨ WhatsApp ਤੇ ਕੱਢੋ, ਇੱਥੇ ਨਾ ਕੱਢੋ। ਇੱਥੇ ਬੜਾ ਅੱਗੇ ਪਤਾ ਨੁਕਸਾਨ ਹੋਇਆ, ਕਈ ਮਹੀਨੇ ਦਾ ਨੁਕਸਾਨ ਹੈ। ਅਸੀਂ ਉਹਨੂੰ ਪਈਏ ਰਿਕਵਰ ਕਰਨੇ ਆ ਤੇ ਇਨਸ਼ਾਅੱਲਾ। ਨਹੀਂ ਆਪਣੇ ਭਰਾ ਤੇ ਨਹੀਂ ਮੈਂ ਗੱਲ ਕਰਾਂਗਾ ਇੱਥੇ ਬਰੋਡ ਤੇ, ਲੇਕਿਨ ਉਹ ਦੂਜੇ ਨੂੰ ਮੈਂ ਰਾਤੀ ਬਰੋਡ ਤੇ ਹੀ ਸੁਣਾਈਆਂ ਸਨ। ਟਰੈਕ ਤੇ ਆ ਰਿਹਾ ਆਸਤਾ ਆਸਤਾ ਕਾਫਲਾ ਖਤਮੇ ਨਬੂਵਤ ਦੇ ਮੁਜਾਹਿਦਾਂ ਦਾ। ਬਸ ਇਹਨੂੰ ਇੱਥੇ ਹੀ ਰੱਖੋ, ਟਰੈਕ ਤੇ ਰੱਖੋ, ਛੱਡੋ। ਜਿਹੜੀ कोई गलबात करनी है WhatsApp पे कर लो। रहील भाई पता है आपको इस सवाल का जवाब? ये जो सूरा राफ की आयत 35 है ना, इसमें वो मिर्जा कादियानी की तफसीर खोल के देखें तो उसने इजराए नबूवत का अकीदा नहीं बयान किया। मिर्जाई उससे भी ज्यादा मारफ निकाल रहे हैं कुरान के। जी ये इस आयत को तो मिर्जा कादियानी ने भी दलील नहीं बनाई ना, जो दलील ये बनाते हैं। और दूसरी बात ये है कि ये आयत तो पेश की थी भाइयों ने, भाइयों से ली। बिल्कुल बिल्कुल ठीक। तो भाइयों को जवाब दिया इनके खलीफा ने हदीसों से। तो असल तो ये इन्होंने, जिस तरह हम कहते हैं कि मिर्जा कादियानी का जो अकीदा है वो उसने लिया है पिछले जितने नबूवत के दावेदार थे ना, झूठे नबूवत के दावेदार, मुसलमा कज़्ज़ाब से लेकर बाउल्ला ईरानी तक, उन्हीं में से कुछ ना कुछ इसने लेकर जो है आगे पेश किया। ये आयत भी जो है मिर्जाई उसी में से लेते हैं, भाइयों से।
جی السلام علیکم بلکہ عمر اس بھائی آیت سے آواز تو آ انہوں رہی ہے نے آگے کال آ گئی تشریح تھی نبوت جو ہے وہ انہوں نے جاری کی ہوئی ہے بالکل اس ٹھیک ہے، آیت کا وعلیکم جواب۔ السلام عبداللہ، کر لو پہلے۔ وعلیکم السلام۔ جی عمر بھائی آج سوال ہے نا تو یہ کرنا ہے کہ حدیث مبارکہ ہے کہ رسول اللہ صلی اللہ علیہ وسلم نے فرمایا کہ تمام انبیاء نے جڑا دجال دے فتنے تو ڈرایا اپنی امتاں نو، کیا مرزا غلام احمد قادیانی نے اپنی امت مرزیہ نو ڈرایا ہے دجال دے فتنے تو؟ نہیں یہ جواب تو دے لین گے بھی دجال ہی تو کرتا رہا وے، انگریزاں نو پادریاں نو دجال آندا رہا، کدے اقبال مند قوماں نو دجال آندا رہا، ذکر تو کرتا ہی رہا نا دجال۔ یعنی اپنی امت نو پھر انہیں دجال دے فتنے تو ڈرایا ہے ہاں لیکن دجال نو قتل نہیں کیتا، وہ دلیل دے کے اندر قتل کر گیا تو جدو پھر ایسا مطلب ہے کہ اگوں نبوت باندھے اگے آنے والے جڑے نبی نے وہ کس طرح دجال تو ڈراون گے؟ ہاں اے گل ٹھیک ہے، جے دجال قتل ہو گیا ہے تے سارے نبیاں نے دجال تو ڈرانا تے کوئی نبی نہیں آونا تے جے آوے گا تے کیڑے دجال تو ڈرائے گا؟ بالکل اچھا جی، اچھا سوال ہے سلطان صاحب، دیکھا جی کنا میں یہ بتانا چاہتا ہوں کہ یہ جو صورت الاعراف کا ترجمہ کہتے ہیں نا بھی حق حاصل نئے نئے معارف یعنی کہ نکلتے رہتے ہیں، تو بشیر الدین محمود اپنے خطبے کے اندر نا کسی نے کوئی ترجمہ کیا یعنی کہ کسی آیت کا ترجمہ کیا جو مرزا صاحب کے ترجمے کے خلاف تھا، یا وہ مفہوم لیا جو مرزا صاحب کے مفہوم کے خلاف تھا، تو بشیر الدین محمود کہتا ہے کہ یہ کسی کو حق حاصل نہیں ہے کہ حضرت صاحب نے کوئی مفہوم لیا ہو تو اس کے خلاف یعنی بیان کرے، یعنی وہ تو لے سکتا ہے جو حضرت صاحب نے نہ لیا ہو، تو اگر کسی آیت کا یا مثال یعنی کہ آیت کا ترجمہ یا مفہوم حضرت صاحب نے بیان کر دیا ہے تو اس کے خلاف کسی کو حق حاصل نہیں کہ اس کے خلاف لیں، یعنی تو یہ ثابت ہوا کہ اگر مرزا صاحب نے سورۃ الاعراف کی آیت 35 کا جو ترجمہ یا مفہوم بیان کیا ہے، قادیانیوں کو حق حاصل نہیں ہے کہ اس کے خلاف لیں، اگر مرزا صاحب نے اس کا ترجمہ یا مفہوم نہ بیان کیا ہوتا تو پھر ان کو حق حاصل تھا کہ یہ کوئی اور ترجمہ یا مفہوم لے سکتے تھے۔ سیر الدین محمود احمد کا حوالہ مانگ رہے ہیں نیچے۔ چلو وہ ابھی تو نہیں، جیسے آپ کو پہلے بھیجا تھا نا، میں یہ بھی حوالہ آپ کو پھر بھیج دوں گا، تو ابھی میں اچانک یعنی یہ بات ہوئی ہے تو اس وجہ سے میں نے بات کر دی ہاں ہے، جی، لیکن بات اس یہ میں ابھی لکھی میں ہوئی نے ہے، ہاں لکھی جی ہوئی یہ ہے۔ پڑھا میں نے ابھی 3-4 دن پہلے میں نے پڑھا، نشان میں نے لگایا ہوا ہے، تو میں حوالہ آپ کو دے دوں گا، یعنی کہ یعنی اس میں یہ بھی بات چل سکتی ہے کیونکہ اس نے کہا ہے کہ جس آیت کا یعنی کہ ترجمہ یا مفہوم مرزا صاحب نے لیا ہے اس کے خلاف جو ہے نا جماعت کو حق حاصل نہیں کہ وہ اپنی طرف سے کوئی ترجمہ یا مفہوم کوئی بھی بندہ ان کا لے، تو کیونکہ سورۃ الاعراف آیت 35 کا یعنی مفہوم مرزا صاحب نے بیان کیا ہوا ہے، اس لیے ان کو حق حاصل نہیں کہ اس کے خلاف بیان کریں۔ ٹھیک ہو گیا، بہت اللہ۔ اب اگر یہاں پر مرزئی مل جائے آپ کو جہاں آپ بیٹھے ہیں گلی کچھے، ایک ایک سوال سارے اپنا اپنا بتائیں، کیا کیا سوال کریں گے؟ فوراً ایسا سوال آپ کے ہاتھ میں ہونا چاہیے کہ بھائی سوال سن کے مرزائی ٹھٹھمبر جائے۔ سلطان صاحب آپ ہی شروع کریں، آپ کو یہاں مرزائی مل جاتا ہے، ہم سارے میوٹ لگا لیتے ہیں، مرزائی آ گیا، کیا سوال کریں گے پہلے اس سے؟ دیکھو میرا تو بھائی عامر صاحب میری ان کے ساتھ فزیکلی بات ہوتی رہی ہے، میرا زیادہ جو مرزا غلام قادیانی کے کردار وغیرہ یا اس کے جھوٹ پر بات نہیں ہوتی تھی، میری جو ہے نا زیادہ عیسیٰ علیہ السلام کے موضوع پر ہوتی رہی، اور میں تو عام طور پر جو سوال یعنی کہ کرتا ہوں تو وہ 4 وعدے والا ہی کرتا ہوں کہ یعنی کہ وہ واعظ قال اللہ یا عیسیٰ انی متوفی کا ورافع کا الیہ میں 4 وعدے، اور مرزا صاحب نے فرمایا ہے کہ یہ آیت عیسیٰ علیہ السلام کو بچانے کے وعدے کے طور پر ہوئی تھی، تو یعنی ان 4 وعدوں میں سے کون سے وعدے پر عمل کر کے حضرت عیسیٰ علیہ السلام کو بچایا؟ ایک
ये भी ठीक है, पर सवाल हर वक्त हर बंदे के हाथ में होना चाहिए एक ना एक। फिर है अजीजो, ये जान लो कि हमारे रसूल सल्लल्लाहु अलैहि वसल्लम की जिंदगी नसूस हदीसा से साबित है, और रसूलुल्लाह सल्लल्लाहु अलैहि वसल्लम ने फरमाया है कि मैं अपनी कब्र में 3 या 40 दिन तक मुर्दा नहीं रहूंगा, नहीं रहूंगा बख्तलाफ रवायत, बल्कि मैं जिंदा किया जाऊंगा और आसमान की तरफ उठाया जाऊंगा। रसूलुल्लाह की जिंदगी नसूस हदीसा से साबित है, और रसूलुल्लाह ने फरमाया मैं अपनी कब्र में 3 या 40 दिन तक मुर्दा नहीं रहूंगा बख्तलाफ रवायत, बल्कि मैं जिंदा किया जाऊंगा और आसमान की तरफ उठाया जाऊंगा। हवाला है की है मोहम्मदुल बुशरा। हमामतुल बुशरा, सफा नंबर की है बहुत अल्लाह। ਇਹ ਸਵਾਲ ਵੇਖੋ ਨਾ, ਪਾਕਟ ਬੁੱਕ ਵਾਲੇ ਸਵਾਲ ਪੁਰਾਣੇ ਹੋ ਗਏ ਨੇ। ਇੰਜ ਦੇ ਸਵਾਲ ਹੋਣੇ ਚਾਹੀਦੇ ਨੇ ਜਿਹੜੇ ਮਿਰਜ਼ਾਈ ਨੇ ਕਦੇ ਸੁਣੇ ਵੀ ਨਾ ਹੋਣ। ਮਿਰਜ਼ਾਈ ਸਵਾਲ ਸੁਣਦੇ ਹੀ ਠਠੰਬਰ ਜਾਏ ਵੀ ਇਹ ਕੀ ਹੋ ਗਿਆ, ਜਿਹਨੂੰ ਕਹਿੰਦੇ ਨੇ ਨਾ ਸਰ ਮੰਡਵਾ। ਉਹ ਮੇਰਾ ਇੱਕ ਯਾਰ ਸੀ, ਉਹ ਕਹਿੰਦਾ ਸੀ ਜਿਹੜੇ ਇੱਕ ਹੁੰਦੇ ਨੇ ਕੱਚੇ ਚੋਰ, ਇੱਕ ਹੁੰਦੇ ਨੇ ਪੱਕੇ ਚੋਰ। ਜਿਹੜਾ ਚੋਰ ਪੁਲਿਸ ਫੜ ਕੇ ਲੈ ਆਵੇ, ਜੇ ਉਹ ਥਾਣੇ ਦੀ ਡੇਵੜੀ ਲੰਘ ਜੇ ਨਾ, ਪਤਾ ਜੇ ਡੇਵੜੀ ਪੁਰਾਣੇ ਥਾਣੇ ਜਿੰਨੇ ਨੇ ਉਹਨਾਂ ਦੇ ਪਹਿਲਾਂ ਵੜਦੇ ਡੇਵੜੀ ਹੁੰਦੀ ਹੈ, ਵੱਡਾ ਗੇਟ ਹੁੰਦਾ ਹੈ ਤੇ ਉਹਦੇ ਅੰਦਰ ਬਰਾਂਡਾ ਜਿਹਾ ਹੁੰਦਾ ਹੈ, ਉਹਨੂੰ ਡੇਵੜੀ ਕਹਿੰਦੇ ਨੇ। ਸੱਜੇ ਖੱਬੇ ਬਣੀ ਹੁੰਦੀ ਹੈ ਹਵਾਲਾਤ। ਜਿਹੜਾ ਡੇਵੜੀ ਲੰਘ ਜੇ ਉਹ ਨਹੀਂ ਫਿਰ ਕੋਈ ਚੋਰੀ ਮੰਨਦਾ, ਉਹਨੂੰ ਜਿੰਨਾ ਮਰਜ਼ੀ ਫੈਂਟਾ ਚੜ ਲਓ। ਜਿਹੜਾ ਡੇਵੜੀ ਦੇ ਵਿੱਚ ਹੀ ਮੂਤਰ ਕਰ ਛੜੇ ਨਾ, ਸ਼ਲਵਾਰ ਗਿੱਲੀ ਕਰ ਛੜੇ, ਕਿਉਂਕਿ ਉੱਥੇ ਡੇਵੜੀ ਦੇ ਪਿੱਛੇ ਹੀ ਖਲੋਤੇ ਹੁੰਦਾ ਸੰਤਰੀ। ਉਹ ਜੂੰ ਹੀ ਚੋਰ ਨੂੰ ਅੰਦਰ ਬੂਹੇ ਤੋਂ ਕਰਦੇ ਨੇ ਤਾਂ ਪਹਿਲੀ ਸੱਟ ਉਹ ਮਾਰਦਾ ਹੈ ਤੇਰੇ ਵੱਡੇ ਫਲਾਣੇ ਢਿੰਗੇ ਦੀ, ਤੇ ਉਹ ਉੱਥੇ ਢਾ ਲੈਂਦੇ ਨੇ ਉਹਨੂੰ ਚੋਰ ਨੂੰ। ਤੇ ਜਿਹੜਾ ਉਹ ਡੇਵੜੀ ਕੋਈ 7-8 ਸੱਟਾਂ ਖਾ ਕੇ ਲੰਘ ਜੇ ਨਾ, ਉਹ ਨਹੀਂ ਫਿਰ ਚੋਰੀ ਮੰਨਦਾ। ਤੇ ਜਿਹੜਾ ਪਹਿਲੇ ਪੌਂਦ ਵੜਦੇ ਹੀ ਸੱਟ ਪੈਂਦੇ ਹੀ ਸ਼ਲਵਾਰ ਗਿੱਲੀ ਕਰ ਛੜੇ, ਸਮਝੋ ਇਹ ਕੱਚਾ ਚੋਰ ਹੈ, ਸਾਰੀਆਂ ਮੰਨੇਗਾ, ਇਹ ਸਾਰੇ ਪਿੰਡ ਨੂੰ ਗ੍ਰਿਫਤਾਰ ਕਰਵਾਏਗਾ। ਮਰਜ਼ਾਈ ਤੇ ਇੰਝ ਹੋਣਾ ਚਾਹੀਦਾ ਹੈ, ਜਿਉਂ ਹੀ ਤੁਹਾਡੇ ਡੇਵੜੀ 'ਚ ਵੜਿਆ ਤੇ ਪੈਂਦੇ ਹੀ ਉਹਦੇ ਸੱਟ ਪੈਣੀ ਚਾਹੀਦੀ ਧੌਣ 'ਚ, ਸੰਤਰੀ ਬੂਹੇ ਦੇ ਪਿੱਛੇ ਖਲੋਤੇ ਹੋਣਾ ਚਾਹੀਦਾ ਹੈ। ਅੱਛਾ ਅਮਰ ਭਾਈ, ਇਹ ਟੌਪਿਕ ਤੋਂ ਜ਼ਰਾ ਹਟ ਕੇ ਸਵਾਲ ਆ ਕਿ ਕੋਈ ਕਿਸੇ ਕਿਸਮ ਦਾ ਵੀ ਵਾਕਿਆ ਜਾਂ ਮਾਮਲਾ ਜਾਂ ਸਿਚੁਏਸ਼ਨ ਹੋਏ, ਇਹ ਤੁਹਾਡਾ ਇੱਕ ਯਾਰ ਵਿੱਚ ਕਿਉਂ ਨਿਕਲ ਆਂਦਾ ਜਿਹੜਾ ਉਹਦੇ ਮੁਤਾਬਕ ਜਿਹਨੇ ਕੁਝ ਕਿਹਾ ਹੁੰਦਾ? ਅਸਲ ਦੇ ਵਿੱਚ ਨਾ ਪਾਕਿਸਤਾਨ ਵਿੱਚ ਯਾਰ ਮੇਰੇ ਕਈ ਸਨ, ਤੇ ਹਕੀਕਤ ਇਹ ਵੇ ਕਿ ਉਹ ਸਾਰੀਆਂ ਕੰਪਨੀਆਂ ਦੇ ਸਨ। ਮੱਝਾਂ ਦੇ ਵਪਾਰੀ ਵੀ, ਥਾਣਿਆਂ ਦੇ ਟਾਊਟ ਵੀ, ਤਾਸ਼ ਖੇਡਣ ਵਾਲੇ ਵੀ, ਬੱਕਰੀਆਂ ਚਾਰਨ ਵਾਲੇ ਵੀ, ਸਾਰੇ ਹਰ ਮਹਿਕਮੇ ਨਾਲ। ਟੀਚਰ, ਸਕੂਲ ਟੀਚਰ, ਅਰਬੀ ਟੀਚਰ, ਇਹ ਜਿਹੜੀ ਗੱਲ ਹੈ ਨਾ, ਇਹ ਇੱਕ ਅਰਬੀ ਟੀਚਰ ਦੀ ਇਹ ਗੱਲ। ਅਰਬੀ ਟੀਚਰ ਵੀ ਸੀ ਤੇ ਮੱਝਾਂ ਦਾ ਵਪਾਰੀ ਵੀ ਸੀ, ਤੇ ਜਾਂਦਾ ਸੀ ਮੰਡੀ ਸ਼ੰਡੀ, ਤੇ ਉਹ ਆ ਕੇ ਨਵੀਆਂ ਗੱਲਾਂ ਬੜੀਆਂ ਸੁਣਾਉਂਦਾ। ਮੇਰਾ ਬੜਾ ਪਿਆਰਾ ਯਾਰ ਸੀ। ਤੇ ਉਹਨੇ ਮੈਨੂੰ ਇੱਕ ਦਿਨ ਆਖਿਆ, ਉਹਨੇ ਆਖਿਆ ਇਹ ਜਿਹੜਾ ਥਾਣੇ ਜਿਉਂ ਹੀ ਵੜਦਾ ਹੈ ਨਾ ਪੁਲਿਸ, ਉਹ ਚੋਰ, ਜੇ ਤੇ ਡੇਵੜੀ ਲੰਘ ਜਾਓ ਨਹੀਂ ਫਿਰ ਮੰਨਦਾ ਕੋਈ ਚੋਰੀ, ਉਹਨੂੰ ਜਿੰਨਾ ਮਰਜ਼ੀ ਪੇ ਮਾਰੋ, ਆਪਣਾ ਘੁੱਟ ਘੱਟ ਕੁੰਝ ਕੰਜ ਲੈਂਦਾ ਆਪਣਾ ਜਿਸਮ। ਤੇ ਜੇ ਉਹ ਵੜਦੇ ਹੀ ਉਹਨੂੰ ਸੱਟ ਪਵੇ, ਉਹ ਡਿੱਗ ਪਵੇ, ਤੇ ਸ਼ਲਵਾਰ ਉਹਦੀ ਗਿੱਲੀ ਹੋ ਜੇ, ਪਿਸ਼ਾਬ ਵਿੱਚ ਨਿਕਲ ਜੇ, ਤੇ ਆਖਿਆ ਮੈਨੂੰ ਮਾਰ ਛੜਿਆ, ਮੈਂ ਮੰਨਣਾ ਸਾਰੀਆਂ। ਉਹਦੇ ਕੋਲ ਭਾਵੇਂ ਜਿੰਨੀਆਂ ਮਰਜ਼ੀ ਮਨਵਾ ਲਓ। ਮਰਜ਼ਾਈ ਨੂੰ ਤਾਂ ਇੰਝ ਹੋਸ਼ ਨਹੀਂ ਆਉਣੀ ਚਾਹੀਦੀ, ਪੌਂਦ ਪੈਂਦੀ ਤੇ ਸੱਟ ਪੈਣੀ ਚਾਹੀਦੀ ਸਿਰ ਦੇ ਵਿੱਚ। ਅੱਛਾ ਅਮਰ ਭਾਈ, ਉਹ ਮਿਰਜ਼ੇ ਮਹਿਮੂਦ ਦਾ ਹਵਾਲਾ ਸੁਣਿਆ ਸੀ ਤੁਸੀਂ? ਤੁਹਾਨੂੰ ਪਤਾ ਉਹਦਾ? ਪਹਿਲੇ ਮੇਰੇ ਵਾਸਤੇ ਨਵਾਂ ਸੀ, ਮੈਂ ਅੱਗੇ ਜਿਹੜਾ ਪੜ੍ਹ ਕੇ ਸੁਣਾਇਆ ਸੀ। ਕਿਹੜਾ? ਜਦੋਂ ਤੁਸੀਂ ਗਏ ਸੀ, ਉਹਨੇ ਲਿਖਿਆ ਹੋਇਆ ਵਾ ਕਿ ਉਹ ਮੇਰੀ ਇੱਕ ਸਾਈ ਨਾਲ ਜਿਹੜਾ ਗੁਫ਼ਤਗੂ ਤੈਅ ਹੋਈ, ਤੇ ਆਹੋ ਉਹਨੇ ਤੋਈ ਕਿਹਾ ਵਾ ਕਰਨ ਵਾਲਾ, ਇਹ ਤੇ ਮਸ਼ਹੂਰ ਹਾਂ ਗੱਲ। ਹਾਂ ਨਹੀਂ ਨਹੀਂ ਮੈਨੂੰ ਪਤਾ। ਮੈਂ ਤਾਂ ਕਦੇ ਵੀ ਨਹੀਂ ਸੁਣਿਆ, ਮੈਂ ਪਹਿਲੀ ਵਾਰੀ ਸੁਣਿਆ ਹੈ। ਅੱਛਾ ਅੱਛਾ। ਕਹਿੰਦਾ ਜੇ ਤੂੰ ਇੱਕ ਹਮਲਾ ਕਰੇਗਾ ਤਾਂ ਮੈਂ 20 ਹਮਲੇ ਕਰਾਂਗਾ। ਹਾਂ ਹਾਂਜੀ। ਨਹੀਂ, ਇਹ ਹਵਾਲਾ ਕਿ ਉਹ ਜਿਹੜਾ ਕਹਿੰਦਾ ਬਈ
एक नबी पाक की तौहीन के लिए सारे नबियों पे भी हमला करना, सब ਨਹੀਂ नबियों ਨਹੀਂ की ਨਹੀਂ तौहीन। ਨਹੀਂ ਉਹ ਨਹੀਂ, ਉਹ ਤੇ ਮੈਨੂੰ ਪਤਾ ਵਾ। ਇਹ ਬਿਆਨ ਕਰ ਰਿਹਾ ਕਿ ਮੇਰੀ ਇੱਕ ਸਾਈ ਨਾਲ ਗੁਫ਼ਤਗੂ ਤੈਅ ਹੋ ਗਈ अच्छा ਤੇ ਉਹਨੇ ਸ਼ਰਤ ਰੱਖੀ ਵੀ ਤੂੰ ਗੁਫ਼ਤਗੂ ਦੇ ਦੌਰਾਨ ਹਜ਼ਰਤ ਈਸਾ ਅਲੈਹਿਸਸਲਾਮ ਤੇ ਕੋਈ ਹਮਲਾ ਨਹੀਂ ਕਰੇਗਾ, ਇਲਜ਼ਾਮੀ ਜਵਾਬ ਨਹੀਂ ਦੇਂਗਾ ਤੂੰ। ਤੇ ਉਹ ਕਹਿੰਦਾ, ਮਿਰਜ਼ਾ ਮਹਿਮੂਦ ਕਹਿੰਦਾ ਕਿ ਮੈਂ ਉਹਨੂੰ ਕਿਹਾ ਜੇ ਤੂੰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਹਮਲਾ ਨਹੀਂ ਕਰੇਗਾ ਤੇ ਮੈਂ ਵੀ ਈਸਾ ਅਲੈਹਿਸਸਲਾਮ ਤੇ ਨਹੀਂ ਕਰਾਂਗਾ। ਤੇ ਡਨ ਹੋ ਗਿਆ। ਤੇ ਜਦੋਂ ਕਹਿੰਦਾ ਗੁਫ਼ਤਗੂ ਸਟਾਰਟ ਹੋਈ ਤੇ ਉਹਨੇ ਸਟਾਰਟ ਦੇ ਵਿੱਚ ਹੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਹਮਲਾ ਕਰ ਦਿੱਤਾ ਤੇ ਕਹਿੰਦਾ ਮੈਂ ਜਵਾਬਨ ਹਜ਼ਰਤ ਈਸਾ ਅਲੈਹਿਸਸਲਾਮ ਤੇ ਹਮਲਾ ਕਰ ਦਿੱਤਾ। ਤੇ ਉਹ ਕਹਿੰਦਾ ਜੀ ਮੈਂ ਹਜ਼ਰਤ ਈਸਾ ਅਲੈਹਿਸਸਲਾਮ ਦੀ ਤੌਹੀਨ ਨਹੀਂ ਬਰਦਾਸ਼ਤ ਕਰ ਸਕਦਾ। ਤੇ ਇਹ ਕਹਿੰਦਾ ਸ਼ਰਤ ਤੂੰ ਤੋੜੀ ਆ, ਲਿਹਾਜ਼ਾ ਇਹਦਾ ਜ਼ਿੰਮੇਦਾਰ ਤੂੰ ਆ। ਮੈਂ ਤੌਹੀਨ ਨਹੀਂ ਕੀਤੀ ਬਲਕਿ ਤੂੰ ਸ਼ਰਤ ਤੋੜੀ ਆ। ਤੇ ਜੇ ਤੇਰੇ 'ਚ ਇੰਨੀ ਗੈਰਤ ਆ ਕਿ ਤੂੰ ਹਜ਼ਰਤ ਈਸਾ ਅਲੈਹਿਸਸਲਾਮ ਦੀ ਤੌਹੀਨ ਬਰਦਾਸ਼ਤ ਨਹੀਂ ਕਰ ਸਕਦਾ ਤੇ ਮੈਂ ਐਡਾ ਬਗੈਰਤ ਹਾਂ ਕਿ ਮੈਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਤੌਹੀਨ ਬਰਦਾਸ਼ਤ ਕਰਾਂ। ਤੇ ਜੇ ਤੂੰ ਇੱਕ ਹਮਲਾ ਕਰੇਗਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਮੈਂ 20 ਹਮਲੇ ਕਰਾਂਗਾ ਹਜ਼ਰਤ ਈਸਾ ਅਲੈਹਿਸਸਲਾਮ ਤੇ। ਤੇ ਇੱਥੇ ਉਹ ਸਾਈ ਕਹਿੰਦਾ ਜੀ, ਉਹ ਕਹਿੰਦਾ ਮੈਂ ਹਜ਼ਰਤ ਈਸਾ ਅਲੈਹਿਸਸਲਾਮ ਦੀ ਤੌਹੀਨ ਨਹੀਂ ਬਰਦਾਸ਼ਤ ਕਰ ਸਕਦਾ ਤੇ ਉੱਠ ਕੇ ਚਲਾ ਗਿਆ। ਆਹੋ ਮੈਂ ਪੜ੍ਹਿਆ ਵਾਲਾ ਮੇਰੇ ਜ਼ਿਹਨ ਚ ਆ ਗਿਆ। ਆਹੋ ਅੰਗਰੇਜ਼ ਸੀ ਮੇਰੇ ਖਿਆਲ ਨਾ। ਆਹੋ ਅੰਗਰੇਜ਼। ਇਹ ਅੱਜ ਇਮਤਿਆਜ਼ ਭਾਈ ਨੇ ਉੱਥੇ ਦੱਸਿਆ ਸੀਗਾ ਤੇ ਮੈਂ ਉੱਥੋਂ ਨੋਟ ਕੀਤਾ। ਤੁਸੀਂ ਅੰਦਾਜ਼ਾ ਕਰੋ ਹੁਣ ਇਸ ਬਗੈਰਤ ਦਾ। ਫਿਰ ਉਹ ਸਾਈ ਬਹੁਤਾ ਗੈਰਤਮੰਦ ਨਿਕਲਿਆ ਨਾ ਜੀ ਜੀ ਕਿ ਉਹਨੇ ਜਿਹਨੂੰ ਉਹ ਹਜ਼ਰਤ ਈਸਾ ਅਲੈਹਿਸਸਲਾਮ ਨੂੰ ਜੋ ਵੀ ਮੰਨਦਾ ਉਹਦੇ ਵਾਸਤੇ ਮੁਕੱਦਸ ਹਸਤੀ ਹੈ ਨਾ, ਉਹਨੇ ਉਹਨਾਂ ਤੇ ਹਮਲਾ ਬਰਦਾਸ਼ਤ ਨਹੀਂ ਕੀਤਾ ਤੇ ਇਹਨੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਹਮਲੇ ਦਾ ਜਵਾਬ ਆਪਣੇ ਹੀ ਜਿਹਨੂੰ ਪੈਗੰਬਰ ਮੰਨਦਾ ਦੂਸਰੇ ਪੈਗੰਬਰ ਤੇ 20 ਗੁਣਾ ਜ਼ਿਆਦਾ ਹਮਲੇ ਕਰਕੇ ਤੇ ਜਵਾਬ ਦੇ ਰਿਹਾ। ਇਹਨੇ ਆਪ ਜਿਹਨੂੰ ਪੈਗੰਬਰ ਮੰਨਦਾ ਉਹਨਾਂ ਦੀ ਉਸ ਹਸਤੀ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਮੰਨਦੇ ਕੀ ਹੈ ਮਤਲਬ ਦਾਅਵਾ ਹੀ ਕਰਦੇ ਨੇ ਨਾ। ਅਗਰ ਉਹ ਇਹਦੇ ਹਾਰ ਦਾ ਦਯੂਸ ਹੁੰਦਾ ਤੇ ਉਹ ਵੀ ਮੂਸਾ ਅਲੈਹਿਸਸਲਾਮ ਤੇ ਕੋਈ ਕਰ ਦਿੰਦਾ ਇਲਜ਼ਾਮੀ ਰੰਗ ਚ। ਹਾਂਜੀ ਕਿ ਮੂਸਾ ਅਲੈਹਿਸਸਲਾਮ ਨੂੰ ਤੇ ਤੁਸੀਂ ਵੀ ਮੰਨਦੇ ਹੋ ਨਾ। ਹਾਂਜੀ ਉਹਨੇ ਇਹ ਕੰਮ ਨਹੀਂ ਕੀਤਾ। ਇਹਦਾ ਦਯੂਸ ਇਹ ਦੁਨੀਆ ਦੀ ਸਭ ਤੋਂ ਗਿਰੀ ਕੌਮ ਭਾਈ ਜੀ। ਇਹ ਕਿਸੇ ਮਰਜ਼ਾਈ ਨੂੰ ਦੱਸ ਕੇ ਤੱਕ ਲੋ, ਉਹਦੇ ਸਿਰ 'ਚ ਗੱਲ ਵੜਨ ਹੀ ਨਹੀਂ ਲੱਗੀ। ਕੰਧਾਂ ਨੇ ਨਿਰੀਆਂ ਕੰਧਾਂ। ਪਤਾ क्या करेंगे भाई, नबी पाक की तो ही होगी ना। अगर देखो वो तो इश्क की बात है, नबी पाक से उनको इश्क था, नबी पाक से मोहब्बत के। यार आपका कैसा मतलब आप सोचते हैं वो नबी पाक की तो इन करें तो हम ईसा अलैहिस्सलाम की ना करें? आपको नबी पाक सल्लल्लाहु अलैहि वसल्लम की गैरत नहीं है और एक जो है इसराइली नबी की ज्यादा गैरत है। ए जवाब है बिल्कुल ही लफ्ज होंगे। ਆਗੇ ਨਹੀਂ ਜਦੋਂ ਸਾਹਿਬ ਉਹ ਤੁਹਾਡਾ ਤਾਂ ਸਭ ਪੋਸਟਰ ਲਾਇਆ ਹੈ, ਤੁਹਾਡਾ ਮਨਾਜ਼ਰਾ ਤਾਂ ਅਸੀਂ ਪੋਸਟਰ ਬਣਾ ਕੇ ਲਾਇਆ ਹੈ। ਮੈਂ ਥੋੜੀ ਜਿਹੀ ਰਿਕਾਰਡਿੰਗ ਕੀਤੀ ਸੀ ਲੇਕਿਨ ਉਹ ਫਿਰ ਉਹ ਬੰਦੇ ਦੀ ਇੱਕ ਦੀ ਕਾਲ ਆ ਗਈ ਸੀ ਤੇ ਫਿਰ ਉਹ ਲਗਾ ਦੋ ਪੋਸਟਰ। ਮੈਂ ਲਾਣ ਲੱਗਾ। ਅੱਛਾ ਉਹ ਅਮਰ ਭਾਈ ਯਾਦ ਆ ਗਿਆ, ਤੁਸੀਂ ਅੱਗੇ ਅਵੇ ਹੋਏ ਸੀਗੇ ਤੇ ਮੈਂ ਕਿਹਾ ਵੀ ਤੁਸੀਂ ਇੱਕ ਨਾ ਖਸੂਸੀ ਦੁਆ ਮੇਰੇ ਵਾਲਾ ਸਾਹਿਬ ਵਾਸਤੇ ਵੀ ਕਰਾ ਦਿਓ ਕਿਉਂਕਿ ਉਹਨਾਂ ਦੀ ਤਬੀਅਤ ਫਿਰ ਕੁਛ ਠੀਕ ਨਹੀਂ ਹੈ। ਅੱਲਾਹ ਤਾਲਾ ਖਸੂਸੀ ਦੁਆ ਅੱਲਾਹ ਤਾਲਾ ਉਹਨਾਂ ਨੂੰ ਸਿਹਤ ਕਾਮਲਾ ਅਜਲ ਅਤਾ ਫਰਮਾਏ ਤੇ ਹਾਂਜੀ ਉਹਨਾਂ ਦਾ ਜ਼ਿਆਦਾ ਮਸਲਾ ਹੁਣ ਬੋਲਣ ਦੇ ਵਿੱਚ ਵੀ ਥੋੜੀ ਪ੍ਰੋਬਲਮ ਹੁੰਦੀ ਹੈ ਕਿਉਂਕਿ ਉਹ ਹਾਫਿਜ਼ ਕੁਰਾਨ ਨੇ ਨਾ। ਅੱਜ ਕਹਿ ਰਿਹਾ ਸੀ ਪੁੱਤਰ ਕੁਰਾਨ ਨਹੀਂ ਸਹੀ ਪੜਿਆ ਜਾਂਦਾ। ਮੈਂ ਕੋਈ ਨਹੀਂ ਅੱਲਾਹ ਖੈਰ ਕਰੇਗਾ। ਬਸ ਉਹਨਾਂ ਨੂੰ ਕਹੋ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਨਾ ਇਸਤਗਫਾਰ ਕਰਨ ਤੇ ਜੇ ਵਜ਼ੂ ਹੈ ਤੇ ਦਰੂਦ ਸ਼ਰੀਫ ਪੜਨ ਤੇ ਅਗਰ ਕੁਰਾਨ ਨਹੀਂ ਵੀ ਪੜਿਆ ਜਾਂਦਾ ਤੇ ਬਜ਼ੁਰਗ ਸਾਡੇ ਵੀ ਨੇ ਅੰਮਾ ਹੋਰੀ ਤੇ ਉਹਨਾਂ ਦਾ ਨਹੀਂ ਉਹਨਾਂ ਮਤਲਬ ਨਮਾਜ਼ ਨਹੀਂ ਪੜੀ ਜਾਂਦੀ, ਉਹ ਜ਼ਿਹਨ ਨਹੀਂ ਉਹਨਾਂ ਕੰਮ ਕਰਦਾ ਤੇ ਮੈਂ ਉਹਨਾਂ ਨੂੰ ਵੀ ਕਹਿੰਦਾ ਰਹਿਣਾ ਵੀ ਠੀਕ ਹੈ ਜਿਸ ਵੇਲੇ ਤੁਹਾਨੂੰ ਤੌਫੀਕ ਹੁੰਦੀ ਤੁਸੀਂ ਇਸਤਗਫਾਰ ਜ਼ਿਆਦਾ ਕਰੋ ਤੇ ਅੱਲਾਹ ਤਾਲਾ ਤੇ ਜਾਣਦਾ ਹੀ ਹੈ ਨਾ ਦਿਲਾਂ ਦੇ ਭੇਤ। ਬਿਲਕੁਲ ਨਹੀਂ ਹੁੰਦੀ ਤੇ ਮਾਸ਼ਾਅੱਲਾ ਉਹ 24 ਘੰਟੇ ਹੀ ਉਹ ਅੱਜ ਤੋਂ ਹੀ ਨਹੀਂ ਔਰ ਦਰਾਜ਼ ਤੋਂ ਵਜ਼ੂ 'ਚ ਹੀ ਰਹਿੰਦੇ ਨੇ ਤੇ ਫਿਰ ਇੰਨੀ ਮਾਸ਼ਾਅੱਲਾ ਪਿਆਰੀ ਤੁਹਾਨੂੰ ਮੈਂ ਕਿਸ ਦਿਨ ਤਲਾਵਤ ਸੁਣਾਵਾਂਗਾ, ਇੰਨੀ ਪਿਆਰੀ ਤਲਾਵਤ ਕਰਦੇ ਨੇ ਉਹ। ਲੇਕਿਨ ਬਿਮਾਰੀ ਦੀ ਹਾਲਤ ਫਿਰ ਹੁੰਦਾ ਹੈ ਨਾ ਕਿ ਬੰਦੇ ਨੂੰ ਚਲੋ ਅਗਰ ਫਰਜ਼ ਕਰੋ ਕਿ ਉਹ ਕੁਰਾਨ ਨਹੀਂ ਪਿਆ ਉਹ ਸਾਥ ਦਿੰਦਾ, ਮੈਮਰੀ ਨਹੀਂ ਵੀ ਸਾਥ ਦਿੰਦੀ ਜਾਂ ਬੰਦੇ ਨੂੰ ਪੜਨ 'ਚ ਕੋਈ ਪੈਦਾ ਪਈ ਹੁੰਦੀ ਪ੍ਰੋਬਲਮ ਤੇ ਫਿਰ ਉਹ ਕੁਰਾਨ ਛੋੜ ਕੇ ਫਿਰ ਤੁਸੀਂ ਇਸਤਗਫਾਰ ਜ਼ਿਆਦਾ ਤੋਂ ਜ਼ਿਆਦਾ ਕਰੋ, ਤੋਬਾ ਇਸਤਗਫਾਰ ਜ਼ਿਆਦਾ ਤੋਂ ਜ਼ਿਆਦਾ ਉਹਦਾ ਕਰੋ। ਲੇਕਿਨ ਕੁਰਾਨ ਦੇ ਨਾਲ ਦਾ ਵਜ਼ੀਫਾ ਕੋਈ ਨਹੀਂ। ਮੈਂ ਖੁਦ ਮੇਰਾ ਜ਼ਾਤੀ ਆਜ਼ਮਾਇਆ ਤਜਰਬਾ ਹੈ ਹਾਂਜੀ ਕਿ ਕੁਰਾਨ ਦੇ ਨਾਲ ਦਾ ਦਮ ਕੋਈ ਨਹੀਂ,
ਹਾਂ ਜ਼ਬਾਨ ਜਿਹੜੀ ਹੈ ਨਾ ਅਟਕ ਜਾਂਦੀ ਹੈ, ਹੋਰ ਪੜ੍ਹਦੇ ਤਾਂ ਸਹੀ ਨੇ ਮਾਸ਼ਾਅੱਲਾ, ਪੱਕੇ ਹਾਫਜ਼ ਨੇ। ਤੇ ਦਿਲ 'ਚ ਪੜੀ ਜਾਣਾ। ਹਾਂ ਤੇ ਅਟਕਣ ਉਹ ਉਹਨਾਂ ਨੂੰ ਆਦਤ ਹੈ ਨਾ, ਮਤਲਬ ਉੱਚਾ ਪੜ੍ਹਨ ਦੀ ਤੇ ਕਿਰਾਤ ਦੇ ਤਰਜ਼ ਲਾ ਕੇ ਪੜ੍ਹਨ ਦੀ। ਹਾਂ ਅਗਰ ਉਸ ਤਰ੍ਹਾਂ ਨਹੀਂ ਪੜਿਆ ਜਾਂਦਾ ਤਾਂ ਦਿਲ 'ਚ ਪੜਦੇ ਜਾਣ, ਲੇਕਿਨ ਕੁਰਾਨ ਦੇ ਨਾਲ ਤਾਂ ਦਮ ਕੋਈ ਨਹੀਂ। ਮੈਂ ਖੁਦ ਇਹਨੂੰ ਅਜ਼ਮਾ ਕੇ ਵੇਖਿਆ ਕਿ ਕੋਈ ਬਿਮਾਰੀ ਹੋਵੇ, ਸਭ ਨਾਲੋਂ ਜ਼ਿਆਦਾ ਵੱਡਾ ਦਮ ਕੁਰਾਨ ਹੈ, ਤਲਾਵਤ ਕੁਰਾਨ ਹੈ। ਹਰ ਬਿਮਾਰੀ ਤੇ, ਹਰ ਟੈਨਸ਼ਨ ਤੇ, ਹਰ ਸੋਚ ਤੇ, ਹਰ ਫਿਕਰ ਤੇ। ਮੇਰੇ ਤੇ 56 ਸਾਲਾਂ 'ਚ ਇਹੀ ਵੇਖਿਆ ਕਿ ਇਹਦਾ ਹੀ ਗਲਬਾ ਹੈ, ਕੱਲ ਦਾ ਪਤਾ ਨਹੀਂ। ਬੇਸ਼ੱਕ ਹਾਂਜੀ ਗੱਲ। ਸਵੇਰੇ ਜਾਣਾ ਉਹਨਾਂ ਨੂੰ, ਬਲਕਿ ਅੱਜ ਰਾਤ ਨੂੰ ਹੀ ਜਾਣਾ ਵਾ, ਆਪਣੇ ਡਾਕਟਰ ਰਿਜ਼ਵੀ ਸਾਹਿਬ ਨਹੀਂ ਜਿਹੜੇ ਨਿਊਰੋ ਹਾਲੇ ਦਾ ਮਸਲਾ ਹੋਣਾ, ਹਾਂਜੀ ਹਾਲੇ ਦਾ ਮਸਲਾ ਹੋਇਆ ਸਨ। ਆਹੋ ਉਹ ਫਿਰ ਡਾਕਟਰ ਰਿਜ਼ਵੀ ਸਾਹਿਬ ਨੇ ਕਿਹਾ ਸੀਗਾ ਕਿ ਉਹ ਕੋਈ ਟੈਸਟ ਉਹਨਾਂ ਨੇ ਦੱਸਿਆ ਸੀ, ਉਹ ਇੱਥੇ ਹੁੰਦਾ ਨਹੀਂ ਸੀ, ਉਹ ਕਹਿੰਦੇ ਸੀ ਵੀ ਇੱਥੇ ਮੇਰੇ ਕੋਲ ਹੋਰ ਲੈ ਆਓ, ਮੇਰੇ ਕੋਲ ਹੈ ਵੇ ਸਹੂਲਤ, ਤੇ ਮੈਂ ਅੱਛੇ ਤਰੀਕੇ ਨਾਲ ਚੈੱਕ ਕਰਕੇ ਤੇ ਜੋ ਵੀ ਟ੍ਰੀਟਮੈਂਟ ਹੋਈ ਸੁਜੈਸਟ ਕਰ ਦਿਆਂਗਾ। ਤੇ ਉਹ ਅੱਜ ਰਾਤੀ ਜਾਣਾ ਵਾ, ਤਾਂ ਬਸ ਦੁਆ ਕਰੋ ਅੱਲਾਹ ਤਾਲਾ। ਅਸੀਂ ਜ਼ਰੂਰ ਇਨਸ਼ਾਅੱਲਾ ਦੁਆ ਕਰਾਂਗੇ ਉਹਨਾਂ ਵਾਸਤੇ। ਦੁਆ ਸਾਰੇ ਸਾਥੀ ਨਮਾਜ਼ ਪੜ੍ਹ ਕੇ ਤੇ ਜ਼ਰੂਰ ਜ਼ਿਆ ਬਾਈ ਦੇ ਵਾਲਾ ਸਾਹਿਬ ਵਾਸਤੇ ਦੁਆ ਕਰਨਾ। ਇਸ ਵੇਲੇ ਜ਼ਾਹਿਰ ਹੈ ਕਿ ਮੈਂ ਵੀ ਬਾਹਰ ਹੀ ਹਾਂ ਤੇ ਘਰ ਜਾਾਂਗੇ, ਨਹਾਵਾਂ ਧੋਵਾਂਗੇ, ਵਜ਼ੂ ਪਾਕ ਸਾਫ ਬੰਦਾ ਹੋਵੇ। ਤੇ ਮੈਂ ਆਪਣੇ ਵਾਲਿਦੈਨ ਵਾਸਤੇ ਵੀ ਦੁਆ ਕਰਨਾ ਇਨਸ਼ਾਅੱਲਾ। ਵਾਅਦਾ ਹੋ ਗਿਆ ਕਿ ਤੁਹਾਡੇ ਬਜ਼ੁਰਗਾਂ ਵਾਸਤੇ ਵੀ ਸਪੈਸ਼ਲ ਦੁਆ ਕਰਾਂਗੇ। ਅੱਲਾਹ ਤਾਲਾ ਉਹਨਾਂ ਨੂੰ ਸਿਹਤ ਕਾਮਿਲ ਅਜਲ ਅਤਾ ਫਰਮਾਏ। ਕਿੰਨੀ ਉਮਰ ਹੋ ਗਈ ਨੇ? ਉਮਰ ਉਹਨਾਂ ਦੀ 60 ਸਾਲ, 59-60 ਸਾਲ ਹੋ ਗਈ। ਮੇਰੇ ਨਾਲ ਸਿਰਫ 3-4 ਸਾਲ ਵੱਡੇ ਨੇ। ਹਾਂਜੀ ਮਾਸ਼ਾਅੱਲਾ। 65 ਦੀ ਪੈਦਾਇਸ਼ ਹੈ ਨਾ ਉਹਨਾਂ ਦੀ। ਕਿੰਨੇ ਹੋ ਗਏ? 25 ਤੇ 65, ਫਿਰ 5 ਸਾਲ ਹੀ ਮੇਰੇ ਨਾਲ ਵੱਡੇ ਨੇ ਨਾ। 35 ਤੇ 50, 60 ਸਾਲ ਦੀ ਹੋ ਗਏ। ਹਾਂਜੀ 65 ਸਾਲ, ਜੇ 65 ਦੀ ਪੈਦਾਇਸ਼ ਹੈ ਤੇ ਫਿਰ ਮੇਰੇ ਨਾਲ 5 ਸਾਲ ਹੀ ਵੱਡੇ। ਮੇਰੀ 70 ਦੀ ਪੈਦਾਇਸ਼। ਅਸਲ 'ਚ ਉਹਨਾਂ ਦਾ ਨਾ 3-4 ਸਾਲ ਹੋ ਗਏ ਐਕਸੀਡੈਂਟ ਹੋਇਆ ਸੀ, ਤੇ ਉਹ ਸਿਰ ਦੇ ਵਿੱਚ ਵੀ ਸੱਟ ਲੱਗੀ ਸੀ, ਇੱਕ ਲੱਤ ਵੀ ਟੁੱਟ ਗਈ ਸੀ, ਤੇ ਉਹ ਦਿਮਾਗ ਦੇ ਵਿੱਚ ਸੱਟ ਜਿਹੜੀ ਲੱਗੀ ਸੀ ਨਾ, ਉਹ ਬਹੁਤ ਜ਼ਿਆਦਾ ਖਤਰਨਾਕ ਲੱਗੀ ਸੀ। ਆਪਰੇਟ ਹੋਇਆ ਸੀ ਫਿਰ ਉਹਨਾਂ ਦਾ, ਤੇ ਉਹ ਉਦੋਂ ਦੇ ਦਿਮਾਗ ਦੇ ਵਿੱਚ ਜਿਹੜਾ ਨਾ ਉਹ ਕੋਈ ਹੈ ਸੀ। ਉਹ ਰਿਜ਼ਵੀ ਸਾਹਿਬ ਦੱਸ ਰਿਹਾ ਸੀ ਵੀ ਸ਼ਾਇਦ ਕੋਈ ਖੂਨ ਦਾ ਲੋਥੜਾ ਵਾ ਜਿਹੜਾ ਉਹ ਨਾ ਬ੍ਰੇਨ ਨਾਲ ਚਲਾ ਗਿਆ। ਤੁਹਾਨੂੰ ਪਤਾ ਵੀ ਸਾਰਾ ਬੰਦਾ ਤਾਂ ਸਿਰ ਦੇ ਦਿਮਾਗ ਦੇ ਸਿਰ ਤੇ ਹੀ ਹੁੰਦਾ। ਹਾਂਜੀ ਹਾਂਜੀ। ਉਂਝ ਤੇ ਮਾਸ਼ਾਅੱਲਾ ਹੋਰ ਕੋਈ ਬਿਮਾਰੀ ਨਹੀਂ ਉਹਨਾਂ ਨੂੰ, ਕੋਈ ਕਿਸੇ ਕਿਸਮ ਦਾ ਮਸਲਾ ਨਹੀਂ ਹੈ, ਵੀ ਸਿਹਤਮੰਦ ਨੇ। ਤੇ ਸਿਰਫ ਇਹ ਜਿਹੜਾ ਨਾ ਮਸਲਾ ਬਣਿਆ ਐਕਸੀਡੈਂਟ ਦੀ ਵਜ੍ਹਾ। ਹਾਂ, ਤੇ ਉਹ ਫਿਰ ਉਹ 3-4 ਸਾਲ ਠੀਕ ਰਹੇ ਨੇ। ਫਿਰ ਇੱਕ ਵਾਰੀ ਇੰਝ ਕੋਈ ਉਹ ਸ਼ਾਇਦ ਕੀ ਮਸਲਾ ਬਣਿਆ ਸੀ, ਮਸਜਿਦ 'ਚ ਵਜ਼ੂਖਾਨੇ 'ਚ ਡਿੱਗ ਪਏ ਸੀ, ਤੇ ਫਿਰ ਸਿਰ ਤੇ ਸੱਟ ਲੱਗ ਗਈ ਸੀ। ਉਦੋਂ ਵੀ ਚੱਕਰ ਆ ਗਿਆ ਸੀ ਸਿਰ ਦੀ ਵਜ੍ਹਾ ਤੋਂ। ਤੇ ਬਸ ਇਸ ਵਜ੍ਹਾ ਤੋਂ ਇਹ ਸਿਰ ਵਾਲਾ ਹੀ ਮਸਲਾ ਹੈ, ਹੋਰ ਤਾਂ ਮਾਸ਼ਾਅੱਲਾ ਠੀਕ, ਨਾ ਕੋਈ ਬਿਮਾਰੀ, ਨਾ ਕੋਈ, ਵੈਸੇ ਵੀ ਸਿਹਤਮੰਦ ਨੇ ਮਾਸ਼ਾਅੱਲਾ। ਲੇਕਿਨ ਸਿਰ ਹੈ ਨਾ ਜਿਹੜਾ, ਵੇਖੋ ਜੋ ਕੋਈ ਸਾਡੇ ਇਸ ਉਹ ਖੋਪੜੀ ਦੇ ਵਿੱਚ ਹੁੰਦਾ ਹੈ, ਉਹ ਇੰਨਾ ਕੁ ਅੱਲਾਹ ਪਾਕ ਨੇ ਖੋਪੜੀ ਇੰਨੀ ਮਜ਼ਬੂਤ ਬਣਾਈ ਹੱਡੀ ਜਿਹੜੀ, ਕਿ ਇਹਦੇ ਅੰਦਰ ਇੰਨਾ ਸੈਂਸਿਟਿਵ ਮਟੀਰੀਅਲ ਰੱਖਿਆ, ਔਰ ਉਹਦਾ ਕੋਈ ਸਬਸਟੀਟਿਊਸ਼ਨ ਵੀ ਨਹੀਂ ਹੈ। ਯਾਨੀ ਦਿਲ ਹੈ ਨਾ, ਤੇ ਦਿਲ ਦਾ ਸਬਸਟੀਟਿਊਟ ਹੁੰਦਾ ਹੈ ਜਦੋਂ ਦਿਲ, ਪਤਾ ਡਾਕਟਰ ਲਾ ਕੇ ਤੇ ਦੂਜਾ ਆਰਟੀਫਿਸ਼ਲ ਵੀ ਲਾ ਲੈਂਦੇ ਨੇ। ਇਹ ਅਗਲੇ ਦਿਨ ਦੀ ਗੱਲ ਹੈ, ਮੇਰੇ ਨਾਲ ਉਹ ਮੁੰਡਾ ਇੰਡੀਅਨ ਹੈ, ਤੇ ਉਹ, ਮੈਂ ਕਿਹਾ ਬਾਬਾ ਦਿਨ ਇਹਨੇ ਨਜ਼ਰ ਨਹੀਂ ਆਇਆ, ਅਮਰੀਕ ਸਿੰਘ ਕਿੱਧਰ ਗਿਆ? ਤੇ ਉਹ ਕਹਿੰਦਾ ਵੀ ਉਹ ਤੇ ਬਿਮਾਰ ਹੋਇਆ, ਮੈਂ ਉਹਨੂੰ ਫੋਨ ਕੀਤਾ, ਮਗਰ ਕਹਿੰਦਾ ਉਹ ਮੇਰੇ ਦਿਲ ਦਾ ਵਾਲ ਬੰਦ ਹੋ ਗਿਆ ਸੀ, ਤੇ ਪਹਿਲੀ ਵਾਰੀ ਹੋਇਆ, ਅੱਗੇ ਕਦੇ ਹੋਇਆ ਵੀ ਨਹੀਂ ਮਸਲਾ ਉਹਨੂੰ, ਤੇ ਐਡਾ ਹੀ ਮੇਰੇ ਜਿੱਡਾ ਹੀ ਹੋਣਾ, ਮੇਰੇ ਨਾਲ ਕੋਈ ਸਾਲ 2 ਸਾਲ ਪਤਾ ਨਹੀਂ ਵੱਡਾ ਹੋਣਾ। ਤੇ ਕਹਿੰਦਾ ਵੀ ਇੰਝ ਹੀ ਤਕਲੀਫ ਹੋਈ ਮੈਨੂੰ, ਤੇ ਮੈਂ ਆਪ ਹੀ ਗੱਡੀ ਚਲਾ ਕੇ ਗਿਆ ਵਾਂ ਉੱਥੇ ਐਮਰਜੈਂਸੀ। ਤੇ ਮੈਂ ਉਹਨਾਂ ਨੂੰ ਕਿਹਾ ਯਾਰ ਮੇਰੇ ਨਾ ਇੱਥੇ ਦਰਦ ਜਿਹੀ ਹੋਣ ਲੱਗੀ, ਤੇ ਬਲੱਡ ਪ੍ਰੈਸ਼ਰ ਵੀ ਵਧਿਆ। ਤੇ ਉਹਨਾਂ ਵੇਖਿਆ ਤੇ ਉਹਨਾਂ ਕਿਹਾ ਹਾਂ ਮਸਲਾ ਹੋਇਆ ਤੈਨੂੰ ਤੇ ਦਿਲ ਦਾ। ਤੇ ਉਹਨਾਂ ਉਸੇ ਵੇਲੇ ਵਾਲ ਪਾ ਦਿੱਤਾ ਨਾ। ਤੇ ਦਿਲ ਦਾ ਤੇ ਜਿਹੜਾ ਨਾ, ਅਗਰ ਵਾਲ ਪੈਣਾ ਹੋਵੇ ਜਾਂ ਦਿਲ ਈਵਨ ਸਾਰੇ ਵੀ ਵਾਲ ਬੰਦ ਹੋ ਜਾਣ, ਤੇ ਅਗਰ ਡਾਕਟਰ ਮਾਕੂਲ ਹੋਣ, ਹਸਪੀਟਲ ਸਹੀ ਹੋਵੇ ਨਾ, ਤੇ ਉਹ ਦਿਲ ਨੂੰ ਤੇ ਪੰਪ ਕਰਕੇ ਵੀ ਚਲਾ ਲੈਂਦੇ ਨੇ। ਦਿਲ ਦਾ ਆਲਟਰਨੇਟਿਵ ਦਿਲ ਕੱਢ ਕੇ ਬਾਹਰ ਵੀ ਰੱਖ ਲੈਂਦੇ ਨੇ, ਉਹਦੀ ਜਗ੍ਹਾ ਦੂਜਾ ਵੀ ਰੱਖ ਲੈਂਦੇ ਨੇ। ਲੇਕਿਨ ਜਿਹੜਾ ਦਿਮਾਗ ਹੈ ਨਾ, ਦਿਮਾਗ ਦਾ ਕੋਈ ਨਾ ਕੋਈ ਸਬਸਟੀਟਿਊਟ ਹੈ, ਨਾ ਇਹਨੂੰ ਕੋਈ ਰਿਪੇਅਰਿੰਗ ਇਹਦੀ। ਜਿਹਦੀ ਇੱਕ ਵਾਰੀ ਖੋਪੜੀ ਨੂੰ ਤੁਸੀਂ ਉਹ ਕੱਟ ਕੇ ਲਾ ਕੇ, ਜਿਹਦਾ ਦਿਮਾਗ ਦਾ ਆਪਰੇਸ਼ਨ ਕਰਦੇ ਨੇ, ਸਾਡੇ 1-2 ਅਜ਼ੀਜ਼ ਦਾ ਹੋਇਆ, ਜਿਹਦੀ ਖੋਪੜੀ ਨੂੰ ਟੱਕ ਲੱਗ ਜੇ ਨਾ, ਉਹ ਬੰਦੇ ਦਾ ਫਿਰ ਦੁਬਾਰਾ ਨਾਰਮਲ ਜ਼ਿੰਦਗੀ ਗੁਜ਼ਾਰਨਾ ਵੀ ਮੁਸ਼ਕਲ ਹੋ ਜਾਂਦਾ। ਪਰ ਠੀਕ ਹੈ, ਉਹ ਬੈੱਡ ਤੇ ਜਾਂ ਟੁਰਦਾ ਫਿਰਦਾ ਹਲਕਾ ਫੁਲਕਾ, ਅਗਰ ਉਹਨੂੰ ਕੋਈ ਐਸਾ ਸੀਰੀਅਸ ਡੈਮੇਜ ਨਹੀਂ ਹੋਇਆ। ਲੇਕਿਨ ਇਹਨੂੰ ਆਪਰੇਟ ਨਹੀਂ ਕੀਤਾ ਜਾ ਸਕਦਾ ਸਿਰ ਨੂੰ। ਮੇਰਾ ਕਹਿਣ ਦਾ ਮਤਲਬ ਹੈ ਕਿ ਸਿਰ ਨੂੰ ਤੁਸੀਂ ਆਪਰੇਟ ਨਹੀਂ ਕਰਵਾ ਸਕਦੇ। ਇਹਨੂੰ ਕਟਵਾ ਕੇ ਤੇ ਉਹਦੇ ਅੰਦਰੋਂ ਕੋਈ ਅਗਰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੋ ਗਈ ਹੈ ਨਾ, ਸਿਰ ਵਾਲਾ ਮਸਲਾ ਬਹੁਤ ਖਤਰਨਾਕ ਹੁੰਦਾ ਹੈ।
ਬਾਕੀ ਇਹਨਾਂ ਨੂੰ ਚੀਜ਼ਾਂ ਨੂੰ ਜ਼ਿਆਦਾ ਇੱਥੇ ਸੋਸ਼ਲ ਮੀਡੀਆ ਤੇ ਡਿਸਕਸ ਨਹੀਂ ਕਰਨਾ ਚਾਹੀਦਾ। ਬਸ ਇਹ ਦੁਆ ਹੈ ਉਹਨਾਂ ਵਾਸਤੇ ਤੇ ਸਾਰੇ ਭਾਈ ਉਹਨਾਂ ਦੀ ਸਿਹਤ ਵਾਸਤੇ ਸਾਰੇ ਦੁਆ ਦਰਦ ਦਿਲ ਨਾਲ ਕਰੋ। ਅੱਲਾਹ ਤਾਲਾ ਕਹਿੰਦਾ ਕਿ ਜਿਹੜਾ ਦੁਆ ਹੈ, ਅੱਲਾਹ ਦੇ ਨਬੀ ਨੇ ਫਰਮਾਇਆ ਆ ਦੁਆ ਮੁਖਲ ਇਬਾਦਤ ਦਾ ਮਗਜ਼ ਹੈ। ਤੇ ਦੁਆ ਜਿਹੜੀ ਦੂਜੇ ਵਾਸਤੇ ਕਰਨੀ ਹੈ ਨਾ, ਇਹ ਵੀ ਤੁਹਾਡੇ ਵਾਸਤੇ ਸਦਕਾ ਜਾਰੀਆ ਬਣਦੀ ਹੈ। ਇਹ ਵੀ ਮੈਂ ਖੁਦ ਅਜ਼ਮਾਇਆ ਹੈ। ਇੱਕ ਦੁਆ ਹੈ ਜਿਹੜੀ ਅਸੀਂ ਆਪਣੀ ਜ਼ਾਤ ਵਾ ਤੇ ਹਰ ਵੇਲੇ ਮੰਗਨੇ ਆ, ਯਾ ਅੱਲਾ ਮੇਰੀ ਇਹ ਖਾਸ਼ ਪੂਰੀ ਕਰ, ਯਾ ਅੱਲਾ ਮੈਨੂੰ ਇਹਦੇ ਤੋਂ ਬਚਾਈ, ਯਾ ਅੱਲਾ ਮੈਨੂੰ ਉਹਦੇ ਤੋਂ ਬਚਾਈ। ਇੱਕ ਦੁਆ ਹੈ ਜਿਹੜੀ ਅਸੀਂ ਆਪਣੀ ਜ਼ਾਤ ਤੋਂ ਹਟ ਕੇ ਆਪਣੇ ਮਾਂ-ਬਾਪ ਵਾਸਤੇ, ਕਿਸੇ ਦੋਸਤ ਅਜ਼ੀਜ਼ ਵਾਸਤੇ, ਕਿਸੇ ਹੋਰ ਰਿਸ਼ਤੇਦਾਰ ਵਾਸਤੇ ਮੰਗਨੇ ਆ, ਔਰ ਬਿਲਖਸੂਸ ਐਸੇ ਬੰਦੇ ਵਾਸਤੇ ਜਿਹੜਾ ਤੁਹਾਡਾ ਖੂਨੀ ਰਿਸ਼ਤੇਦਾਰ ਨਹੀਂ ਹੈ ਔਰ ਉਹਦੇ ਵਾਸਤੇ ਤੁਸੀਂ ਬੇਲੋਸ ਦੁਆ ਮੰਗਦੇ ਹੋ। ਇਹ ਵੀ ਤੁਹਾਡੇ ਵਾਸਤੇ ਇੱਕ ਬਹੁਤ ਵੱਡਾ ਅਜਰ ਦਾ ਔਰ ਸਵਾਬ ਦਾ ਬਾਇਸ ਬਣਦੀ ਔਰ ਸਦਕਾ ਜਾਰੀਆ ਬਣਦੀ ਕਿ ਤੁਸੀਂ ਇੱਕ ਬਹੁਤ ਵੱਡਾ ਸਦਕਾ ਕੀਤਾ ਹੈ। ਇੱਕ ਐਸੇ ਬੰਦੇ ਵਾਸਤੇ ਤੁਸੀਂ ਦੁਆ ਮੰਗੀਏ ਜਿਹਨੂੰ ਤੁਸੀਂ ਪਰਸਨਲੀ ਜ਼ਿਆਦਾ ਨਹੀਂ ਜਾਣਦੇ, ਖੂਨੀ ਰਿਸ਼ਤਾ ਨਹੀਂ ਹੈ, ਸਿਰਫ ਤੁਸੀਂ ਸੁਣਿਆ ਕਿ ਬਈ ਉਹ ਬੰਦਾ ਹੈ, ਆਪਣਾ ਹੈ ਤੇ ਬਿਮਾਰ ਹੈ, ਉਹਨਾਂ ਵਾਸਤੇ ਦੁਆ ਕਰਨਾ ਤੁਹਾਡੇ ਵਾਸਤੇ ਵੀ ਸਵਾਬ ਦਾ ਬਾਇਸ ਹੈ। ਮੈਂ ਇਨਸ਼ਾਅੱਲਾ ਵਾਅਦਾ ਕਰਨਾ ਕਿ ਕੱਲ ਸਵੇਰ ਦੀ ਨਮਾਜ਼ ਤੋਂ ਬਾਅਦ ਮੈਂ ਕਰਨਾ ਮੈਂ ਲੰਮੀਆਂ ਚੌੜੀਆਂ ਦੁਆਵਾਂ ਤੇ ਇਨਸ਼ਾਅੱਲਾ ਤੁਹਾਡੇ ਬਜ਼ੁਰਗਾਂ ਵਾਸਤੇ ਵੀ ਕਰਾਂਗੇ ਤੇ ਦੂਜੇ ਸਾਥੀ ਵੀ ਜਜ਼ਾਕੱਲਾ। ਇਹਨਾਂ ਦੇ ਬਜ਼ੁਰਗਾਂ ਵਾਸਤੇ ਦੁਆ ਕਰੋ। ਅੱਲਾਹ ਤਾਲਾ ਮਿਹਰਬਾਨੀ करे। या वही अल्लाह ताला सेहत अता फरमाए जी बुजुर्गों की। आमीन। सूरा फातिहा एक ते ਉਹ खुद भी बुजुर्ग हाफिज ने माशाअल्लाह तुसां भी ते सूरा फातिहा ਜਿਹੜੀ ਹੈ ਨਾ ਉਹ ਆਪ ਦਮ ਕਰਨ सूरा फातिहा ਦਾ ਆਪਣੇ ਆਪ ਤੇ ਹੀ ਪਾਣੀ ਤੇ ਜਿਸਲੇ ਪਿਲਾਓ ਆਪ ਕਰਕੇ ਦਮ ਕਰਕੇ ਦੇ ਦਿਓ ਤੇ सूरा फातिहा ਤੁਹਾਨੂੰ ਪਤਾ ਹੀ ਹੈ ਬੜੀ ਸ਼ਿਫਾ ਹੈ। अल्लाह ताला आसानियां करन, बाकी दे मामलात तुम चला ही रहे हो ना। ते ਉਹ ਦਿਮਾਗ ਵਿੱਚ ਜ਼ਾਹਿਰ ਹੈ ਉਹ जिसले ब्लड इकट्ठा हो जाता है, ब्लड क्लाट्स हो जाते हैं, लेकिन रगां इतनियां बारीक ने कि इतना अगर ज़्यादा होंदा तो इस वेले तक तो काफ़ी सारा डैमेज कर चुका होंदा, लेकिन वो शायद इतना ज़्यादा नहीं तहलील हो गया उसी ते बस वो नॉर्मल ज़िंदगी उस तरह की नहीं रही, आजमाइश ही है। आखिरी उम्र च अल्लाह ताला आसानी पैदा फरमाए। आमीन। ਇਹ ਕਿਦੋਂ ਹੋ ਰਿਹਾ ਜੀ ਮੁਕਾਬਲਾ ਆਜ਼ਮ ਸੈਫੀ ਦਾ? ਬਹੁਤ ਜਲਦ ਲਿਖਿਆ ਹੋਇਆ, ਇਹਦਾ ਮਤਲਬ ਕੋਈ ਨਹੀਂ ਇਹ ਨਿਊ ਈਅਰ ਵਿੱਚ ਮੇਰੇ ਖਿਆਲ ਹੈ ਨਿਊ ਈਅਰ ਵਿੱਚ ਕਰ ਰਹੇ ਨੇ ਸ਼ਾਇਦ ਜਨਵਰੀ ਚ। ਇਹ ਜਿਹੜਾ ਲਿਖਿਆ ਹੋਇਆ ਨਾ ਬਹੁਤ ਜਲਦ, ਇਹ ਜਿਹੜਾ ਲਿਖਿਆ ਹੋਇਆ ਨਾ ਬਹੁਤ ਜਲਦ, ਇਹਦਾ ਮਤਲਬ ਹੈ ਕੋਈ ਨਹੀਂ ਹੋਣਾ। ਇਹ ਭੁੱਲ ਜਾਓ। ਨਹੀਂ ਅਗਰ ਇਹ ਮਿਰਜ਼ਾ ਸਾਹਿਬ ਦੀ ਪੈਦਾਇਸ਼ ਤੋਂ ਹੀ ਸ਼ੁਰੂ ਕਰਨ ਮਸੀਲ ਬਣਾਉਣਾ ਉਹਨਾਂ ਨੂੰ, ਤੇ ਉਹ ਪੈਦਾਇਸ਼ ਤੇ ਉਹਨਾਂ ਨੇ ਬੜੀ ਖਤਰਨਾਕ ਦੱਸੀ ਹੈ ਬਈ ਮੈਂ ਕਿਸ ਤਰ੍ਹਾਂ ਪੈਦਾ ਹੋਇਆ ਸਾਂ ਤੇ ਮੇਰੇ ਨਾਲ ਮੇਰੀ ਇੱਕ ਭੈਣ ਵੀ ਪੈਦਾ ਹੋਈ ਤੇ ਇਸ ਤਰ੍ਹਾਂ ਕਾਫੀ ਮਾਮਲਾਤ ਸਨ। ਕਿਉਂ ਨਾ ਮਿਰਜ਼ਾ ਸਾਹਿਬ ਦੀ ਅੰਮੀ ਦੀ ਪੈਦਾਇਸ਼ ਤੋਂ ਸ਼ੁਰੂ ਕਰ ਦਈਏ। ਨਹੀਂ ਇਹਨਾਂ ਦੀ ਆਪਣੀ ਤੋਂ ਵੀ ਅਗਰ ਕਰੋ ਨਾ ਤੇ ਉਹ ਵੀ ਕੀ ਹਾਲ ਹੈ ਭੱਟੀ ਸਾਹਿਬ, ਠੀਕ ਹੋ? ਸ਼ੁਕਰ ਹੈ, ਤੁਸੀਂ ਸੁਣਾਓ। ਅੱਛਾ ਮੈਨੂੰ ਇਹ ਗੱਲ ਨਹੀਂ ਸਮਝ ਆਈ, ਇੱਕ ਗੱਲ ਨਹੀਂ ਮੈਨੂੰ ਸਮਝ ਆਈ ਵੀ ਇਹ ਸੈਫੀ ਇਹਦੇ ਵਿੱਚ ਸਾਬਤ ਕੀ ਕਰੇਗਾ ਕਿ ਹਜ਼ਰਤ ਈਸਾ अलैहिस्सलातु वस्सलाम ਦੀ ਸੀਰਤ ਠੀਕ ਨਹੀਂ ਸੀ? ਨਹੀਂ ਹਜ਼ਰਤ ਈਸਾ ਦੀ ਨਹੀਂ, ਯਿਸੂ ਮਸੀਹ ਦੀ ਸਾਬਤ ਕਰੇਗਾ ਨਾ। ਇਹ ਯਸੂ ਜਿਹੜਾ ਉਹਨਾਂ ਆਪਣੇ ਕੋਲ ਨਹੀਂ ਖੜਿਆ ਮਿਰਜ਼ਾਈਆਂ ਨੇ। ਜੋਜ਼ਫ ਸਾਹਿਬ ਇਹ ਵੀ ਟੋਪੀ ਡਰਾਮਾ ਹੀ ਆ ਨਾ, ਸ਼ਖਸੀਅਤ ਤੇ ਇੱਕ ਹੀ ਆ ਨਾ, ਸਿਰਫ ਮੁਸਲਮਾਨਾਂ ਦਾ ਤੇ ਤੁਹਾਡਾ ਉਹਨਾਂ ਨੂੰ ਮੰਨਣ ਦਾ ਜਿਹੜਾ ਕਨਸੈਪਟ ਹੈ ਉਹ ਅਲੱਗ-ਅਲੱਗ ਹੈ ਨਾ, ਸ਼ਖਸੀਅਤ ਤੇ ਇੱਕ ਹੀ ਆ। ਉਹ ਤੇ ਮਿਰਜ਼ਾ ਵੀ ਇਸ ਗੱਲ ਨੂੰ ਧੱਕੇ ਨਾਲ ਉਹਨਾਂ ਨੇ ਬਣਾਇਆ ਹੈ ਨਾ, ਉਹ ਤੇ ਉਹਨਾਂ ਨੇ ਤੇ ਜਿਹੜਾ ਕੰਮ ਉਹ ਤੇ ਫਿਰ ਵੇਖੋ ਨਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੈਗੰਬਰ ਇਸਲਾਮ ਦੇ ਬਾਰੇ ਇਹਨਾਂ ਨੇ ਬਕਵਾਸ ਕੀਤੀ ਹੈ ਤੇ ਉਹ ਮਰਜ਼ਈ ਇੱਕ ਪਤਾ ਨਹੀਂ ਕੀ ਨਾਂ ਉਹਦਾ, ਮੈਨੂੰ ਨਾਂ ਨਹੀਂ ਉਹਦਾ ਯਾਦ ਆ ਰਿਹਾ, ਤੇ ਉਹ ਆਂਦਾ ਸੀ ਕਿ ਮੈਂ ਜੀ ਉਸ ਪੈਗੰਬਰ ਮੈਂ ਹਜ਼ਰਤ ਮੁਹੰਮਦ ਦੀ ਉਹਦੀ ਗੱਲ ਕੀਤੀ ਹੈ ਜਿਹਨੂੰ ਇਹ 72 ਫਿਰਕੇ ਪੇ ਮੰਨਦੇ ਨੇ, ਜਿਹੜੇ ਅਸਲ ਹਜ਼ਰਤ ਮੁਹੰਮਦ ਨੇ, ਮੈਂ ਉਹਨਾਂ ਦੀ ਗੱਲ ਨਹੀਂ ਕੀਤੀ। ਤੇ ਉਹ ਤੇ ਤੁਹਾਨੂੰ ਪਤਾ ਹੈ ਟੋਪੀ ਡਰਾਮਾ ਤੇ ਇਹਨਾਂ ਨੇ ਲਾਇਆ, ਹਰ ਪਾਸੇ ਲਾਇਆ। ਬਹਰਹਾਲ ਚਲੋ ਜੋ ਵੀ ਉਹ ਕਰੇਗਾ, ਲੇਕਿਨ ਇੱਕ ਚੀਜ਼ ਜਿਹੜੀ ਆ ਉਹ ਤੇ ਲੋਕਾਂ ਨੂੰ ਪਤਾ ਲੱਗੇਗੀ ਨਾ ਇਹਦੇ ਤੋਂ ਕਿ
ਐ ਹੁਣ ਜ਼ਾਹਰ ਹੈ ਸਾਰੇ ਜਿਹੜੇ ਨੇ ਉਹ ਮਲੰਗ ਤੇ ਨਹੀਂ ਨਾ ਹੈ, ਅਕਲ ਵੀ ਲੋਕਾਂ ਨੂੰ ਅੱਲਾਹ ਤਾਲਾ ਨੇ ਦਿੱਤੀ ਹੈ, ਉਹ ਤੋਂ ਕੰਮ ਲੈਂਦੇ ਨੇ ਕਿ ਇਹ ਕਰ ਕੀ ਰਹੇ ਨੇ ਮਰਜ਼ਈ, ਕਿ ਉਹ ਹਸਤੀ ਜਿਨ੍ਹਾਂ ਨੂੰ ਇਹ ਖੁਦ ਆਖਦੇ ਨੇ ਕਿ ਅਸੀਂ ਅੱਲਾਹ ਦਾ ਰਸੂਲ ਮੰਨਦੇ ਹਾਂ, ਉਹ ਮੰਨਦੇ ਨਹੀਂ, ਮੂੰਹ ਤੋਂ ਕਹਿੰਦੇ ਨੇ ਨਾ, ਉਹਨਾਂ ਦੇ ਯਕੀਨ ਕਿਰਦਾਰ ਕਰੋ, ਦੇ ਮੈਂ ਬਾਰੇ। ਜੇ ਤੁਹਾਨੂੰ ਹੁਣ ਇੱਕ ਕੱਲ ਦੀ ਰਿਕਾਰਡਿੰਗ ਸੁਣਾਵਾਂ ਨਾ, ਇਸ ਆਜ਼ਮ ਸੈਫੀ ਨੇ ਉਹ ਬਕਵਾਸ ਕੀਤੀ ਹੈ ਮਸਾਇਆ ਦੇ ਉੱਤੇ ਕੱਲ, ਕਿ ਸੁਣੀ ਨਹੀਂ ਜਾਂਦੀ। ਮੈਨੂੰ ਇੱਕ ਬੰਦੇ ਨੇ ਰਿਕਾਰਡਿੰਗ ਖਲਾਈ, ਜੇ ਤੁਹਾਨੂੰ ਕੋਈ 5 ਮਿੰਟ ਵੀ ਰਿਕਾਰਡਿੰਗ ਸੁਣਾਏ ਤੇ ਬੰਦਾ ਸੁਣ ਨਹੀਂ ਜੇ ਸਕਦਾ ਰਿਕਾਰਡਿੰਗ। ਇੰਨੀ ਬਕਵਾਸ ਕੀਤੀ ਉਹਨੇ, ਖੁੱਲੀਆਂ ਗਾਲਾਂ ਕੱਲ ਬਹਿ ਕੇ ਨੇ ਕੱਢੀਆਂ ਨੇ ਆਪਣੀ ਬਰਾੜ ਦੇ ਉੱਤੇ। ਸਾਡੇ ਵੀ ਕ੍ਰਿਸਚਨ ਜਿਹੜੇ ਨੇ ਉਹ ਪਾਗਲ ਦੇ ਪੁੱਤਰ ਨੇ, ਉਹਨਾਂ ਨੂੰ ਪਤਾ ਕੱਖ ਨਹੀਂ ਹੈ, ਚਲੇ ਜਾਂਦੇ ਨੇ ਇਹਨਾਂ ਦੇ ਕੋਲ ਗੱਲ ਕਰਨ, ਨਾ ਉਹਨਾਂ ਨੂੰ ਬਾਈਬਲ ਦਾ ਪਤਾ, ਨਾ ਉਹਨਾਂ ਨੂੰ ਮਰਜ਼ਈਆਂ ਦਾ ਪਤਾ, ਉਹ ਇਹਨਾਂ ਨੂੰ ਮੁਸਲਮਾਨ ਸਮਝ ਪੈਂਦੇ ਨੇ, ਇਹਨਾਂ ਦੇ ਨਾਲ ਗੱਲ ਕਰਨ ਚਲੇ ਜਾਂਦੇ ਨੇ। ਹਾਂਜੀ, ਇਹ ਤਾਂ ਸਿਰਫ ਟੋਪੀ ਡਰਾਮਾ ਹੈ ਨਾ, ਮੁਸਲਮਾਨਾਂ ਨੂੰ ਘੇਰਨ ਵਾਸਤੇ ਇਹਨਾਂ ਨੇ ਲਾਇਆ ਹੋਇਆ ਕਿ ਅਸੀਂ ਹਜ਼ਰਤ ਈਸਾ ਅਲੈਹਿ ਸਲਾਮ ਨੂੰ ਤਾਂ ਮੰਨਦੇ ਹਾਂ, ਕੁਰਾਨ ਵਾਲੇ ਈਸਾ ਕੋ ਮਾਨਤੇ हैं, उनको अल्लाह का। ਇਹ ਟੋਪੀ ਡਰਾਮਾ ਕਿਉਂ ਇਹਨਾਂ ਨੇ ਵਰਗਲਾਣਾ ਮੁਸਲਮਾਨਾਂ ਨੂੰ, ਇੱਕ ਮੁਸਲਮਾਨਾਂ ਨੂੰ ਵਰਗਲਾਣਾ ਤੇ ਦੂਜੇ ਜਿਹੜੇ ਦੇ ਜਮਾਤ 'ਚ ਫਸੇ ਨੇ ਉਹਨਾਂ ਨੂੰ ਪੱਕਿਆਂ ਰੱਖਣਾ। ਵਰਨਾ ਕਤਆਨ ਨੇ ਹਜ਼ਰਤ ਈਸਾ ਅਲੈਹਿ ਸਲਾਤੁ ਵਸਲਾਮ ਦੀ ਬਿਲਕੁਲ ਜ਼ਰਾ ਵੀ ਇੱਜ਼ਤ ਨਹੀਂ ਕਰਦੇ, ਇਹ ਕਿਸੇ ਪੈਗੰਬਰ ਦੀ ਵੀ ਨਹੀਂ ਕਰਦੇ। ਮਸਾਇਆ ਦੀ ਤੇ ਬੜੀ ਦੂਰ ਦੀ ਗੱਲ ਹੈ, ਕਿਸੇ ਦੀ ਵੀ ਨਹੀਂ ਕਰਦੇ। ਉਹ ਤੁਹਾਡੀ ਗੱਲ ਠੀਕ ਹੈ, ਇਹ ਪੈਗੰਬਰੇ ਇਸਲਾਮ ਦੀ ਕਿੱਥੇ ਕਰਦੇ ਨੇ? ਬਿਲਕੁਲ ਨਹੀਂ ਕਰਦੇ, ਬਿਲਕੁਲ ਨਹੀਂ। ਜਿਹੜੇ ਇਤਰਾਜ਼ ਪਾਦਰੀਆਂ ਨੇ ਕੀਤੇ ਨੇ ਨਾ, ਉਹੀ ਇਤਰਾਜ਼ ਤੇ ਹੁਣ ਆਪ ਕਰਦੇ ਫਿਰਦੇ ਨੇ, ਤੇ ਫਿਰ ਕਹਿਣਗੇ ਕਿ ਜੀ ਹਮ ਤੋਂ ਕਿਤਾਬें पढ़ते हैं। भाई फिर तुसी पादरी नु क्यों बुरा भला कहते हो? अहे जी इनकी किताबों में, हदीसों में लिखी हुई ये बातें, ਉਹੀ ਕੰਮ ਤੇ ਤੁਸੀਂ ਕਰਨ ਦੇ ਜਿਹੜੇ ਪਾਦਰੀਆਂ ਕੀਤੇ ਨੇ। ਇੰਨੀ ਵੀ ਗੱਲ ਨਹੀਂ ਹੈ, ਹਾਲਾਂਕਿ ਇਹ ਗੱਲ ਵੀ ਜਿਹੜੀ ਹੈ ਖਤਰਨਾਕ ਆ, ਕਿ ਹੁਣ ਅਸੀਂ ਅਗਰ ਇਹਨਾਂ ਨੂੰ ਪਟਿਆਲਵੀ ਦੀਆਂ ਗੱਲਾਂ ਪੜ੍ਹ ਕੇ ਸੁਣਾਈਏ ਜਿਹੜੀਆਂ ਉਹਨੇ ਲਿਖੀਆਂ ਨੇ ਮਿਰਜ਼ੇ ਦੇ ਬਾਰੇ, ਜਿਹੜੇ ਮਿਰਜ਼ੇ ਨੇ ਖੁਦ ਲਿਖ ਕੇ ਦੱਸੀਆਂ ਹੋਈਆਂ ਨੇ, ਤੇ ਇਹ ਸੁਣ ਸਕਦੇ ਨੇ? ਨਹੀਂ। ਇਹ ਵੀ ਗੱਲ ਜਿਹੜੀ ਨਾ ਨਕਾਬਲੇ ਬਰਦਾਸ਼ਤ ਆ ਕਿ ਤੁਸੀਂ ਕਿਸੇ ਦਾ ਨਾਂ ਲੈ ਕੇ ਕਹੋ ਕਿ ਪਾਦਰੀ ਇਹ ਕਹਿੰਦੇ ਨੇ, ਲੇਕਿਨ ਇਹਨਾਂ ਨੂੰ ਸੁਣੋ, ਇਹਨਾਂ ਨੂੰ ਵੇਖੋ, ਇਹ ਪਾਦਰੀਆਂ ਨੇ ਤੇ ਕਿਸੇ ਸ਼ਾਤਮ ਨੇ ਵੀ ਉਹ ਗੱਲ ਨਹੀਂ ਕੀਤੀ ਜਿਹੜੇ ਇਹ ਬਕਵਾਸ ਕਰਦੇ ਨੇ ਪਾਦਰੀਆਂ ਦਾ ਤੇ ਉਹਨਾਂ ਦਾ ਮੁਲਹਦਾਂ ਦਾ ਨਾਂ ਲੈ ਲੈ ਕੇ। ਉਹਨਾਂ ਦੇ ਖਾਬੋ ਖਿਆਲ 'ਚ ਵੀ ਉਂਝ ਦੀ ਗੱਲ ਨਹੀਂ ਹੋਏਗੀ ਜਿਹੜੀ ਇਹ ਬਕਵਾਸ ਕਰਦੇ। ਨਹੀਂ, ਮੈਂ ਗੱਲ ਕਰਨਿਆ ਪਿਛਲੇ ਦਿਨਾਂ ਦੇ ਵਿੱਚ ਉਹ ਫੁਰਕਾਨ ਜਿਹੜਾ ਹੈ, ਉਹਨੇ ਕਿੰਨੀਆਂ ਕਿਤਾਬਾਂ ਖੋਲ ਕੇ ਤੇ ਪੈਗੰਬਰੇ ਇਸਲਾਮ ਦੀ ਉਹ ਤੋਹੀਨ ਕਰ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ, ਹੈ। ਤੇ ਮਰਜ਼ਈ ਆ ਕੇ ਉਹਨੂੰ ਡਿਫੈਂਡ ਕਰਨ ਦੇ ਹਨ, ਇਹ ਜੀ ਉਹ ਤੇ ਕਿਤਾਬਾਂ ਪੇ ਪੜ੍ਹਦਾ ਹੈ। जोधो भट्टी साहब, अस्सलाम वालेकुम, आवाज आ रही जे? हाँ जी, की हाल है? ठीक हो? शुक्र है अल्लाह दा, ठीक ठाक। मैं ते बड़ा परेशान हाँ, ते जोधो भाई को मुल्क हुण होर लभी है, मैनूं लगदा तुसीं भी जर्मनी जी हो। जी हाँ जी हाँ जी। ते फिर कोई मुल्क होर लभी है। मैं अज सवेरे इन्हां दे इस तों पिछले खलीफा दी गल सुनी है, ਉਹਨੇ ਕਿਹਾ ਕਿ ਅਨ ਕਰੀਬ ਜਰਮਨੀ ਦੇ ਵਿੱਚ ਜਿਹੜਾ ਨਾ ਉਹ ਅਹਿਮਦੀਆਂ ਦੀ ਜਿਹੜਾ ਨਾ ਗਵਰਨਮੈਂਟ ਹੋ ਜਾਏਗੀ। ਉਹ ਦਿਨ ਕੀ ਕਰਨਾ ਹੁਣ? ਜਿੱਦਾਂ ਘੋੜੀ ਚੜਿਆ ਕੁੱਬਾ, ਮੁਲਕ ਲੱਭੀਏ ਹੋਰ ਕੋਈ। ਗਾਨਾ ਨਾਲ ਚਲੇ ਜਾਂਦੇ ਆ। ਗਾਨਾ ਨਹੀਂ, ਗਾਨਾ ਦੇ ਵਿੱਚ ਵੀ ਹੈ ਨੇ ਨਾ। ਹਾਂ, ਬਹੁਤ ਨੇ ਉੱਥੇ ਵੀ ਗਾਨਾ ਦੇ ਵਿੱਚ ਵੀ ਨੇ। ਫਿਰ ਇੱਕ ਹੋਰ ਮੁਲਕ ਜੇ ਇੰਡੋਨੇਸ਼ੀਆ ਦੀ ਸਾਈਡ ਤੋਂ ਥੋੜਾ ਜਿਹਾ ਅੱਗੇ, ਪਪੂਆ ਨਿਊਗੀਨੀਆ, ਉੱਥੇ ਚਲੇ ਜਾਂਦੇ ਆ। ਤੇ ਲੇਕਿਨ ਉੱਥੇ ਵੀ ਮਸਲਾ ਹੈ ਵੇ ਕਿ ਉਹ ਬੰਦੇ ਖਾਂਦੇ ਨੇ ਉੱਥੇ, ਜਿਹੜੇ ਜੰਗਲੀ ਨੇ ਨਾ ਲੋਕ, ਉਹ ਜੰਗਲੀ ਟਾਈਪ ਲੋਕ ਨੇ। ਹਾਂਜੀ, ਜੰਗਲਾਂ 'ਚ ਰਹਿੰਦੇ ਨੇ, ਉਹ ਬੰਦਾ ਫੜ ਕੇ ਖਾ ਜਾਂਦੇ ਨੇ। ਮੈਂ ਸਵੇਰੇ ਇੰਨਾ ਹੱਸਿਆ ਬਈ ਵੇਖੋ ਤੁਸੀਂ ਇਹਨਾਂ ਦੇ ਖਾਬ ਚੈੱਕ ਕਰੋ। ਜਰਮਨੀ ਯੂਰਪ ਪੂਰੇ ਦਾ ਪਿਓ ਮੁਲਕ ਹੈ। ਜਰਮਨੀ ਦੇ ਵਿੱਚ ਜੀ ਅਹਿਮਦੀ ਆ ਚੱਲੇ ਨੇ ਸਾਰਾ ਜਰਮਨ ਜਿਹੜਾ ਨਾ ਉਹ ਜਨਾਬ ਅਹਿਮਦੀ ਹੋ ਚੱਲਾ। ਹੁਣ ਨਿਊ ਈਅਰ ਆਉਣ ਵਾਲਾ ਨਾ, ਹੁਣ ਤੁਸੀਂ ਵੇਖਿਆ ਜੇ ਕਿ ਨਿਊ ਈਅਰ ਦੇ ਉੱਤੇ ਨਾ ਪਟਾਕੇ ਚਲਾਣੇ ਨੇ ਇੱਥੇ ਤੇ ਯੂਕੇ ਦੇ ਵਿੱਚ, ਸਫਾਈਆਂ ਕਰਨੀਆਂ ਨੇ। ਸਫਾਈਆਂ ਨਹੀਂ, ਉਹ ਤੇ ਉਹਨਾਂ ਨੇ ਕਰਨੀਆਂ ਨਾ, ਲੇਕਿਨ ਇਹ ਗੋਰਿਆਂ ਨੇ ਤੇ ਮੌਜ ਮਸਤੀ ਕਰਨੀ ਹੈ ਨਾ ਨਿਊ ਈਅਰ ਤੇ। ਇਹਨਾਂ ਦੇ ਕੁੜੀਆਂ ਮੁੰਡਿਆਂ ਨੇ ਇੱਥੇ ਮੌਜ ਮਸਤੀਆਂ ਕਰਨੀਆਂ ਨੇ, ਪ੍ਰੋਗਰਾਮ ਹੋਣੇ ਨੇ, ਡਿਸਕੋ ਸ਼ਿਸਕੋ ਹੋਣੇ ਨੇ ਵਾਵਾ, ਤੇ ਉਹ ਪਕਾਨੇ ਸੁੱਟੇ ਜਾਣੇ ਨੇ ਬਾਅਦ ਚ ਇਸਤੇਮਾਲ ਕਰਕੇ। ਇਹਨਾਂ ਨੇ ਦੂਜੇ ਦਿਨ ਜਾ ਕੇ ਸਫਾਈਆਂ ਕਰਨੀਆਂ ਨੇ। €1 ਮੇਰੇ ਹਾਲੇ ਹੁਣ ਤੇ €1.50 ਹੋ ਗਿਆ ਨਾ ਸੋਸ਼ਲ ਆਰਬਿਟ ਜਿਹੜਾ। ਆਹੋ, ਹੁਣ ਤੇ ਵੱਧ ਗਿਆ। ਉਹ ਕਰ ਕੇ ਇਹਨਾਂ ਨੇ ਸ਼ਾਇਦ ਕਿਤੇ ਹੋ ਸਕਦਾ ਕੋਈ ਜਰਮਨੀ ਤੇ ਕਬਜ਼ਾ ਕਰ ਲੈਣ। ਇਹ ਸਿਰਫ ਆਪਣੀਆਂ ਫੋਟੋਆਂ ਖਿਚਵਾਉਣ ਵਾਸਤੇ, ਬਈ ਅਸੀਂ ਜਿਹੜਾ ਨਾ ਮੀਡੀਆ ਦੀ ਨਜ਼ਰ ਦੇ ਵਿੱਚ ਆ ਜਾਈਏ, ਅਸੀਂ ਬਹੁਤ ਅੱਛਾ ਕੰਮ ਕਰ ਰਹੇ ਹਾਂ, ਸਾਡੇ ਕੇਸ ਪਾਸ ਹੋਣ। ਹੋਰ ਕੀ ਹੈ? ਕੁਛ ਵੀ ਨਹੀਂ। ਇੱਥੇ ਯਕੀਨ ਕਰੋ ਕਿ ਮੈਂ ਪਾਦਰੀ ਕੋਲ ਗਿਆ ਸਾਂ ਇੱਕ, ਤੇ ਉਹਨੂੰ ਮੈਂ ਚਰਚ ਜਾ ਕੇ ਦੱਸਿਆ ਕਿ ਇੰਨੇ ਮਿਰਜ਼ੇ ਮਸਰੂਰ ਨੇ ਗੱਲ ਕੀਤੀ ਹੈ, ਤੇ ਉਹਨੂੰ ਪਤਾ ਸੀ ਕਿ ਬਈ ਮੈਂ ਕਾਦੀਆਨੀਆਂ ਦੇ ਖਿਲਾਫ ਕੰਮ ਕਰਨਾ, ਮੈਂ ਜਿਹੜੇ ਚਰਚ ਜਾਣਾ। ਉਹਨੇ ਕਿਹਾ ਕਾਦੀਆਨੀ ਉਂਝ ਵਿਚਾਰੇ ਬੜੇ ਚੰਗੇ ਨੇ, ਸਫਾਈਆਂ ਕਰਦੇ ਰਹਿੰਦੇ ਨੇ, ਮਦਦ ਕਰਦੇ ਨੇ, ਸੋਸ਼ਲ ਆਰਬਿਟ ਬਹੁਤ ਜ਼ਿਆਦਾ ਕਰਦੇ ਨੇ,
ਮਤਲਬ ਇਹ ਹੀ ਨਾ ਸਫਾਈਆਂ ਸਫੂਈਆਂ ਦਾ ਕੰਮ ਬੜਾ ਕਰਦੇ ਕੁਰਦੇ ਰਹਿੰਦੇ ਨੇ, ਤੇ ਚੰਗੇ ਲੋਕ ਨੇ, ਤੂੰ ਕਿਉਂ ਇਹਨਾਂ ਦੇ ਮਗਰ ਪਿਆ? ਤੇ ਉਹੀ ਤੁਹਾਡੀ ਵਾਲੀ ਗੱਲ ਹੈ ਕਿ ਆਪਣੇ ਆਪ ਨੂੰ ਬੜਾ ਚੰਗਾ ਸਾਬਤ ਕਰਦੇ ਨੇ। ਨਹੀਂ ਤਾਂ ਤੁਸੀਂ ਉਹ ਪਾਦਰੀ ਸਾਹਿਬ ਨੂੰ ਦੱਸਿਆ ਨਹੀਂ ਬਈ ਇਹਦਾ ਦਾਵਾ ਵੇਖੋ ਕੀ ਆ। ਤੇ ਤੁਹਾਨੂੰ ਪਤਾ ਹੈ ਇੱਥੇ ਦੇ ਜਿਹੜੇ ਪਾਦਰੀ ਨੇ ਗੋਰੇ, ਉਹ ਸਾਡੇ ਪਾਕਿਸਤਾਨੀ ਪਾਦਰੀ ਅੰਗਰੋਂ ਨਹੀਂ ਜੇ ਏਡੇ ਗਰਮ। ਪਾਕਿਸਤਾਨੀ ਪਾਦਰੀ ਬਹੁਤ ਗਰਮ ਨੇ। ਹਾਂ, ਪਾਕਿਸਤਾਨੀ ਪਾਦਰੀ ਬਹੁਤ ਗਰਮ ਨੇ ਭਾਈ। ਪਾਕਿਸਤਾਨੀ ਆਵਾਮ ਜਿਹੜੀ ਇੰਡੀਅਨ ਪਾਕਿਸਤਾਨੀ ਹੈ ਨਾ, ਉਹ ਮਜ਼ਹਬ ਦੇ ਮਾਮਲੇ ਦੇ ਵਿੱਚ ਬਹੁਤ ਗਰਮ ਹੈ। ਇਹ ਠੰਡੇ ਨੇ, ਇਹ ਏਡੇ ਗਰਮ ਹੁੰਦੇ ਨਾ, ਤੇ ਇਹਨਾਂ ਨੂੰ ਇੱਥੇ ਜਗ੍ਹਾ ਵੀ ਕੋਈ ਨਾ ਲੱਭਦੀ। ਹੁਣ ਜਿਵੇਂ ਅਮਰੀਕਾ ਦੇ ਵਿੱਚ ਦੁਬਾਰਾ ਆ ਗਿਆ ਨਾ, ਹੁਣ ਅਮਰੀਕਾ ਦੇ ਵਿੱਚ ਤੇ ਚਰਚ ਭਰੇ ਜਾਣ ਲੱਗੇ ਨੇ ਦੁਬਾਰਾ ਤੋਂ। ਕੱਲ ਵੀ ਇੱਕ ਬੰਦਾ ਰਿਪੋਰਟ ਦੇ ਰਿਹਾ ਸੀ, ਹੁਣ ਉੱਥੇ ਵਾਵਾ ਚਰਚ ਭਰੇ ਜਾਣ ਦੇ ਨੇ। ਤੇ ਆਂਦੇ ਯੂਰਪ, ਮੈਂ ਕਿਹਾ ਯਾਰ ਯੂਰਪ ਦਾ ਤੇ ਹਾਲੇ ਕੋਈ ਨਹੀਂ ਹਾਲ, ਤੇ ਇੱਥੇ ਵੀ ਜਲਦੀ ਕੰਮ ਹੋ ਜਾਣਾ ਸ਼ੁਰੂ। अस्सलाम वालेकुम। वालेकुम सलाम। मैं ਤੁਹਾਡੀ ਬੜੀ ਜਨਾਬ ਮਲਿਕ ਬੋਲ ਰਿਹਾ। ਅੱਛੀ ਗੁਫ਼ਤਗੂ ਹੋ ਰਹੀ ਸੀ। ਮੈਂ ਇੱਕ ਤੁਹਾਡੀ ਜਿਹੜੀ ਭਾਈ ਸਾਹਿਬ ਕਹਿ ਰਹੇ ਸੀ ਨਾ ਜਰਮਨੀ ਵਿੱਚ ਸਫਾਈ ਕਰਦੇ ਆ ਇਹ ਕਾਦੀਆਨੀ, ਔਰ ਇਹ ਬਾਈ ਗਾਰਡ ਨੇ ਇਹ ਬਿਲਕੁਲ ਸਹੀ ਕਹਿ ਰਹੇ ਹੈ, ਇਹ 100% ਕਰੈਕਟ ਗੱਲ ਨੇ ਹੈ ਜੀ। ਔਰ ਕਿਉਂਕਿ ਅਸੀਂ ਸੁਬਹ ਸਾਡੇ ਸ਼ਹਿਰ ਵਿੱਚ ਹੈ ਨਾ, ਸਾਡੇ ਬਿਜ਼ਨਸ ਸੈਂਟਰ ਤੇ ਸ਼ਹਿਰ ਵਿੱਚ, ਤੇ ਸੁਬਹ ਅਸੀਂ ਜਦੋਂ ਰਾਤ ਦੇ ਟਾਈਮ ਰੈਸਟੋਰੈਂਟ ਬੰਦ ਕਰਕੇ ਤੇ ਮਤਲਬ ਬੈਠੋ ਰਹੀਏ, ਤੇ ਸੁਬਹ ਦੇਖੀਏ ਪਾਕਿਸਤਾਨੀ ਕਾਲੇ ਵਾਲਾਂ ਵਾਲੇ ਲੋਕ ਇਹ ਥੈਲੇ ਹੱਥ 'ਚ ਪਕੜੇ ਕਰ ਕੀ ਰਹੇ ਆ। ਤੇ ਉਹ ਪਤਾ ਲੱਗਦਾ ਸੀ ਕਿ ਕਾਦੀਆਨੀ ਹੈ ਨਾ, ਸਟਾਡ ਵਾਲਿਆਂ ਨਾਲ ਇਹਨਾਂ ਕਿਹਾ ਕਿ ਅਸੀਂ ਸਫਾਈ ਕਰਾਂਗੇ, ਤੁਸੀਂ ਗੰਦ ਸੁੱਟੋ ਸਾਰੀ ਰਾਤ, ਅਸੀਂ ਖਿਦਮਤ ਕਰਾਂਗੇ ਸੁਬਹ ਤੁਹਾਡੀ। ਇਹ ਗੱਲ ਬਿਲਕੁਲ ਇਹਨਾਂ ਦੀ ਹਕੀਕਤ ਹੈ, ਮਜ਼ਾਕ ਤੋਂ ਇਲਾਵਾ ਇੱਕ ਸਹੀ ਕਹਿ ਰਹੇ ਸਨ ਗੱਲ। ਮੈਂ ਇਸ ਦੀ ਤਸਦੀਕ ਕਰਾਂਗਾ ਜੀ। ਜੀ ਗੱਲ ਤੁਹਾਡੀ ਬਿਲਕੁਲ ਸਹੀ ਹੈ। ਅਸੀਂ ਆਪ ਕਰਦੇ ਰਹੇ ਹਾਂ ਇਹ ਕੰਮ। ਅੱਛਾ ਅੱਛਾ ਅੱਛਾ, ਨਹੀਂ ਤਾਂ ਹੁਣ ਤਾਂ ਨਹੀਂ ਕਰਦੇ। ਉਹ ਅਸਲ ਦੇ ਵਿੱਚ ਮਿਰਜ਼ਾ ਸਾਹਿਬ ਨੇ ਵੀ ਤੇ ਚੂੜਿਆਂ ਤੋਂ ਸਾਰਾ ਕੰਮ ਸ਼ੁਰੂ ਕੀਤਾ ਸੀ ਨਾ। ਮਿਰਜ਼ਾ ਸਾਹਿਬ ਦੇ ਮੰਨਣ ਵਾਲੇ ਸ਼ੁਰੂ ਦੇ ਵਿੱਚ ਸਾਰੇ ਚੂੜੇ ਹੀ ਸਨ, ਤੇ ਉੱਥੋਂ ਫਿਰ ਉਹ ਮਿਰਜ਼ਾ ਸਾਹਿਬ ਤਰੱਕੀ ਕਰਦੇ ਕਰਦੇ ਚੌਧਰੀਆਂ ਤੱਕ ਪਹੁੰਚੇ ਨੇ। ਇਹ ਤੇ ਗੱਲ ਲਿਖੀ ਇਹਨਾਂ ਦੀ ਕਿਤਾਬਾਂ ਦੇ ਵਿੱਚ ਵੀ ਲਿਖੀ ਹੈ। ਉਹ ਯਾਰ ਇੱਕ ਕਾਦੀਆਨੀ ਸੀ, ਉਹ ਬੜਾ ਅਰਸਾ ਪਹਿਲੇ ਬੱਚਾ ਸੀ, 25 ਸਾਲ ਦਾ ਲੜਕਾ ਸੀ, ਤੇ 3 ਭੈਣਾਂ ਸਨ ਉਸਦੀਆਂ ਤੇ ਇੱਕ ਭਰਾ ਸੀ। ਉਹ ਵਿਚਾਰਾ ਹਮੇਸ਼ਾ ਵੀ ਟੈਕਸੀ ਚਲਾਉਂਦਾ ਸੀ, ਤੇ ਰਾਤੀ ਸਾਡੇ ਕਦੇ ਕਿਸੇ ਖਾਣਾ ਲੈਣ ਵਾਸਤੇ ਆ ਜਾਂਦਾ ਸੀ, ਤੇ ਆਣਾ ਜਾਣਾ। ਤੇ ਉਹ ਬੱਚਾ ਸੀ, ਜਵਾਨ ਬੱਚੇ, ਆਪਣੇ ਬੱਚਿਆਂ ਦੀ ਉਮਰ ਦਾ ਦੇਖ ਕੇ ਬੜਾ ਦੱਸਦਾ। ਮੈਂ ਕਿਹਾ ਯਾਰ ਤੂੰ ਦਿਨ ਰਾਤ, ਕਹਿੰਦਾ ਮੇਰੇ ਪਾਪਾ ਸ਼ੂਗਰ ਹੈ ਤੇ ਉਹ ਬਿਮਾਰ ਹੈ, ਬੁੱਢੇ ਬੰਦੇ ਹੈ। ਤੇ ਜਿਹੜੇ ਮਿਰਜ਼ਾ ਸਾਹਿਬ ਹੈ ਉਹ ਕਾਦੀਆਨੀ, ਉਹ ਇੰਗਲੈਂਡ ਵਾਲੇ, ਉਹ ਕਹਿੰਦੇ ਆ ਚੰਦਾ ਜ਼ਰੂਰ ਲੈਣਾ, ਭਾਵੇਂ ਕੋਈ ਬਿਮਾਰ ਵੀ ਹੋਵੇ, ਭਾਵੇਂ ਮਰ ਜਾਵੇ, ਚੰਦਾ ਜ਼ਰੂਰ ਦੇਣਾ। ਤੇ ਉਹ ਪਾਪਾ ਕੋਲ ਚੰਦਾ ਵੀ ਲੈਂਦੇ ਆ, ਸਾਡੇ ਕੋਲ ਵੀ ਚੰਦਾ ਲੈਂਦੇ ਆ, ਅਸੀਂ ਚੰਦਾ ਦਿੰਦੇ ਹਾਂ। ਔਰ ਸਾਡੇ ਹਾਲਾਤ ਠੀਕ ਹੈ, ਸਾਡੀ ਕੋਈ ਮਦਦ ਨਹੀਂ ਕਰਦੇ, ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ, ਬਲਕਿ ਸਾਡੇ ਕੋਲ ਪੈਸੇ ਮੰਗਦੇ ਹੈ ਜੀ। ਔਰ ਰੈਸਟੋਰੈਂਟ ਵਿੱਚ ਰਾਤੀ ਚੋਰੀ ਕੰਮ ਕਰੀਦਾ ਤੇ ਮਨਾ ਕਰਦੇ ਆ ਜੀ ਰੈਸਟੋਰੈਂਟ ਵਿੱਚ ਕੰਮ ਨਾ ਕਰੋ, ਤੇ ਫਲਾਂ ਨਾ ਕਰੋ, ਇਹ ਨਾ ਕਰੋ, ਲੇਕਿਨ ਪੈਸੇ ਨਹੀਂ ਕਹਿੰਦੇ ਕਿ ਤੁਹਾਡੀ ਇਨਕਮ ਸੋਸ਼ਲ ਤੋਂ ਆ ਰਹੀ, ਕਿੱਥੋਂ ਆ ਰਹੀ ਹੈ ਜੀ। ਤੇ ਸਾਡੇ ਕੋਲੋਂ ਲੈਂਦੇ ਆ ਔਰ ਦੇਣੇ ਪੈਂਦੇ ਆ ਸਾਨੂੰ ਹੈ ਜੀ। ਨਾ ਦਿਓ ਤੇ ਫਿਰ ਸਖਤੀ ਕਰਦੇ ਆ ਸਾਡੇ ਨਾਲ ਹੈ ਜੀ। ਇਹ ਤੇ ਕਾਦੀਆਨੀ ਜਿਹੜਾ ਹੋਏਗਾ ਉਸ ਨੂੰ ਪਤਾ ਹੋਏਗਾ। ਭਾਵੇਂ ਤੁਸੀਂ ਵਿਸ਼ਵਾਸ ਆਰਬਾਈਟ ਕਰੋ, ਇਹਨਾਂ ਨੂੰ ਚੰਦਾ ਤੁਸੀਂ ਪੂਰਾ ਦੇਣਾ। ਅੱਛਾ, ਚੰਦਾ ਇਹ ਲੈਂਦੇ ਆ, ਮੈਂ ਤੇ ਨਹੀਂ ਪਤਾ ਕਿੰਨਾ ਲੈਂਦੇ ਆ, ਲੇਕਿਨ ਇਹ ਲੈਂਦੇ ਆ, ਮੈਂ ਸੁਣਿਆ ਹਰ ਬੰਦੇ ਕੋਲੋਂ ਲੈਂਦੇ ਆ। ਇੱਕ ਕਿਹਾ ਸੀ ਨਾ ਬੜਾ ਅਰਸਾ ਪਹਿਲੇ ਕਾਦੀਆਨੀ, ਉਹ ਸਾਡੇ ਮੌਲਵੀਆਂ ਤੇ ਬੜਾ ਇਤਰਾਜ਼ ਕਰਦਾ ਸੀ, ਇਹ ਹੈ ਉਹ। ਮੈਂ ਕਿਹਾ ਮੈਨੂੰ ਇਹ ਗੱਲ ਦੱਸੋ, ਤੁਸੀਂ ਜਿਹੜੀ ਸੋਸ਼ਲ ਲੈਂਦੇ ਹੋ, ਸੋਸ਼ਲ ਠੀਕ ਹੈ ਜੀ, ਤੁਸੀਂ ਤੁਹਾਡੇ ਉਹ ਕੀ ਨਾਮ, ਉਹ ਪਗੜੀ ਵਾਲੇ ਜਿਹੜਾ ਇੰਗਲੈਂਡ ਬੈਠੇ ਆ, ਪਸਰੂਰ ਕੇ ਮਸਰੂਰ ਹੈ ਜੀ। ਮੈਂ ਕਿਹਾ ਉਹ ਬੰਦਾ ਜਿਹੜਾ ਹੈ ਉਹ ਕਹਿੰਦਾ ਜੀ ਕਿ ਸਾਨੂੰ ਚੰਦਾ ਜ਼ਰੂਰ ਦਿਓ। ਮੈਂ ਕਿਹਾ ਇਹ ਉਸ ਬੰਦੇ ਨੂੰ ਪਤਾ ਹੈ ਕਿ ਚੰਦਾ ਕਿੱਥੋਂ ਆਉਂਦਾ ਜਿਹੜੇ ਸੋਸ਼ਲ ਲੋਕ ਲੈਂਦੇ ਹੈ? ਮੈਂ ਕਿਹਾ ਤੁਹਾਨੂੰ ਪਤਾ ਹੈ ਕਿਸ ਚੀਜ਼ ਦੀ ਕਮਾਈ ਹੈ? ਮੈਂ ਕਿਹਾ ਸਾਰੀ ਯੂਰਪ ਵਿੱਚ, ਪੂਰੀ ਯੂਰਪ ਵਿੱਚ, ਇੰਗਲੈਂਡ ਤੋਂ ਲੈ ਕੇ ਹਰ ਚੀਜ਼ ਦਾ ਚੰਦਾ ਜਿਹੜਾ ਸੋਸ਼ਲ ਲੈਂਦਾ, ਬੈਨੀਫਿਟ ਲੈਂਦਾ, ਇਹ ਕਮਾਈ ਹੈ ਸ਼ਰਾਬ ਦੀ, ਇਹ ਪ੍ਰੋਸਟੀਟਿਊਸ਼ਨ ਚਕਲੇ ਦੀ ਕਮਾਈ ਹੈ, ਇਹ ਵੈਪਨ ਜਿਹੜੇ ਲੋਕ ਵੇਚਦੇ ਆ ਬਾਹਰ, ਸਾਡੇ ਜਿਹੜੇ ਫਲਸਤੀਨੀ ਕਤਲ ਹੋ ਰਹੇ ਹੈ, ਉਸ ਦੇ ਟੈਕਸ ਦੀ ਕਮਾਈ ਹੈ, ਹਰ ਗਲਤ ਕੰਮ ਦੀ ਇਹ ਟੈਕਸ ਦੀ ਕਮਾਈ ਹੈ, ਸਿਗਰਟ ਦੋ ਵੀ ਹੈਗੇ। ਮੈਂ ਕਿਹਾ ਤੁਹਾਡੇ ਮਿਰਜ਼ਿਆਂ ਪਤਾ ਹੈ ਕਿ ਆਰਾਮ ਹੈ ਕਮਾਈ ਸਾਰੀ ਜਿਹੜੇ ਸੋਸ਼ਲ ਲੈਂਦੇ, ਗੌਰਮੈਂਟ ਦੀ ਕਮਾਈ ਜ਼ਿਆਦਾ। ਇਹਨਾਂ ਗੌਰਮੈਂਟਾਂ ਦੀ ਕਮਾਈ ਜਿਹੜੀ ਹੈ, ਚਲੋ ਇੱਕ ਤਾਂ ਮਜਬੂਰੀ ਹੈ, ਕੋਈ ਮਾਜ਼ੂਰ आदमी है या कुछ गरीब आदमी है या बुढ़ा आदमी और चीज़ है। प्यारे भाई, मैं क्या है तो जो जवान जन फैमिली है। प्यारे भाई अखलाक से बात करें, दूसरे के काबर के साथ साहब का जमा के सिगे से बात करें, अखलाक महमदी से बात करें। प्यारे भाई, दूसरों के काबर का। अच्छा, होस्ट साहब जवाब देंगे आपको। नहीं, लेकिन देखे ना दूसरों के काबर का
एहतराम से नाम लेना चाहिए, तमीज से नाम लेकिन लेना आमिर भाई चाहिए। अगर ये किसके काबर का उन्होंने गलत नाम दिया है? वो देखे ना उनके काबर का उन्होंने यही कहा है ना, पगड़ी वाले साहब, वो जो पसरूर कह यूके रहे में हैं, कोई बैठे पता हैं। नहीं पसरूर कह रहे हैं कि पसरूर वो है कि उनको हो मसरूर। सकता है शायद उनकी जुबान के ऊपर ना चढ़ा हो, लेकिन प्यारे भाई मसरूर उन्होंने नाम तो मेरे ख्याल में कोई गाली तो उन्होंने कोई नहीं दी यूजर 30 साहब ने। देखे ना पसरूर तो किसी देखा। बंदे का नाम हो ही नहीं सकता ना। अब अगर मैं आपको यहाँ पे कल की ऑडियो सुनाऊं कि कादियानियों ने यसुल मसीह को कितनी गंदी गंदी गालियां निकाली हैं, वो तो उनके की है ना इल्जामी जवाब, वो कहते हैं हमें इल्जामी जवाब की इजाजत है। तो अभी वो उनको इजाजत नहीं है यूजर 30 साहब को, ये खाली परमट कादियानी नूं दे रहे हो। लेकिन है ਤੁਹਾਡੀ ਗੱਲ यूजर 30 साहब बिल्कुल दुरुस्त है कि जितनी यहाँ पे मिलती है तो श्याल बुर्गा का जो मिलता है वो तो टैक्स ही होता है ना, वो तो सारा सलीबी ज्यादातर टैक्स देते हैं। जी जी। शराब बिकती है, बिल्कुल आप दुरुस्त कह रहे हैं। प्रोस्टिट्यूशन यहाँ पे होती है, उसका भी खैर प्रोस्टिट्यूशन तो हर जगह पर ही है, वो भी टैक्स पे करते हैं। तो वो टैक्स सारा इकट्ठा होता है, उसके अंदर से फिर वजीफा लगाया जाता है हम लोगों का। ये बात तो आप बिल्कुल दुरुस्त कह रहे हैं, और ज़्यादातर सलीबियों का ही होता है। ठीक है, चर्च उसके अंदर बड़ी हेल्प करता है। नए नए जो लोग आते हैं कैंपों के अंदर, उनको चर्च कपड़े देता है, शेविंग मशीनें चर्च देता है, खाना जो होता है वो चर्च के हैंड ओवर होता है, वो चर्च पे करता है इनको। तो सलीबी ये सुन रहे हैं तो ये भाई साहब जिन्होंने मेरे पूरे तराश किया, ये जवाब दें ना, ये जवाब दें, ये जो सुन रहे थे भाई साहब। आवाज आ रही है मेरी? जी आ रही है। नहीं, इसका क्या जवाब दें आपको? अब जवाब दें ना, जो आपके जो सारे जो यूरोप में रहते हैं जो कादियानी है, वो जो पैसे लेते हैं गवर्नमेंट से, वो सारी हराम की, वेपन्स की, शराब की, जुए की, हराम की कमाई है। वो जो टैक्स गवर्नमेंट के पास आते हैं, आप लोग जाके मिर्जा साहब के हवाले कर देते हैं। वो तो बाहर के मुल्कों में सब में ऐसे ही होता है ना। आपके मुसलमान भाई नहीं इधर रहते, वो क्या करते हैं? मिर्जा साहब के लिए हलाल होता है, हमारे मुसलमान भाइयों के ऊपर तो कोई टैक्स नहीं है। शुक्र है आपने ये कहा कि आपके मुसलमान भाई, नहीं, शुक्र लेकिन है आप आप देखें वो ठीक है, मुसलमान भी लेते हैं। इनका मसला ये है, अभी जो डिस्कस हो रही है बात, फोकस इस पे करें कि ये कहते हैं हमने सलीब तोड़ दी है, असा सलीब भन छड़ी है, लेकिन टैक्स जड़ा वो सलीबी पे दे रहे हैं ना, वो है गल हो रही है। हाँ जी। अच्छा, मैं इंशाल्लाह एक काफ़ी दोस्तों से मशवरा करके ये कर रहा हूँ कि जब यूरोप में, ये यूरोप वालों के ख़ासकर जर्मनी वाले में ये कह रहे हैं जी कि हम बड़े जो है ना इस्लाम की या यूरोप वालों की बड़ी खिदमत कर रहे हैं। अब असली बात, यूरोप वालों को कैबिनेट में भी, इनकी जो है ना असेंबली में भी किसी तरीके से, या जो तरात हाउस हैं लोकल, मैं उनके लिए पूरा अरेंज कर रहा हूँ कि अच्छी सी उसकी ट्रांसलेशन करा के ना, तो ये तो हज़रत ईसा के अलैहिस्सलाम के बारे में जो इनका गलत अकीदा है, अगर ये यूरोपियन को पता चल जाए तो वो इनको जूते मार के बाहर निकाले। ऐसी बात आप कर रहे हैं? यूरोपियन जो हैं उनको तो लेना देना ही कोई नहीं ईसा अलैहिस्सलाम से। बिल्कुल, आप तो ईसा अलैहिस्सलाम जो उनका जो उनके नबी हैं, आप ईसा अलैहिस्सलाम के कभी आपने वो मिर्ज़ा साहब को ईसा बना लिया है, कभी उसको मूसा बना लिया है, कभी उसको तो बस नहीं, वो जो भी बना लिया, लेकिन जो यूरोपियन है, हाँ, उन्होंने तो कुत्तों के नाम, यहाँ पर एक कुत्ते का नाम मैंने देखा, अल्लाह माफ करे, वो उसको मौजिया कह रहा था। मैंने कहा ये क्या कह रहे हो? कहता है ये मेरे इसका नाम है। मैंने कहा वो अल्लाह के नबी का नाम है। कहता है तो ये तो मेरा बेटे की तरह है ना, मैं इससे प्यार करती हूँ, मेरे बेटे की तरह है, तो मैंने उसका नाम मूसा रखा हुआ है। देखने में आपने भी एक आम आदमी को अल्लाह का नबी बना के उसको भी क्या क्या नाम दे दिए। आपने भी तो यही किया है ना, जो अल्लाह का नबी है ही नहीं है, आपने भी उसको एक नबी बना लिया है। आपके पास क्या सबूत है? आपके पास क्या सबूत है कि वो अल्लाह का नबी नहीं है? हमारे पास अस्तगफार, मैं तो अस्तगफार ही क्या जाता हूँ। मैं अब इस ब्राड पे किसी दोस्त की ब्राड जो भी है, मैं गलत बात नहीं करना चाहता। मैं कहता हूँ अल्लाह ताला हमें उस दिन मौत दे दे जो हम उसे नबी एक्सेप्ट करें। हम तो हमारी सोच भी नहीं है कि हम उसको नबी एक्सेप्ट करें। आप नबी करें ना करें, ये जो आपने कहा कि वो एक आम बंदा था, उसको नबी बना दिया। वो एक आम बंदा है, वो खुद नबी बन के बैठा है। कैसे आपको पता है कि खुद नबी बन के बैठा है? वो यार, आप इधर से उधर से ड्रामे ना छोड़ो। हमारे तो इमाम अबू हनीफा कहते हैं कि हम सोच भी नहीं सकते कि हम ये सोचें भी कि वो नबी है, सोच भी नहीं सकते। सोचने से भी बंदा काफिर हो जाता है। ये इमाम अबू हनीफा ने कहा है? जी बिल्कुल, सोचने से भी बंदा काफिर हो जाता है। कि अगर आपका क्या नाम है? आपका क्या नाम? मेरा नाम छोड़े आप। प्यारे भाई मेरी बात सुने ना, मेरी बात सुने ना। हज़रत बकर सदीक के दौर में 700 कुरान पाक के हाफिज जिनको नबी करीम सल्लल्लाहु अलैहि वसल्लम ने मना किया था,
ہیں جی وہ اگر وہ مسلمہ کذاب کی جنگ میں وہ مارے گئے ہیں شہید ہو گئے ہیں تو نبی کریم صلی اللہ علیہ وسلم کی حدیث نہیں پتا آپ کو میرے بعد 30 دجال اور کافر آئیں گے. اچھا ٹھہر جائیں پہلے میں جو تو آپ مرزا نے کو دجال اور کافر سمجھتا ہوں میرے بھائی. ہاں یہ کہنا آسان ہے منہ سے، پر میں کہہ رہا ہوں کہ یہ جو آپ نے امام صاحب کی بات کی ہے، امام ابو حنیفہ رحمہ اللہ کی، آپ یہ حوالہ دے دیں تو یہ جتنے بندے سن رہے ہیں نا ان سب کے سامنے میں کہتا ہوں کہ آپ کو منہ مانگا انعام دیا جائے گا. حوالہ بھی میں منگوا دوں گا. یہ آپ کی بڑے ابھی پرانے منگوائیں، ٹیکٹ منہ ہیں. مانگا انعام لے لیں، ابھی اب منگوائیں. پرانے آپ کتنا یہ ٹائم آپ لیں کے کتنا ٹائم لیں گے؟ یار کتنا ٹائم لیں گے؟ آپ اس طرح کریں وہ پیسے جو بھیجنے ہیں نا وہ مرزا صاحب کو یار بھیج دیں لندن. یہ ذاتیات پر اترنے نہیں کی بجائے آپ جو مجھے آپ سے بتائیں، میں حوالہ نکال دیتا ہوں. یہ پوچھیں ان سے کیا حوالہ، انہوں نے کیا بولی ہے بات، بالکل بلف بات کی ہے. تو امام ابو حنیفہ نے کہا تھا کہ کوئی بندہ یہ سوچے بھی نا کہ ہاں نبی کریم صلی اللہ علیہ وسلم کے بعد نبوت کا کچھ سوچے بھی نا تو وہ بھی کافر ہے. کافر ہے. دکھائیں بالکل دکھائیں امام صاحب کا فتویٰ دکھائیں، منہ مانگا انعام دیا جائے گا. چلیں ایک منٹ صرف میں نکال مل جائے گا. دوستوں کے پاس آیا میں بھی منگوا لوں گا. میں کسی دکھائیں. مفتی سے دوستوں سے منگواؤں گا. میرے پاس امام نہیں پڑا صاحب کی میں منگوا کتاب کا لوں گا. نام بتا دیں تو آپ کو ویسے ہی نام دے دیا جائے گا. یار چلیں تیری بھائی میری آواز جانی لو جی پہچانی اب ہے. تو تکرار پہ اتر رہے ہیں بھائی صاحب. آپ تیری آواز ویسے بھی جانی او پہچانی بھائی ہے. یہ او کہتے بھائی ہیں میں نے حضرت آپ کو عیسیٰ علیہ السلام میں نے دوبارہ آپ کو آئیں تو گے، تکرار تو نہیں بولا نا. مرزا صاحب ہیں، مرزا میری بات ایک سنیں، مرزا قادیانی. آپ اس کتاب کا صرف نام بتا دیں کہ امام صاحب نے کس کتاب میں یہ بات لکھی ہے، حوالہ میں تلاش کر لوں گا. میں کل ان دوستوں کو بھیج دوں گا منگوا کے. ٹھیک ہے میں بھی اچھا ایسی جگہ پہ ہوں، جہاں میں بھی ایسی جاتے ہیں جگہ پہ کل کا بیٹھا ٹائم ہوں. لے کر آتے ہیں، وہاں پر کل کا ٹائم دیتے ہیں ان کو. اور یار میں آپ کے ساتھ بحث نہیں کر، میں آپ لوگوں کو بحث کرنا بھی تو گناہ ہے. مطلب ایسے ہی چھوڑ رہے ہیں، اپنے او پاس ہی بھائی چھوڑتے جا رہے قادیانیوں ہیں. سے بحث کرنا بھی، اب قادیانیوں سے بحث کرنا بھی گناہ ہے. میں آپ کی بھائی آپ کا نام یہ کیا کہہ ہے؟ رہے ہیں آپ یہ کا نام نبی کیا ہے؟ ہیں، یہ کہہ رہے ہیں نبی ہیں مرزا قادیانی صاحب آپ جو کا سے نام کیا ہے؟ نبی ہیں. میں ہوسٹ حضرت عیسیٰ بات علیہ کر رہا السلام ہوں. آئیں آپ گے، کا وہ نام کیا ہے؟ بھی تو آئیں گے نا. یہ امام ابو حنیفہ رحمہ اللہ کی کتاب کا نام بتا دیں، کسی ایک کتاب کا نام بتا دیں، چلیں اس کا نہیں کسی دوسری کتاب کا نام بتا دیں. میں جب یوزر نام رکھا ہوا ہے، اب میں جو یوزر شروع نام ہے. کروں کیا گا نا، نام ہے آپ کا؟ یوزر. اب میں شروع کروں گا نا تو یہ سن لو. پھر میں جو میرے پاس حوالہ ہے میں وہ دیتا ہوں، وہی بعد میں بھائی منگوا حوالہ لیتا آپ نے کیا دینا ہے؟ آپ اپنا نام نہیں، میرا نام لکھا ہوا ہے سامنے نظر آ رہا ہے. آپ تو اپنا نام نہیں بتا سکتے. ہوں. یار میرے نام سے کیا اعتراض ہے؟ ختم نبوت کا کام آپ نے سر پہ اٹھایا ہوا ہے، ختم نبوت کا کام کر رہے ہیں، ختم نبوت کا میرے کام بہت سارے دوست کر رہے ہیں، یہ براڈ والے لوگ امام دوست کر صاحب رہے کی ہیں، اچھے کسی لوگ کر کتاب رہے کا، ہیں. چلے میری بات سنیں، فتویٰ تو آپ نے کیا دینا ہے؟ او بھائی فتویٰ تو آپ نے کیا دینا ہے؟ آپ امام صاحب کی اس کتاب کا نام، اس کا نہیں کسی کتاب کا نام بتا دیں. میں تو میرے پاس ٹائم نہیں ہے. میں تو آخری ان ٹائم دوستوں نہیں کا ہے بہت ان کے پاس، شکریہ ادا ٹائم نہیں. لو کرتا جی ہوں. ٹائم نہیں ہے، ٹائم ختم ہو گیا. یہ دوستوں بڑی محنت ٹائم کر نہیں رہے ہے، ہیں. ٹائم نہیں ہے. شاہد صاحب کا جو وہ ہم حق کی بات کرتے ہیں اس بندے سے جا کے ہاں اچھا حوالے اچھا لے اچھا لو، اچھا اچھا لو جی حوالے لے لو، ایڈریس دیا ہے جی مجھے شاہد حوالے لے لو. کبرات کا، ایسے شاہد دے گا، کبرات کا ایسے دے ایڈریس گا دے کہ دیا. ایسے دے گا لو کہ جی میں یاد رکھیں لاجواب گے. ہو گیا سر، آپ جیت گئے ہیں. شاہد کبرات کا ایڈریس دے رہے ہیں. جاؤ اسے لے لو. میں ایسے حوالے لاجواب ہو گیا بھائی، میں میرا منہ بند کر دیا آپ نے. بھائی آپ جیت گئے، میں ہار گیا. مفتی مبشر صاحب سے لے لو جا کے. مفتی صاحب کا نا نام لے، لیکن شاہد کا جو آپ نے نام لیا ہے نا، میں ہار گیا، آپ جیت گئے بھائی. مفتی صاحب کا لے لو، شاہد کا لے لو، سیالوی صاحب کا لے لو. بھائی 25 کروڑ 99,99,000 بندے جو چپ کر کے بیٹھے ہوئے ہیں، نک پہ رومال رکھ لیتے ہیں. آپ بھی نک پہ رومال رکھ لیا کریں جب ان کا نام سنتے ہیں. میں جب مرزا کا نام آتا ہے نا تو میں نک پہ رومال نہیں، میں رضائی رکھ لیتا ہوں. رضائی اور کمبل. بھائی آپ دوبارہ مرزا صاحب کر کے مخاطب کریں ورنہ آپ کو نیچے اتار دیا جائے گا. نہیں جی میں تو اس کے اوپر لعنت بھیجتا ہوں، بشک آپ مجھے نیچے آپ اتار. بھاگنے کے چکر میں ہیں، آپ بھاگنا چاہتے ہیں. نہیں میں تو مرزے کے اوپر ہزاروں لعنت بھیجتا ہوں جس سے وہ میری صرف نبوت لعنت بھیجنی آتی ہے نا، بات تو کوئی نہیں نہ کرنی آتی، صرف لعنت بھیجنی آتی ہے نا، بات تو نہیں نہ کرنی. آپ نے کہا کہ امام صاحب نے یہ بات کہی، امام ابو حنیفہ رحمہ اللہ نے. میں نے آپ کو کہا حوالہ دیں، حوالہ نہیں ہے. میں نے کہا کتاب کا نام دیں، کتاب کا نام نہیں. میں نے کہا ان کی کسی کتاب کا نام دے دیں، کسی کتاب کا بھی نام نہیں آتا. یہ ختم نبوت کے مجاہد ہیں، یہی چراغ جلیں گے تو روشنی ہوگی. کسی نے اتارا ہے ان کو کہ خود ہی جوتیاں کپڑے چھوڑ کے بھاگ گئے؟ خود ہی بھاگ گئے. جانا چاہیے، بھاگنا چاہیے ان کو، ان کے حالات ہی دگرگوں ہو گئے. بھاگ گیا. جاؤ جا کے مفتی مبشر صاحب سے کہو امین نذیر سے میں مل کے آیا ہوں، پتہ لگ جائے تمہیں. لاگ لو ہو جائے گی، برار 83 تے پہنچ گئی 17 تو لاگ لو ہو جائے گی. تو مفتی صاحب نے دسو جانور نذیر کو گیا سی تے انہیں یہ گل پوچھی سی تے میں کل دا ٹائم لے آیا، کل یہ حوالہ لے کے آواں گا میں.
यही चिराग जलेगे तो रोशनी होगी मेरे भाइयों, घबराना नहीं आपने। खत्म नबूवत, खत्म नबूवत। भाग रहे हैं, सब भाग रहे हैं। ये ना हुण ते असीं खैरी बेरी सही कह रहे हो। ਇਹ ਨਾ ਹੋਣ ਤੇ ਕੰਮ ਉਹਨਾਂ ਦੀ ਕਸਮੇ ਖੁਦਾ ਦੀ ਬਰਾਂਡਾ ਚੱਲਣ ਹੀ ਨਾ। ਇਹਨਾਂ ਨੇ ਨੇਰ ਪਾਈ ਦੀ ਹੈ, ਜਾ ਕੇ ਕੱਚੀਆਂ ਗੱਲਾਂ ਕਰਦੇ ਨੇ ਤੇ ਇਤਨਾ ਮਜ਼ਾਕ ਉਡਵਾਉਂਦੇ ਨੇ। ਮੈਂ ਤਾਂ ਕਹਿਣਾ ਰੋਜ਼ ਐਸੀ ਬਰਾੜ ਲੱਗਣੀ ਚਾਹੀਦੀ ਹੈ। ਕੋਈ ਗੱਲ ਉੱਥੇ ਉਹਨਾਂ ਦੇ ਸਾਹਮਣੇ ਕਰਦੇ, ਅੱਗੋਂ ਇਹੋ ਜਵਾਬ ਲੱਭਦਾ, ਬੇਇੱਜ਼ਤੀ ਕਿਹਦੀ ਹੋਣੀ ਸੀ? ਬਿਲਕੁਲ ਸਹੀ ਕਹਾ। ਮੈਂ ਤੇ ਅਕਸਰ ਰਾਤ ਨੂੰ ਨਾ, ਤੁਸੀਂ ਨਹੀਂ ਹੁੰਦੇ ਤੇ ਇਹ ਹੀ ਬਰਾੜ ਲਗਾਉਣਾ ਵਾ। ਆ ਜਾਓ ਇੱਧਰ। ਮੈਂ ਤੇ ਤੁਸੀਂ ਨਹੀਂ ਹੁੰਦੇ ਨਾ ਤਾਂ ਕੰਮ ਹੀ ਐ ਕਰਤਾ ਹੂੰ। ਮੇਰੀ ਤਰਬੀਅਤ ਬਹੁਤ ਜ਼ਰੂਰੀ ਹੈ। ਉਹ ਜਿਹੜੇ ਜਾਇਲ ਮਰਜ਼ਈ ਥੱਲੇ ਬੈਠੇ ਹੁੰਦੇ ਨਾ, ਉਹ ਤਾੜੀਆਂ ਮਾਰ ਜਾਂਦੇ ਨੇ, ਹਾ 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 ਹਾ, देखा सैफी भाई ने लाजवाब कर दिया, इनके पास कुरान से बात करने के लिए दलील नहीं है, कुरान दी से ये भागते हैं। कोई हमसे कुरान दी से बात नहीं कर सकता। आइए आइए भाइयों आइए। किधर गया बंदा? बंदा ही नासी गया थे। हमजा मलिक साहब ਇਹਨੇ ਤੁਹਾਡੇ ਖਤਮੇ ਨਬੂਵਤ ਦੇ ਮੁਜਾਹਿਦ ਨਾ ਯੂਜ਼ਰ ਰੱਖੇ ਹੈ। ਮਤਲਬ ਯੂਜ਼ਰ ਦਾ ਕੀ ਗੁੰਮੇਗਾ? ਯੂਜ਼ਰ ਦਾ ਤੇ ਕੋਈ ਅੱਗਾ ਪਿੱਛਾ ਹੀ ਨਹੀਂ, ਨਾ ਡਾਕਖਾਨਾ, ਨਾ ਪਿੰਡ, ਨਾ ਗਲੀ, ਨਾ ਮਹੱਲਾ। ਤੇ ਬੇਇੱਜ਼ਤੀ ਕਿਹਦੀ ਹੋਣੀ ਹੈ? ਜਿਨ੍ਹਾਂ ਨਾਂ ਲਿਖੇ ਨੇ, ਜਿਨ੍ਹਾਂ ਫੋਟੋਆਂ ਲਾਈਆਂ ਨੇ, ਜਿਨ੍ਹਾਂ ਦੇ ਕੈਮਰਿਆਂ ਦੇ ਉੱਤੇ ਚਿਹਰੇ ਪਛਾਣੇ ਜਾਂਦੇ ਨੇ, ਜਿਨ੍ਹਾਂ ਨੂੰ ਲੋਕੀ ਜਾਣਦੇ ਨੇ ਕਿ ਖਤਮੇ ਨਬੂਵਤ ਦਾ ਕੰਮ ਤੇ ਕਰਦੇ ਨੇ, ਬੇਇੱਜ਼ਤੀ ਤਾਂ ਉਹਨਾਂ ਦੀ ਹੋਣੀ ਹੈ। ਇਹਨਾਂ ਦਾ ਕੀ ਗੁੰਮਣਾ ਹੈ? ਇਹਨਾਂ ਉੱਥੇ ਵੀ ਅਮਜਦ ਸਾਹਿਬ ਉੱਤੇ ਆਓ, ਸਵਾਲ ਹੈ ਇੱਕ ਛੋਟਾ ਜਿਹਾ। ਇਹਨਾਂ ਉੱਥੇ ਵੀ ਇਹੀ ਗੱਲ ਕਰਕੇ ਤੇ ਉੱਥੋਂ ਵੀ ਦੁੜਕੀ ਲਾਵਣੀ ਸੀ ਤੇ ਆਖਣਾ ਸੀ ਅਸੀਂ ਲਾਨਤ ਪਾਉਂਦੇ ਹਾਂ, ਅਸੀਂ ਲਾਨਤ ਪਾਉਂਦੇ ਹਾਂ, ਚਲੋ ਜੀ ਆ ਲੱਗ ਜਾਂਦੇ ਸੀ। ਵੀ ਤੁਹਾਨੂੰ ਲੋੜ ਕੀ ਜਾਣ ਦੀ? ਅਮਰ ਭਾਈ ਛੱਡ ਦਿਓ, ਤੁਸੀਂ ਬੁਗਸ ਦੇ ਵਿੱਚ ਆ ਗੱਲਾਂ ਕਰ ਰਹੇ ਹੋ। ਦੇਖੋ ਤੁਹਾਡੇ ਇੱਕ ਲਫ਼ਜ਼ ਤੋਂ ਉਹਨੇ ਪਛਾਣ ਲਿਆ ਤੁਸੀਂ ਮਰਜ਼ਾਈ ਹੋ। ਤੁਸੀਂ ਇੰਨਾ ਕਿਹਾ ਕਾਬਲ ਦਾ ਨਾਂ ਤਮੀਜ਼ ਨਾ ਲਓ, ਉਹਨਾਂ ਨੇ ਫਟ ਪਛਾਣ ਲਿਆ ਇਹ ਬੰਦਾ ਮਰਜ਼ਾਈ ਹੈ। ਇਹ ਖੂਬੀ ਇਹਨਾਂ ਚ ਹੈ, ਇਹਨਾਂ ਨੂੰ ਖੁਸ਼ਬੂ ਆ ਜਾਂਦੀ ਕਿ ਮਰਜ਼ਾਈ, ਇਹ ਇਹਨਾਂ ਚ ਖੂਬੀ ਹੈ, ਪਛਾਣ ਲੈਂਦੇ ਨੇ। ਦੇਖੋ 1 ਸੈਕਿੰਡ ਲੱਗਿਆ ਉਹਨਾਂ ਨੂੰ ਪਛਾਣਨ ਇਹ ਬੰਦੇ ਇੱਥੋਂ ਤੱਕ ਰਹੋ, ਠੀਕ ਹੈ, ਅੱਗੇ ਗੱਲ ਨਾ ਕਰਨ। ਦੇਖੋ ਮਰਜ਼ਾਈ ਹੈ, ਲਾਨਤ ਪਾ ਕੇ ਚਲੋ ਜੀ ਸਾਈਡ ਤੇ ਹੋ। 25 ਕਰੋੜ ਬਾਕੀ ਹੋ। ਮਲਿਕ ਸਾਹਿਬ ਬੰਦੇ ਵੈਸੇ ਮੁਖਲਸ ਹਨ, ਗੱਲਾਂ ਆਪਣੇ ਜ਼ੋਨ ਸਹੀ ਚ ਕਰ ਦਰੂਆ ਰਹੇ ਨੇ ਸਨ ਜੀ, ਸਹੀ ਦਰੂਆ ਨੇ ਆ ਜਾਂਦੇ ਨੇ, ਰੌਣਕਾਂ ਲੱਗ ਜਾਂਦੀਆਂ ਨੇ। ਦੇਖਿਓ ਹੁਣ ਉਹਨਾਂ ਨੇ ਕਿਹੜਾ ਕਿਹੜਾ ਕਿੱਸਾ ਸੁਣਾਉਣਾ ਜਾ ਕੇ। ਉਹਨਾਂ ਕਹਿਣਾ ਕਿ ਸ਼ਹਿਨਸ਼ਾਹ ਦੀ ਬਰਾੜ ਤੇ ਚਲਾ ਗਿਆ, ਮੈਨੂੰ ਮੁਸਲਮਾਨ ਲੱਗਿਆ। ਜਾ ਕੇ ਮੁਫਤੀ ਮੁਬਸ਼ਰ ਸਾਹਿਬ ਨੂੰ ਲੈ ਕੇ ਆਓ ਇੱਥੇ, ਕਹੋ ਅਮਨ ਨਜ਼ੀਰ ਨਾਲ ਮੁਨਾਜ਼ਰਾ ਕਰਨਾ, ਜਾਓ ਲੈ ਕੇ ਆਓ। ਸ਼ਾਹਦ ਭਾਈ ਕੋਲ ਜਾ ਕੇ ਉਹਨਾਂ ਨੇ ਗਾਲਾਂ ਕੱਢਣੀਆਂ। ਸ਼ਾਇਦ ਨੂੰ ਲੈ ਆਓ ਇੱਥੇ, ਸੈਲਵੀ ਸਾਹਿਬ ਨੂੰ ਲੈ ਆਓ। ਨਹੀਂ ਮੁਕਾਬਲਾ ਮੁਫਤੀ ਸਾਹਿਬ ਨਾਲ ਹੋਣਾ ਚਾਹੀਦਾ, ਮੁਫਤੀ ਮੁਬਸ਼ਰ ਸਾਹਿਬ ਨਾਲ। ਹਾਂ ਅੱਛਾ ਕੈਸਰ ਸਾਹਿਬ, ਤੁਹਾਡੇ ਕੋਲ ਇੱਕ ਸਵਾਲ ਆ। ਕੱਲ ਸਾਡੇ ਇੱਕ ਭਾਈ ਫਸ ਗਏ ਸਨ ਬੜੇ ਬੁਰੇ ਤਰੀਕੇ ਦੇ ਨਾਲ, ਅੱਗੇ ਥੋੜੀ ਦੇਰ ਪਹਿਲੇ ਆਏ ਸਨ ਰਾਜਾ ਸਾਹਿਬ। ਮੈਂ ਕੱਢਾਂਗਾ ਜਿਹੜਾ ਵੀ ਬੰਦਾ। ਸਵਾਲ ਹੈ ਵੇ ਕਿ ਟੋਨੀ ਸਾਹਿਬ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਤੇ ਬੜੇ ਮੁਹੱਜ਼ਬ ਤਰੀਕੇ ਨਾਲ ਗੱਲ ਕਰਦੇ ਹੋ, ਉੱਥੇ ਬਹਿ ਕੇ ਲੱਗੇ ਸਨ ਲਾਈਵ ਗੱਲਬਾਤ ਕਰਨ, ਲੇਕਿਨ ਮੈਂ ਕਮੈਂਟਸ ਤੁਹਾਡੇ ਵੇਖਦਾ ਪਿਆ 2 ਸਾਲ ਤੋਂ, ਤੁਸੀਂ ਤੇ ਉੱਥੇ ਬੜੀ ਗਾਲੀ ਗਲੋਚ ਕਰਦੇ ਹੋ। ਅੱਗੋਂ ਟੋਨੀ ਸਾਹਿਬ ਨੇ ਉਲਟਾ ਸਵਾਲ ਕਰ ਦਿੱਤਾ ਕਿ ਤੁਸੀਂ ਮੇਰੀਆਂ 3 ਬਦਤਰੀਨ ਗਾਲੀਆਂ ਦੱਸ ਦਿਓ ਮੈਨੂੰ। ਉਹ ਫਿਰ ਅੱਗੋਂ ਦੱਸਣੀਆਂ ਨਾ, ਤੇ ਕੱਲ ਦਾ ਫਿਰ ਉਹ ਕਹਿੰਦੇ ਕਿ ਸਾਨੂੰ ਸਰਟੀਫਿਕੇਟ ਦੇਈਓ ਕਿ ਫਿਲਹਾਲ ਟੋਨੀ ਸਾਹਿਬ ਪਾਕ ਨੇ, ਕੋਈ ਉਹਨਾਂ ਗਾਲੀ ਨਹੀਂ ਦਿੱਤੀ। ਜਦੋਂ ਹਵਾਲਾ ਹੋਏਗਾ ਫਿਰ ਵਾਪਸ ਆ ਗਿਆ।
वैसे गल ठीक है, एक चुटकी नस्वार की कीमत तुम क्या जानो टोनी बाबू। ਨਹੀਂ ਸਵਾਲ ਉਹਨਾਂ ਦਾ ਵੈਲਿਡ ਹੈ ਕਿ ਅਗਰ ਵਾਕਈ ਮੈਨੂੰ ਤੁਸੀਂ ਗਾਲੀਬਾਜ਼ ਦੇਖਿਆ ਹੈ, ਤੇ ਮੇਰੀਆਂ 3 ਬਦਤਰੀਨ ਗਾਲੀਆਂ ਦੱਸ ਦਿਓ, ਨਹੀਂ ਤੇ टोनी ਸਰਟੀਫਿਕੇਟ साहब ਦੇ ਜਾਓ गाल ਕਿ नहीं करे। ਝੂਠ ਬੋਲਿਆ ਤੇ ਮੈਂ ਕੋਈ ਗਾਲੀਬਾਜ਼ ਨਹੀਂ। टोनी साहब मैं तो कहना वा कि मौजूदा खलीफे ਨੂੰ ਲਾ ਕੇ ਟੋਨੀ ਸਾਹਿਬ ਨੂੰ ਖਲੀਫਾ ਬਣਾਉਣਾ ਚਾਹੀਦਾ। ਇਹ ਮੇਰਾ ਮੁਤਾਲਬਾ ਹੈ। ਕਮ ਸੇ ਕਮ ਇੰਗਲਿਸ਼ ਅੱਛੀ ਬੋਲਦੇ ਨੇ, ਅੱਛਾ ਉਰਦੂ ਬਹੁਤ ਤਾਬਦੀ ਬੋਲਦੇ ਨੇ, ਪੰਜਾਬੀ ਬੇਰੇ ਵਾਲੇ ਉਸ ਤੋਂ ਵੀ ਟੰਗੀ ਬੋਲਦੇ ਨੇ, ਅਮਰ ਭਾਈ ਨੂੰ ਵੀ ਸੇਮ ਸਵਾਲ ਹੈ। ਅਮਰ ਭਾਈ ਸ਼ਾਇਰ ਨੇ ਜੀ। ਟੋਨੀ ਸਾਹਿਬ ਦੀਆਂ ਕੋਈ 3 ਬਦਤਰੀਨ ਗਾਲੀਆਂ ਜਿਹੜੀਆਂ ਅੱਜ ਤੱਕ ਉਹਨਾਂ ਨੇ ਦਿੱਤੀਆਂ ਹੋਣ ਉਹ ਦੱਸ ਦਿਓ। ਕੱਲ ਇੱਕ ਮੁਸਲਮਾਨ ਭਾਈ ਫਸ ਗਏ ਸਨ ਤੇ ਮਜਬੂਰੀ 'ਚ ਉਹਨਾਂ ਨੇ ਫਿਰ ਇਹ ਕਿਹਾ ਕਿ ਚਲੋ ਮੇਰੇ ਕੋਲ ਹਵਾਲਾ ਹੋਏਗਾ ਤੇ ਮੈਂ ਤੁਹਾਡੇ ਕੋਲ ਦੁਬਾਰਾ ਤੋਂ ਲੈ ਆਵਾਂਗਾ। ਨਹੀਂ, ਸਾਡਾ ਤੇ ਸ਼ਿਕਵਾ ਹੀ ਨਹੀਂ ਹੈ ਕਿ ਟੋਨੀ ਸਾਹਿਬ ਗਾਲੀਆਂ ਦਿੰਦੇ ਨੇ। ਟੋਨੀ ਸਾਹਿਬ ਜੋ ਕਹਿੰਦੇ ਨੇ ਉਹ ਮਾਰਫਤ ਦੇ ਨੁਕਾਤ ਨੇ ਜਿਹੜੇ ਉਹ ਬਿਆਨ ਕਰਦੇ ਨੇ। ਅਸੀਂ ਤੇ ਉਹਨਾਂ ਤੇ ਕਦੇ ਇਲਜ਼ਾਮ ਨਹੀਂ ਲਿਆ ਕਿ ਟੋਨੀ ਸਾਹਿਬ ਗਾਲੀਆਂ। ਸੈਣੀ ਸਾਹਿਬ ਇਲਜ਼ਾਮ ਲਾਉਂਦੇ ਨੇ, ਕਹਿੰਦੇ ਨੇ ਗਾਲੀਆਂ ਦਿੰਦੇ ਨੇ, ਥੱਲੇ ਬਹਿ ਕੇ ਗੰਦੇ ਗੰਦੇ ਕਮੈਂਟ ਕਰਦੇ ਨੇ। ਅੱਛਾ ਅਮਰ ਭਾਈ, ਤੁਸੀਂ ਤਰਬੀਅਤ ਦਾ ਸੈਸ਼ਨ ਲੈ ਰਹੇ ਹੋ ਤੇ ਇੱਕ ਹੋਰ ਚੀਜ਼ ਦੱਸ ਦਿਆ ਜੇ। ਅਕਸਰ ਬੰਦੇ ਆਉਂਦੇ ਨੇ ਨਵੇਂ ਜਿਹਨਾਂ ਨੂੰ ਨਹੀਂ ਪਤਾ ਹੁੰਦਾ, ਉਹ ਪੁੱਛ ਲੈਂਦੇ ਨੇ ਮਰਜ਼ੀਅਤ ਦੇ ਬਾਰੇ ਸਾਨੂੰ ਨਹੀਂ ਪਤਾ ਤੇ ਦੱਸੋ ਕੀ ਚੀਜ਼ ਹੈ। ਤੇ ਸਾਡੇ ਅਕਸਰ ਭਾਈ ਬੈਠੇ ਹੁੰਦੇ ਨੇ ਤੇ ਸਾਰੇ ਨਾ ਕੋਈ ਇੱਕ ਹਵਾਲਾ ਉਧਰੋਂ ਛੋਟਾ ਜਿਹਾ ਦੇ ਰਿਹਾ ਹੁੰਦਾ, ਕੋਈ ਉਧਰੋਂ ਓਏ ਉਹਨੂੰ ਖੂਨ ਆਇਆ ਸਹੀ, ਓਏ ਉਹਦਾ ਇਹ ਹੋ ਗਿਆ ਸੀ, ਇੰਝ ਮਰਿਆ ਸੀ, ਓਏ ਉਹਨੇ ਇਹ ਕੀਤਾ ਸੀ। ਤੇ ਇਹਦਾ ਜਾਮਿਆ ਜਵਾਬ ਕੀ ਹੋਣਾ ਚਾਹੀਦਾ ਉਹ ਤੇ ਰਿਕਾਰਡ ਕਰਾਓ ਨਾ, ਤਾਂ ਕਿ ਨੈਕਸਟ ਟਾਈਮ ਕੋਈ ਬੰਦਾ ਆਏ ਤਾਂ ਉਹਨੂੰ ਪਤਾ ਲੱਗ ਜੇ। ਹੈ ਆਨਸਰ ਐਸਾ ਤੇ ਨਹੀਂ ਕਿ ਤੁਸੀਂ ਇੱਕ ਵਾਰ ਚ ਸਮਝਾ ਸਕੋ, ਲੇਕਿਨ ਕੋਈ ਐਸਾ ਜਾਮਿਆ ਜਿਹੜਾ ਕਿ 10-15 ਮਿੰਟ ਦੇ ਵਿੱਚ ਸਮਝਾ ਸਕਣ ਕਿ ਹਾਂ ਵੀ ਇਹ ਚੀਜ਼ ਸੀ, ਇਹ ਉਹਦੇ ਦਾਵਾ ਜਾ ਤੇ ਇਹ ਉਹਨੇ ਕੰਮ ਕੀਤਾ। ਨਹੀਂ, ਉਹ ਅੱਜ ਵੀ ਮੈਂ ਦਿਹਾੜੀ ਮੇਰੇ ਹਾਲੇ ਬਿਆਨ ਕੀਤਾ ਹੈ। ਇੱਥੇ ਕੋਈ ਬੰਦਾ ਆਇਆ ਸੀ, 2 ਬੰਦੇ ਆਏ ਸੀ, ਉਸ ਵੇਲੇ ਅਸਰ ਦਾ ਟਾਈਮ ਸੀ, ਤੇ ਮੈਂ ਦੱਸ ਰਿਹਾ ਸੀ ਕਿ ਬਈ ਕਾਦੀਆਨੀਅਤ ਕਿਸੇ ਮਜ਼ਹਬ ਦਾ ਨਾਂ ਨਹੀਂ ਹੈ, ਨਾ ਇਹ ਮੁਸਲਮਾਨਾਂ ਦਾ ਫਿਰਕਾ ਹੈ, ਨਾ ਹੀ ਇਹ ਕੋਈ ਮਜ਼ਹਬੀ ਤਹਿਰੀਕ ਹੈ। ਇਹ ਇੱਕ ਕਲਟ ਹੈ ਔਰ ਉਹਦੇ ਅੰਦਰ ਉਹ ਸਾਰੀ ਜਿਹੜੀ ਉਹ ਗੇਮ ਨਹੀਂ ਹੁੰਦੀ ਪੋਲੀਟੀਸ਼ੀਅਨਸ ਵਾਲੀ, ਉਹ ਗੇਮ ਖੇਡੀ ਜਾਂਦੀ ਹੈ। ਸਵੇਰੇ ਗੱਲ ਕਰਨੀ ਹੈ, ਸ਼ਾਮ ਨੂੰ ਕੁਝ ਹੋਰ ਕਰਨੀ ਹੈ, ਦੁਪਹਿਰੀ ਕੁਝ ਹੋਰ ਕਰਨੀ ਹੈ, ਸਵੇਰ ਉੱਠ ਕੇ ਕੁਝ ਹੋਰ ਕਰ ਦੇਣੀ ਹੈ, ਗੱਲਾਂ ਤੋਂ ਫਿਰੀ ਜਾਣਾ ਹੈ, ਗੱਲਾਂ ਨੂੰ ਘੁਮਾਈ ਜਾਣਾ ਹੈ, ਹੇਰਾ ਫੇਰੀਆਂ ਕਰੀ ਜਾਣੀਆਂ ਨੇ। ਤੇ ਚੋਰ ਚੱਕਰ ਦਾ ਨਾਂ, ਸਿਰਫ ਇਹਦਾ ਨਾਂ ਕਾਦੀਆਨੀਅਤ, ਬਸ। ਇਹ ਕੋਈ ਮਜ਼ਹਬ ਕੋਈ ਨਹੀਂ ਹੈ। ਹਾਂ, ਮੁਸਲਮਾਨਾਂ ਵਾਸਤੇ ਕਾਬਲੇ ਨਫ਼ਰਤ ਇਸ ਗੱਲ ਵੇ ਕਿ ਇਹ ਨਾਂ ਮਜ਼ਹਬ ਦਾ ਲੈਂਦੇ ਨੇ ਔਰ ਬਿਲਖੁਸੂਸ ਇਸਲਾਮ ਦਾ ਨਾਂ ਲੈਂਦੇ ਨੇ। ਇਹ ਤਕਲੀਫ ਦੇਵੇ। ਇਹਨਾਂ ਨੂੰ ਬੜਾ ਤਰਲਾ ਲਿਆ ਵੀ ਤੁਸੀਂ ਇੰਝ ਕਰੋ, ਹੋਰ ਜਿਹੜੀ ਗੱਲ ਕਰਨੀ ਜੇ ਕਰ ਲਓ। ਤੇ ਉਹ ਵੀ ਹਰੇ ਸਾਨੂੰ ਸਾੜਨ ਵਾਸਤੇ ਨਾ, ਜਿਹੜਾ ਆਉਂਦਾ ਉਹ ਪ੍ਰਿਟੈਂਡ ਇੰਝ ਕਰਦਾ ਜਿਵੇਂ ਬੜਾ ਹੀ ਕੋਈ ਨਾ ਉਹ ਮੁੱਤਕੀ ਪਰਹੇਜ਼ਗਾਰ ਸੂਫੀ ਦਰਵੇਸ਼ ਤਜਤ ਗੁਜ਼ਾਰ ਸ਼ਬ ਬੇਦਾਰ ਆਦਮੀ ਆ ਗਿਆ। ਇੰਝ ਸਿੱਧੀ ਗੱਲ ਕੁਰਾਨ ਤੋਂ ਸ਼ੁਰੂ ਕਰੇਗਾ ਜਾਂ ਕੋਈ ਹਦੀਸ ਦਾ ਨਾਂ ਲਏਗਾ। ਜਾਂ ਭਾਈ ਕਾਦੀਆਨੀਅਤ ਕਿਸੇ ਮਜ਼ਹਬ ਦਾ ਨਾਂ ਨਹੀਂ ਹੈ, ਕਿਸੇ ਮੁਸਲਮਾਨਾਂ ਦੇ ਫਿਰਕੇ ਦਾ ਨਾਂ ਨਹੀਂ ਹੈ। ਕਾਦੀਆਨੀਅਤ ਇੱਕ ਗੰਦੀ ਜੀ ਤਨਜ਼ੀਮ ਹੈ, ਇੱਕ ਗੰਦਾ ਜਿਹਾ ਗਰੋਹ ਹੈ ਜਿਨ੍ਹਾਂ ਦਾ ਕੰਮ ਸਿਰਫ ਔਰ ਸਿਰਫ ਹੇਰਾ ਫੇਰੀਆਂ ਤੇ ਮਕਰ ਔਰ ਫਰੇਬ ਹੈ। ਤੇ ਨਾ ਇਸਲਾਮ ਦਾ ਨਾਂ ਲੈ ਕੇ ਤੇ ਲੋਕਾਂ ਨੂੰ ਧੋਖਾ ਦੇਣਾ। ਔਰ ਸਭ ਤੋਂ ਜ਼ਿਆਦਾ ਤਕਲੀਫ ਦੀ ਗੱਲ ਇਹ ਕਿ ਸ਼ਾਤਮੀਅਤ ਕਰਨੀ। ਉਸ ਮਿਰਜ਼ਾ ਕਾਦੀਆਨੀ ਨੂੰ ਜਿਹੜਾ ਇਹਨਾਂ ਦਾ ਸਰਬਰਾਹ ਹੈ, ਉਹਨੂੰ ਨਬੀਆਂ ਨਾਲ ਕੰਪੇਅਰ ਕਰਨਾ। ਨਬੀਆਂ ਨਾਲ ਕਹਿੰਦੇ ਨੇ ਉਹ ਨਬੀ ਹੈ ਤੇ ਉਹਦਾ ਅਸੀਂ ਮੁਵਾਜ਼ਨਾ ਨਬੀਆਂ ਨਾਲ ਕਰਨਾ ਹੈ, ਹਾਲਾਂਕਿ ਉਹਦੇ 'ਚ ਕੋਈ ਨਬੀਆਂ ਵਾਲੀ ਗੱਲ ਪਾਈ ਨਹੀਂ ਜਾਂਦੀ ਹੈ। ਇਹ ਸਭ ਤੋਂ ਜ਼ਿਆਦਾ ਤਕਲੀਫ ਦੇ ਅਮਰ ਹੈ ਮੁਸਲਮਾਨਾਂ ਵਾਸਤੇ, ਜਿਹੜਾ ਮੁਸਲਮਾਨ ਬਹੁਤ ਹੀ ਮੁਸ਼ਕਲ ਨਾਲ ਸਹਿੰਦੇ ਨੇ ਇਹਨਾਂ ਦੀਆਂ ਇਹ ਹਰਕਤਾਂ। ਹੁਣ ਇਹ ਜੋਜ਼ਫ ਸਾਹਿਬ ਬੈਠੇ ਨੇ, ਇਹ ਰਾਤੀ ਚਲੇ ਗਏ ਉੱਥੋਂ, ਪਿੱਛੋਂ ਇੱਕ ਹਰਾਮੀ ਨੇ ਇਹਨਾਂ ਦਾ ਨਾਂ ਲੈ ਕੇ ਨਬੀ ਪਾਕ ਨੂੰ ਗਾਲ ਕੇ ਕਹਿੰਦਾ ਜੋਜ਼ਫ ਇਹ ਕਹਿ ਕੇ ਗਿਆ। ਮੈਂ ਕਿਹਾ ਰਿਕਾਰਡਿੰਗ ਕਢਾ ਲਓ, ਜੇ ਕਿਹਾ ਹੋਵੇ ਉਹਨਾਂ ਨੇ ਤੇ ਮੈਂ ਇੱਥੇ ਧੌਣ ਲਵਾ ਦਿਆਂਗਾ। ਲੇਕਿਨ ਤੁਸੀਂ ਹਰਾਮੀ ਹੋ, ਤੁਹਾਡਾ ਕੰਮ ਹੈ ਕਿ ਆਪਣੇ ਮੂੰਹ ਨਾਲ ਗਾਲੀ ਦੇਣਾ ਚਾਹੁੰਦੇ ਹੋ, ਨਾ ਕਿਸੇ ਹੋਰ ਦਾ ਲੈਂਦੇ ਹੋ। ਇਹੋ ਜਿਹਾ ਗੰਦਾ ਕਲਟ। ਥੈਂਕ ਯੂ। अस्सलाम वालेकुम जी। खान साहब ਜਿਹੜੀ ਤੁਸੀਂ ਗੱਲ ਕੀਤੀ ਹੈ जोसेफ वाली, इसी तरह मेरे साथ भी हुआ था तकरीबन 4.5 महीने या 5 महीने एग्जैक्टली, खुदा कसम। मैं पहले नहीं बताया आपको
many time we have met with each other, ਜਿਸ ਤਰ੍ਹਾਂ ਹੁਣ ਬਾਈ ਚਾਂਸ ਮਿਲ ਗਏ ਆ ਇਸੇ ਤਰ੍ਹਾਂ। ਉਹ ਬੰਦੇ ਨੇ ਬੜਾ ਟਰਾਈ ਮਾਰੀ, ਥੋੜਾ ਸਮਾਰਟ ਬਣਾਇਆ। ਹਾਜੀ वो आमिर नज़ीर, मैं क्या गल चाल यार, आमिर नज़ीर और भी कहीं पाकिस्तानी हो सकते। नहीं वो ये रोड पे आता तो वो आपको कह रहा था कि आप सहूलतकार हैं, ऐसे गाली भी दे रहे था, ऐसे वैसे वैसे। तो अब मैं बताऊँ, मैं ज़हनी तौर पर उससे तेज़ हूँ या तेज़ था, सच्ची बात है। इल्म भी है, तालीम थी, वेल स्पोकन बातचीत भी कर लेता था। जब उसने एक मिनट लगाया ना, ट्राई टू कन्विंस मी, मुझे कॉल करने के लिए, तो मुझसे ना रहा गया। मैं कहा बेटे, टू मी यू वन यस्टरडे। इसका मतलब है पुत्रा तू तो कल जमया है। ये बाबा सारियां कसियां देख बैठा। उन्होंने मुझे ड्रॉप कर दिया। अल्लाह कसम, ये 4.5 महीने की बात है। तो ऐसे 3 4 5 हैं इस किस्म के बंदे जो इस किस्म की शोधियाँ हरकतां करते हैं। ब्रदर, सारी बात मैं शुरू कर दी थी, आप बात जारी रखिए आपने। नहीं, आपने बहुत अच्छी बात सुनाई है, ऐसा ही है बिल्कुल। अच्छा, मुझे साहब भी आ गए ने थल्ले, मुझे उसका नाम नहीं पता, लेकिन शक्ल भी नहीं है। वो चेहरे पे कोई रेड किस्म का जैकेट कह लीजिए, सुर्ख रंग का होता है, उसे मुंह छुपाए रखा होता है उसमें। अच्छा, रेड किस्म का जी बात करें। अब ये जो नीचे इसने कमेंट किया है, गुस्ताखे मिर्जा वो बेगैरत गोबरी कीड़ा है जो दरअसल शातमे रसूल अरबी है। भाई रसूल अरबी के जूते के साथ लगी हुई मट्टी हो ना, ये उसके बराबर भी नहीं है मिर्जा जिसको आप कह रहे हैं गुस्ताखे मिर्जा। ये मिर्जा रसूल अरबी सल्लल्लाहु अलैहि वसल्लम का बदतरीन दुश्मन है। इसको आप रसूल अरबी से कंपेयर कर रहे हो। यही वो सबसे ज्यादा तकलीफ दे अमर है जो आप मुसलमानों को सोशल मीडिया पर हर्ट करते हो कि एक नाली की ईंट है उसको चौबारे पे लगाना चाहते हो, हालांकि वो नाली की ईंट है, वो गंदी ईंट जिसमें से गटर का पानी गुजरता है उसको छू के, वो नाली की ईंट है, उसको चौबारे पे लगाना चाहते हो। ये मिर्जा जिसको आप कह रहे हो कि गुस्ताखे मिर्जा, इसकी कोई हैसियत ही नहीं है। नबियों में तो दरकिनार, औलिया में तो दरकिनार, आम मुसलमानों में भी इसकी कुछ भी हैसियत नहीं है। ट्रू। जो लोगों की बेटियों और बहनों के नंगे ख्वाब छापे, जो लोगों से जमीन के कागजात पर दस्तखत करने के बदले उनकी बेटियों के रिश्ते मांगे, जो चचाजाद भाई घर ना हो तो रातों रात उनकी जमीन पर कब्जा कर ले, जिसको रेलगाड़ी में एहतलाम हो रहा हो, जो अपने ही घर वालों को, अपनी बीवी को बता रहा हो कि पहली बीवी से मैंने इतने सालों से मुबाशरत तर्क की हुई है, इसका नबियों से कंपैरिजन करते हो। इसका ये गंदा किरदार, मैं कहता हूं कि नाली का जो कीड़ा है ना वो भी शायद इससे बेहतर होगा। ठीक है, वो भी खुदा की मखलूक है, वो जहां पैदा हुआ उसने उधर ही जिंदगी गुजार के मर जाना। ये उससे भी निजस आदमी है, ऐसा ब्लैकमेलर, कोई भी ऐसा गंदा आदमी, कोई भी खानदानी बंदा, अल्लाह वाला, अच्छी सोच रखने वाला, मुअज़्ज़ज़ किस्म का, इंसानियत की भलाई करना या सोचने वाला, इस किस्म की गंदी हरकतें नहीं करता जो मिर्जा ने की थी। आपने सही तर्जुमानी की ईमान से। जी, मिर्जा साहब फरमाते हैं आपका अक्सर मामूल था कि आप घर से बाहर अपने ऊपर चादर लपेटते रखते थे और सिर्फ इतना हिस्सा चेहरे का खुला रखते जिससे रास्ता नजर आए। जब कचहरी से फारिग होकर वापस अपनी क़यामगाह पर तशरीफ लाते तो दो दराज बंद कर लेते और कुरान शरीफ की तलावत करते। नहीं, कुरान शरीफ की तो तलावत नहीं करते थे, करते तो वो थे जिसकी वजह से पिस्टल को जंग लग गया था, करते तो वो थे, लेकिन बाहर क्यों चेहरा लपेट के रखते थे? आप पूरी बात बताएं कि चेहरा लपेट के क्यों रखते थे और आंखें सिर्फ इतनी ही नंगी होती थी जिनसे सिर्फ रास्ता दिखाई देता? वजह क्या है? ताकि गैर महरम औरतों की नजर उन पे ना वो गैर महरम औरतों से तो टांगे दबाते रात को, गैर महरम औरतों की वजह तो नहीं है। रात को, दिन के टाइम की बात कर रहे हैं ना। ये कहाँ लिखा हुआ है गैर महरम औरतों से टांगे दबाते थे रात को?
इनके बेटों ने लिखा है सीरतुल मेहदी में, मेहदी की सीरत ये है इनके मेहदी की। नहीं नहीं, वो सीरतुल मेहदी जो है वो रात को एक बंदे ने बताया है, वो आमर नज़ीर और मलक नईम, ये दोनों बंदे बैठ के इन्होंने किताब लिखी है। तरतीब जो दी है वो दी है ज़िया रसूल अमीनी ने, और फंडिंग जो है वो कोई मलक अमान नाम का बंदा है उसने की है। चले और आप बता इसकी दे जो कि वो हाँ जी, अपना चेहरा क्यों छुपा के रखते थे। जी जी, सॉरी सॉरी सॉरी। भाई चेहरा मतलब लपेट के रखने की वजह यह है कि जब ये वहां गए ना कचहरी की नौकरी पर, तो वारदात करके गए थे। पता है आपको, ये अब्बा जी की पेंशन लेने गए थे घर से, वो पेंशन इन्होंने उड़ा दी। चचाजाद भाई पीछे पीछे आ गया, उसको अख मार के आए थे आ जाना मेरे पीछे, वो आ गया पीछे पीछे। वो पेंशन के पैसे डाकखाने से लिए और रेलगाड़ी पे चढ़ के तो चंडीगढ़ चले गए। चंडीगढ़ का चांद वेखा, लुधियाने का आके वो थिएटर वेखा, मुजरा वेखा, और वो सारा माल उड़ाते रहे अयाशी में और बेहयाई में। जब वो पैसे सारे खत्म हो गए तो पता है फिर क्या किया? वो पैसे रिकवर करने के लिए चाय के काफिले पर डाका डाला। चाय के काफिले पर डाका डाला, वो जो चचाजाद भाई था वो पकड़ा गया। ये आपके हजरत साहब ये यहाँ वहां से फुर्र हो गए, ये भागे वहां से, भागे 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 सीधे सियालकोट जा टकरे। 4 साल सियालकोट से घर नहीं आए। वहां पर चेहरा लपेट के इसलिए फिरते थे कि चाय के काफिले पर डाका डाला हुआ है, उस काफिले में से कोई बंदा कचहरी आ जाए, गली मोहल्ले में बाजार में देख ले, मुझे पहचान ना ले कि ये वो बंदा है जो चाय के काफिले पर डाका डाल के आया। इसलिए चेहरा लपेट के फिरते थे और घर आके वो काम करते थे जिस काम की वजह से ये कहते हैं कि मैं दूसरी शादी की तो मैं शादी के काबिल नहीं था। जब मैंने दूसरी शादी की 1884 में, ये जहां की आप बात पढ़ के सुना रहे हैं, ये 1864 से लेकर 68 का वाकया है। इसके 16 साल बाद शादी की है 84 में, और खुद बताते हैं कि मैं शादी के काबिल नहीं रहा था। तो वहां यही काम करते थे कि शादी के काबिल नहीं छोड़ते थे अपने आप को। घर आते थे ना, घर आके वो काम करते थे जिस काम के करने की वजह से बंदा फिर शादी के काबिल नहीं रहता। समझ गए ना? मतलब नहीं प्लग में मुझे से कचरा निकालते होंगे ना। बस इशारा का अक्लमंद रहा, इशारा काफी अस्त। नहीं नहीं, ये जो लिखा हुआ है ना, तो कि वो आप कुरान पाक की तिलावत करते थे और लंबे लंबे सजदे करते थे और इतना रोते थे कि जमीन तार हो जाती थी। वो जो लोग लंबे लंबे सजदे करते हैं, कुरान पाक की तिलावत करते हैं, वो कुरान पाक की आयतें गलत कोड नहीं करते। इनकी तो किताबें भरी हुई हैं, इनको तो कुरान पाक की आयत सीधी पढ़नी नहीं आती थी, सारी आयतें गलत कोड की हैं। कल ज़िया रसूल भाई ने 28 आयतें यहाँ पे निकाली हैं अजाला वहाम में से, सारी गलत आयतें लिखी हुई हैं। इनको कुरान करीम की कोई भी आयत सीधी नहीं पढ़नी आती थी। इन्होंने लंबे लंबे सजदे किए होते तो कोई बंदा गवाह होता, कोई मोहल्ले का, शहर का, गांव का, कि भाई ये मस्जिद में बंदा हमने देखा, ये बड़ी इबादत करता था, बड़ी रियाजत करता था, तहज्जुद के टाइम जाता था। कभी भी तो नहीं देखा। पहली बात यह है कि ये वहां बुकी मार के घर जाके पढ़ते थे, मस्जिद में क्यों नहीं जाते थे? मस्जिद में कुरान पाक पढ़ा होता है, कुरान पाक की तिलावत मस्जिद में लोग करते हैं, नमाज मस्जिद में पढ़ते हैं, नफल मस्जिद में पढ़ते हैं, लंबे लंबे सजदे मस्जिदों में किए जाते हैं। मर्द की तो नमाज ही घर नहीं होती बगैर उजर के। उजर ना हो तो घर में नमाज ही नहीं होती। ये सियालकोट में जिस मस्जिद में नमाज पढ़े, कौन सी वो मस्जिद थी? कहाँ सजदे करते थे? घर में सजदे करते थे या घर में कुछ और ही करते थे? घर में कुछ ऐसा काम करते थे जिसकी वजह से शादी के काबिल नहीं रहते। हाँ, ज़ैद जमील ने वो इशारा कर दिया नीचे। ये करते थे वहां पे। ये कोई साथी हमें बात करना चाहते हैं, शायद ब्रोकन हार्ट या क्या नाम है। जी ब्रोकन आर्ट साहब, आपका नंबर है। जी अस्सलाम वालेकुम जी। अस्सलाम। जी जी अस्सलाम वालेकुम जी। तमाम मुसलमान भाइयों को, मिर्जाइयों के अलावा जी, मैं जरा बिजी था मरज़ई, तो आप समझ नहीं आ रही। मरज़इयों को, मरज़ई तो यहाँ कोई भी नहीं है भाई, अहमदी हजरात बैठे हैं। नहीं जी, अहमदी नहीं है, ये अहमदी भी नहीं है। नहीं कि आपके कहने से थोड़ी हो जाएगा ये सारा कुछ। आपके पास क्या दलील है कि जो बंदा खुद को अहमदी कहता है वो अहमदी नहीं कह सकता? दलील से बात करें ना।
सर जी मैं दलील कोई नहीं। बिजी हूँ, मैं इसलिए आपको बात नहीं ज्यादा कर सकता। ओके, टाइम निकाल के आए आप किसी टाइम। अच्छा, फिर वैसे कोई अहमदीन सबूत को के किस लिहाज से कहा जाता है कि मिर्जा साहब का नाम अहमद है? ਮੈਂ ਕਿਹਾ ਅਗਲਾ ਤੇ ਝੱਟ ਚੰਗੇ ਬਾਅਦ ਬਿਜ਼ੀ ਹੋਇਆ ਤੇ ਇਹ ਭਾਈ ਹੋਰੀ ਤੇ ਫੌਰਨ ਹੀ ਬਿਜ਼ੀ ਹੋ ਗਏ ਨੇ। ਲੇਕਿਨ ਆਮਿਰ ਭਾਈ, ਮਿਰਜ਼ਾ ਸਾਹਿਬ ਦਾ ਤੇ ਅਹਿਮਦ ਨਾ ਉਦੋਂ ਪੈਣਾ ਸੀ ਨਾ ਜਦੋਂ ਮਿਰਜ਼ਾ ਸਾਹਿਬ ਨੇ ਤੀਜਾ ਵਿਆਹ ਕਰਨਾ ਸੀ, ਤੀਜੀ ਜ਼ਨਾਨੀ ਆਣੀ ਸੀ। ਉਹ ਇਹ ਆਪਣੇ ਨਾਂ ਤੋਂ ਨਹੀਂ, ਉਹ ਪਤਾ ਨਹੀਂ ਕੀ ਇਹਨਾਂ ਨੇ ਰੱਖਿਆ। ਇਹਨਾਂ ਦੀ ਕੋਈ ਗੱਲ ਮੈਂ ਪਿਆ ਨਾ ਜੇ ਸਮਝ ਆਵੇ ਤੇ ਇੱਕ ਬੰਦਾ ਜਵਾਬ ਦੇਣਾ ਸੀ, ਅਸੀਂ ਕੀ ਮਿਰਜ਼ਾ ਸਾਹਿਬ ਜਵਾਬ ਨੇ ਦਈਏ। ਕਿਹਾ ਬਈ ਪਹਿਲਾ ਨਾਂ ਜਿਹੜਾ ਹੈ ਉਹ ਮਿਰਜ਼ਾ ਸਾਹਿਬ ਨੂੰ ਮਿਲਿਆ, ਕੀ ਨਾਂ ਸੀ? 1 ਮਿੰਟ ਰੁਕ ਜਾਓ, ਹਵਾਲਾ ਕੱਢਨੇ ਆ। आप ਹਾਂ ਤੁਸੀਂ ਕਰੋ ਗੱਲ, ਮੈਂ ਹਵਾਲਾ। तुसी हवाला करो। आपने जो बात की है ना कि 29 आयतें ऐसी लिखी हैं जो गलत पढ़ी हैं, आप इस पे टाइम रखें 1 to 1 मिर्जा एक एक करके मिर्जा गुलाम दसवंदी दिखाएं। इसका नाम था। हर आयत पे आपको अगर आप ये साबित कर दे कि गलत आयत कोट की है, गलत आयत लिखी हुई है, कोट नहीं लिखी हुई गलत आयत है, तो फिर बात है साबित नहीं कर सकते आप। जोसेफ भाई बात कर रहे थे ना, वो 3 नाम है, या आदम उस्कुन अंत व ज़ौजुकल जन्ना। एक तो ये नाम था, दूसरा था या मरियम उस्कुन अंति व ज़ौजुकल जन्ना, तीसरा था या अहमद उस्कुन अंत व ज़ौजुकल जन्ना। इस तरह तो जो तीसरा, मिर्ज़ा कादियानी ने खुद ये बात कही है कि जब तीसरे का वक्त आएगा, शादी होगी, तीसरी जब शादी होगी तो ये वक्त आएगा अहमद का। तीसरी शादी कभी हुई नहीं। राय ब्रदर, फिर मिलेंगे। सलाम।